ਜੇ ਤੁਸੀਂ ਕੋਈ ਕੰਮਕਾਰ ਕਰਨ ਤੋਂ ਪਹਿਲਾਂ ਕੋਈ ਥਿੱਤਵਾਰ ਪੁੱਛਦੇ ਹੋ ਤੁਹਾਡੇ ਘਰੇ ਮਨੋਵਾਦ ਚੱਲ ਰਿਹਾ। ਗੁਰਮਤਿ ਕੀ ਹੈ ਵੀ ਕੋਈ ਥਿੱਤਵਾਰ ਨਹੀਂ ਪੁੱਛਣੀ, ਕੋਈ ਕੰਮ ਕਰਨਾ ਹੈ ਅਰਦਾਸ ਕਰਕੇ ਸ਼ੁਰੂ ਕਰ ਦਿਓ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਜੇ ਥਿੱਤਵਾਰ ਪੁੱਛਣ ਜਾਂਦੇ ਹੋ ਇਹਦਾ ਮਤਲਬ ਤੁਸੀਂ ਮੰਨੂ ਦੇ ਚੇਲੇ ਹੋ, ਗੁਰੂ ਦੇ ਸਿੱਖ ਤਾਂ ਬਣੇ। ਏਦਾਂ ਡੁੱਲਦੀ ਜਾਂਦੀ ਹੈ ਮਨੁੱਖਤਾ। ਜੇ ਦਿਨਾਂ ਦਾ ਭਰਮ ਕਰਦੇ ਹੋ ਜੇ ਸਿੱਖ ਨਹੀਂ ਬਣੇ। ਮਾਈਆਂ ਭੈਣਾਂ ਖਿਆਲ ਕਰ ਲਓ, ਬੀਬੀਆਂ ਜ਼ਿਆਦਾ ਕਰਦੀਆਂ ਕੁਝ। ਗੁਰਬਾਣੀ ਚ ਲਿਖਿਆ ਜਿਹੜੇ ਥਿੱਤਾਵਾਰਾਂ ਨੂੰ ਮੰਨਦੇ ਆ ਉਹ ਕਹਿੰਦੇ ਪਾਗਲ ਹੁੰਦੇ ਆ, ਬੇਵਕੂਫ ਆ। ਜਿਹੜੇ ਕਹਿੰਦੇ ਨੇ ਵੀ ਕੋਈ ਦਿਨ ਮਾੜਾ ਵੀ ਹੁੰਦਾ ਵੀ ਆ ਚੰਗਾ ਦਿਨ ਹੈ ਮਾੜਾ ਦਿਨ ਹੈ। ਪ੍ਰਮਾਣ ਸੁਣ ਲਓ ਬਾਣੀ ਚੋਂ, ਥਿੱਤੀ ਵਾਰ ਸੇਵਹੀ ਮੁਗਧ ਗਾਵਾਰ। ਇਹਦੀ ਲਿਖਿਆ ਬਾਣੀ ਸਾਰੀਆਂ ਗੱਲਾਂ। ਥਿੱਤਾਂ ਵਾਰਾਂ ਨੂੰ ਮੰਨਣ ਵਾਲੇ ਮੂਰਖ ਤੇ ਪਾਗਲ ਹੁੰਦੇ ਆ। ਖਿਆਲ ਕਰਨਾ ਭੈਣ ਜੀ, ਮਾਤਾ ਜੀ ਪਕਾ ਲਓ ਗੱਲ ਨੂੰ। ਥਿੱਤਾਂ ਵਾਰਾਂ ਨੂੰ ਮੰਨਣ ਵਾਲੇ ਪਾਗਲ ਲੋਕ ਹੁੰਦੇ ਆ, ਜਿਹੜੇ ਕਹਿੰਦੇ ਪੈਂਚਕਾਂ ਚੜ ਗਈਆਂ, ਬੱਚਾ ਇਹ ਗੰਡਮੂਲ ਹੋ ਗਿਆ, ਇਹ ਬੱਚਾ ਮੰਗਲੀਕ ਹੋ ਗਿਆ। ਕਮਲਿਆਂ ਦੀਆਂ ਗੱਲਾਂ ਇਹ ਬੇਵਕੂਫੀ ਹੈ। ਕੋਈ ਮੰਗਲੀਕ ਨਹੀਂ ਹੁੰਦਾ ਬੱਚਾ, ਕੋਈ ਗੰਡਮੂਲ ਨਹੀਂ ਹੁੰਦਾ, ਕੋਈ ਪੈਂਚਕਾਂ ਨਹੀਂ ਚੜ੍ਹਦੀਆਂ ਉਤਰਦੀਆਂ, ਕੋਈ ਦਿਨ ਨਹੀਂ ਮਾੜਾ ਹੁੰਦਾ। ਸੋ ਇਹ ਘਰਾਂ 'ਚ ਚੱਲਦਾ ਨਾ, ਇਹ ਮਨੂਵਾਦ ਚਲੀ ਜਾਂਦਾ। ਕਹਾਉਂਦੇ ਸਿੱਖ ਹੈ, ਮੰਨਦੇ ਮਨੂਵਾਦ ਨਾਲ, ਪਖੰਡਵਾਦ। ਤੇ ਜਿਹਨੇ ਸੱਚ ਸਮਝ ਮੰਨ ਲਿਆ ਉਹਦਾ ਭਲਾ। ਇਹ ਵੀ ਬਹੁਤ ਵਾਰ ਦੱਸਿਆ, ਸੱਚ ਮੰਨ ਲਿਆ ਜਿਹਨੇ ਵੀ, ਕਿ ਉਹ ਸੱਚ ਯੂਨੀਵਰਸਲ ਹੁੰਦਾ ਹੈ, ਵਿਸ਼ਵ ਵਿਆਪੀ ਕਹਿ ਸਕਦੇ ਪੰਜਾਬੀ ਚ, ਬ੍ਰਹਿਮੰਡੀ। ਸੱਚ ਮੰਨਣ ਵਿੱਚ ਭਲਾ। ਸੱਚ ਕਦੇ ਦੋ ਨਹੀਂ ਹੁੰਦੇ, ਸੱਚ ਇੱਕ ਹੁੰਦਾ, ਝੂਠ ਅਨੇਕ ਹੁੰਦੇ ਆ। ਹੁਣ ਜੇ ਸੱਚ ਇੱਕ ਹੁੰਦਾ ਇੱਥੇ ਸਿੱਧ ਹੋ ਗਿਆ ਸੱਚ ਸਰਬ ਸਾਂਝਾ ਹੁੰਦਾ। ਪਰ ਜੇ ਕੋਈ ਮੰਨੇ ਸੱਚ ਜਾਤਾਂ ਗੋਤਾਂ ਵਰਨਾਂ ਮਜ਼੍ਹਬਾਂ ਤੋਂ ਉੱਪਰ ਦੀ ਖੇਡ ਹੈ। ਸੱਚ ਸਮੇਂ ਸਥਾਨ ਦੀਆਂ ਹੱਦਾਂ ਤੋਂ ਉੱਪਰ ਦੀ ਖੇਡ ਹੈ। ਸਮੇਂ ਦੇ ਮੁਤਾਬਕ ਸੱਚ ਕਦੇ ਵੀ ਬਦਲਦਾ ਨਹੀਂ, ਸੱਚ ਸਥਿਰ ਹੈ। ਸੱਚ ਕਦੇ ਪੁਰਾਣਾ ਨਹੀਂ ਹੁੰਦਾ। ਬਾਣੀ 'ਚ ਲਿਖਿਆ, ਸੱਚ ਪੁਰਾਣਾ ਹੋਵੇ ਨਹੀਂ, ਸੀਤਾ ਕਦੇ ਨਾ ਪਾੜਦਾ। ਜੇ ਸੱਚ ਨਾਲ ਸੀਤਾ ਗਿਆ ਜਿਉਂ ਸੱਚ ਨਾਲ ਜੁੜ ਗਿਆ, ਬਸ ਉਹ ਕਦੇ ਵੀ ਨਹੀਂ ਹੁਣ ਪਾੜਦਾ। ਅਸੀਂ ਵੀ ਸੱਚ ਨਾਲ ਜੁੜ ਕੇ ਸਦਾ ਵਾਸਤੇ ਸਥਿਰ ਹੋ ਜਾਈਏ, ਭਾਵ ਅਰਥ ਅਸੀਂ ਵੀ ਸਥਿਰ ਹੋ ਜਾਈਏ। ਸੱਚ ਪੁਰਾਣਾ ਨਹੀਂ ਹੁੰਦਾ, ਸੱਚ ਸਮੇਂ ਸਥਾਨ ਦੀਆਂ ਹੱਦਾਂ ਤੋਂ ਪਰੇ ਹੈ। ਲੱਖਾਂ ਸਾਲ ਪਹਿਲਾਂ ਜੋ ਸੱਚ ਸੀ ਅੱਜ ਵੀ ਸੱਚ ਹੈ। ਇਸ ਕਰਕੇ ਉਹ ਸੱਚ ਸਾਨੂੰ ਗੁਰਬਾਣੀ ਦਿਲ ਕਰਾਉਂਦੀ ਹੈ। ਸੋ ਝੂਠ ਤੋਂ ਉੱਪਰ ਉੱਠੋ, ਝੂਠ ਨੂੰ ਛੱਡੋ, ਸੱਚ ਨਾਲ ਜੁੜੋ। ਗੱਲ ਚੱਲ ਰਹੀ ਸੀ, ਆਪਾਂ ਪਹਿਲੀ ਪੰਕਤੀ ਦੇ ਲਈ ਖੜੇ ਹਾਂ, ਗੰਗ ਗੁਸਾਇਨ ਗਹਿਰ ਗੰਭੀਰ। ਵੀ ਇਹ ਜਿਹੜੀ ਮਨੂਵਾਦੀ ਗੰਗਾ ਹੈ ਬਹੁਤ ਗਹਿਰੀ ਚੱਲਦੀ ਹੈ, ਬਹੁਤ ਦੁਨੀਆ ਡੁੱਬਦੀ ਹੈ ਇਸ ਵਹਿਮਾਂ ਭਰਮਾਂ ਦੇ ਵਿੱਚ, ਪਖੰਡਵਾਦ ਵਿੱਚ। ਹੋਰ ਲੈ ਤਾਂ ਘਰ ਦੀ ਗੱਲ ਆ ਗਈ, ਗੁਰਦੁਆਰਿਆਂ 'ਚ ਵੀ ਚੱਲ ਰਹੀ ਹੈ ਤਾਂ ਗੁਰਦੁਆਰਾ ਸਾਹਿਬ। ਹੁਣ ਕਈ ਗੁਰਦੁਆਰਿਆਂ 'ਚ, ਸਾਰਿਆਂ 'ਚ ਨਹੀਂ ਕਿਹਾ, ਕਿਸੇ ਥਾਂ ਤੇ ਚੰਗੇ ਗੁਰਸਿੱਖ ਡਿਊਟੀ ਕਰਦੇ ਆ, ਗੁਰਮਤਿ ਚੱਲਦੀ ਹੈ। ਬਹੁਤੇ ਗੁਰਦੁਆਰਿਆਂ ਦੇ ਵਿੱਚ ਵੀ ਮਨੂਵਾਦੀ ਗੰਗਾ ਚੱਲ ਰਹੀ ਹੈ। 51 ਅਖੰਡ ਪਾਠ ਪ੍ਰਕਾਸ਼ ਕਰ ਲਏ ਲਗਾਤਾਰ, 21 ਕਹਿ ਲਓ 51 ਕਹਿ ਲਓ, ਤਾਂ ਭਾਵ ਆ ਕਹਿਣ ਦਾ। ਗੁਣ ਨਮਨ ਕਰਕੇ ਪਾਠਾਂ ਦੇ ਭੋਗ ਪਾਤੇ, ਲੋਕਾਂ ਤੋਂ ਪੈਸੇ ਜਮ੍ਹਾਂ ਕਰਾ ਲਏ, ਇਹ ਭਜਨ ਪਾਠ ਹੋਇਆ। ਬੋਲੋ, ਇਹ ਮਨੂਵਾਦੀ ਗੰਗਾ ਹੈ। ਮਨੂਵਾਦੀ ਗੰਗਾ ਚੱਲ ਰਹੀ ਹੈ ਕੋਤਰੀਆਂ ਦੇ ਨਾਂ ਤੇ। ਪਾਂਡਾ ਕਹਿੰਦਾ ਹੁੰਦਾ ਸੀ 21 ਰੁਪਏ ਜਮ੍ਹਾਂ ਕਰਾ ਦਿਓ ਤੁਹਾਡੇ ਨਾਂ ਤੇ, ਗਾਇਤਰੀ ਮੰਤਰ ਦਾ ਚਲੀਸਾ ਕਰ ਦਿਓ, ਤੁਹਾਡਾ ਬੇੜਾ ਪਾਰ। ਹੁਣ ਪਾਂਡੇ ਦਾ ਕੀ ਅਰਥ ਹੈ ਕਿ ਸਮਝ ਆ ਜੂ। ਮੈਂ ਕਈ ਵਾਰ ਕਹਿਣ ਲੱਗਿਆ, ਜਾਤ ਗੋਤ ਦੀ ਗੱਲ ਨਹੀਂ ਇੱਥੇ, ਇਹ ਕਰੈਕਟਰ ਦੀ ਗੱਲ ਹੈ। ਸਾਡੇ 'ਚ ਪੈਦਾ ਹੋਏ ਪਾਂਡੇ ਕੀ ਕਹਿੰਦੇ, ਹੁਣ ਲੱਗ ਗਿਆ ਸਮਝ ਆ ਗਈ ਪਾਂਡੇ ਦਾ ਅਰਥ। ਸਾਡੇ 'ਚ ਪੈਦਾ ਹੋਏ ਪਾਂਡੇ ਕਹਿੰਦੇ 5100 ਰੁਪਇਆ ਜਮ੍ਹਾਂ ਕਰਾ ਦਿਓ ਤੁਹਾਡੇ ਨਾਂ ਤੇ, ਅਖੰਡ ਪਾਠ ਪੜ੍ਹ ਦਿਆਂਗੇ, ਤੁਹਾਡਾ ਬੇੜਾ ਪਾਰ। ਬੋਲੋ ਸਤਿਨਾਮ। ਹੁਣ ਸਮਝ ਆ ਗਈ ਨਾ, ਲੱਗਿਆ ਪਤਾ ਵੀ ਪਾਂਡਾਵਾਦੀ ਕਰਤਾਰ ਕੀ ਹੁੰਦਾ। ਜਦੋਂ ਪਾਂਡਾ ਕਹਿੰਦਾ ਉਹਦਾ ਅਰਥ ਕਿਸੇ ਵਿਅਕਤੀ ਬਰਾਦਰੀ ਦਾ ਵਿਰੋਧ ਨਹੀਂ, ਨਾ ਨਾ ਨਾ। 11 ਭੱਟ ਸਾਹਿਬਾਨ ਨਾਲ ਬੈਠੇ ਨੇ ਗੁਰੂ ਦੇ, ਬ੍ਰਾਹਮਣਾਂ ਦੇ ਘਰ ਦਾ ਜਨਮ ਹੀ ਹੈ।
ਪਰ ਉਹਨੂੰ ਸੱਚ ਸਮਝ ਆ ਗਿਆ, ਨਾਲ ਹੀ ਬੈਠੇ ਨੇ ਨਾ, ਜਿਹਨੂੰ ਸੱਚ ਸਮਝ ਆ ਗਿਆ ਉਹ ਸਾਰੇ ਇੱਕ ਹੋ ਜਾਂਦੇ ਆ। ਸੱਚ ਸਾਰੀਆਂ ਵੱਟਾਂ ਤੋੜ ਦਿੰਦਾ ਹੈ। ਤੇ ਵੰਡੀਆਂ ਕਿਹਨੇ ਪਾਈਆਂ? ਝੂਠ ਨੇ। ਵੰਡੀਆਂ ਕੌਣ ਪਾਉਂਦਾ? ਝੂਠ ਵੰਡੀਆਂ ਪਾਉਂਦਾ, ਸੱਚ ਤਾਂ ਇੱਕ ਕਰਦਾ ਸਾਰਿਆਂ ਨੂੰ। ਸੱਚੇ ਸਤਪੁਰਸ਼ ਤਾਂ ਸਾਰੇ ਇੱਕ ਥਾਂ ਤੇ ਵਿਰਾਜਮਾਨ ਨੇ ਸ਼ਬਦ ਰੂਪ ਚ, ਬੈਠੀ ਥਾਂ ਤੇ ਵਿਰਾਜਮਾਨ ਨੇ ਨਾ, ਤੇ ਕਥਾਂ ਤੇ ਬੈਠੇ ਸਾਰੇ। ਇਸ ਕਰਕੇ ਸੱਚ ਨੂੰ ਸਮਝੋ, ਸੱਚ ਨੂੰ ਦ੍ਰਿੜ ਕਰੋ। ਦਰਅਸਲ ਵਿੱਚ ਸੱਚ ਨੂੰ ਦ੍ਰਿੜ ਕਰਨਾ ਧਰਮ ਹੈ। ਇੱਕੋ ਧਰਮ ਦ੍ਰਿੜ ਹੈ, ਸੱਚ ਕੋਈ। ਸੱਚ ਸੋ ਸੱਚ ਹੈ ਜਿਹੜਾ, ਇਹ ਸਭ ਦਾ ਭਲਾ ਕਰਦਾ ਹੈ। ਸੱਚ ਸਭਨਾ ਹੋਏ ਦਾਰੂ, ਸਭਨਾ ਕਹੇ ਤੇ ਸਾਰਿਆਂ ਦੀ ਦਾਰੂ। ਸੱਚ ਸਭਨਾ ਹੋਏ ਦਾਰੂ, ਪਾਪ ਕੱਢਾ ਧੋਏ। ਸੋ ਏਦਾਂ ਹੁਣ ਗੁਰਦੁਆਰੇ ਦੇ ਵਿੱਚ ਚੱਲ ਰਹੀ ਹੈ ਮਨੂਵਾਦੀ ਗੰਗਾ। ਰਸਮੀ ਪਾਠ ਪੂਜਾ ਦੀਆਂ ਲਹਿਰਾਂ ਉੱਠ ਰਹੀਆਂ ਨੇ, ਪੈਸੇ ਜਮ੍ਹਾਂ ਕਰਾਏ ਜਾ ਰਹੇ ਨੇ, ਗੁਣ ਨਮਨ ਕਰਕੇ ਪਾਠਾਂ ਦੇ ਭੋਗ ਪਾਏ ਜਾ ਰਹੇ ਹੈ। ਇਹ ਮਨੂਵਾਦ ਚੱਲ ਰਿਹਾ, ਡੁੱਬ ਰਹੇ ਆ ਸਿੱਖ, ਡੁੱਬ ਰਹੇ ਨੇ ਫੀਸਾਂ ਜਮ੍ਹਾਂ ਕਰਾ ਕੇ। ਧਨ ਦਾ ਵੀ ਸ਼ੋਸ਼ਣ ਹੋ ਰਿਹਾ, ਜੀਵਨ ਗਿਆਨ ਤਾਂ ਮਿਲਣੀ ਕੀ ਹੈ। ਏਦਾਂ ਪਤਾ ਨਹੀਂ ਕਿੰਨਾ। ਫਿਰ ਕਿਤੇ ਕਿਤੇ ਲੈ ਲਓ, ਗੁਰੂ ਗ੍ਰੰਥ ਸਾਹਿਬ ਅੱਗੇ ਥਾਲੀਆਂ ਘਮਾਈਆਂ ਜਾ ਰਹੀਆਂ ਨੇ। ਇਹ ਕੀ ਹੈ? ਗੁਰਮਤਿ ਹੈ, ਮਨੂਵਾਦ ਹੈ। ਆਰਤੀ ਕੀਤੀ ਜਾ ਰਹੀ ਹੈ ਨਾ, ਆਰਤੀ ਹੋ ਨਹੀਂ ਸਕਦੀ, ਕੀਤੀ ਨਹੀਂ ਜਾ ਸਕਦੀ ਆਰਤੀ। ਆਰਤੀ ਹੋ ਰਹੀ ਹੈ। ਕਿੰਨੀ ਸਪਸ਼ਟ ਗੱਲ ਹੈ ਬਾਣੀ ਚ। ਗੁਰੂ ਨਾਨਕ ਸਾਹਿਬ ਕਹਿੰਦੇ ਪਰਮੇਸ਼ਰ ਦੀ ਵਿਰਾਟ ਆਰਤੀ ਹੋ ਰਹੀ ਹੈ। ਸਾਰਾ ਬ੍ਰਹਿਮੰਡ ਉਸੇ ਦੀ ਆਰਤੀ ਕਰ ਰਿਹਾ। ਗਗਨ ਮੈ ਥਾਲ, ਰਬ ਚੰਦ ਦੀਪ ਕਵਣੀ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨਲੋ ਪਾਵਨ, ਚਾਵਲੋ ਕਰੇ ਸਗਲ ਬਨ ਰਾਏ, ਮੂਲਾਂਤ ਜੋਤੀ। ਕੈਸੀ ਆਰਤੀ ਹੋਏ, ਕਿਹੋ ਜੀ ਆਰਤੀ ਹੋ ਰਹੀ ਹੈ? ਹੋਏ, ਹੋ ਰਹੀ ਹੈ। ਕਿੰਨੀ ਸਪਸ਼ਟ ਗੱਲ ਹੈ ਬਾਣੀ ਚ। ਅਸੀਂ ਕਹਿੰਦੇ ਕਰਦੇ ਹਾਂ ਜੀ, ਥਾਲੀਆਂ ਦੇ ਵਿੱਚ ਦੀਵੇ ਲਾ ਲਏ, ਉਹੀ ਬੱਤੀਆਂ ਵੱਟ ਲਈਆਂ, ਘਿਓ ਫੂਕ ਲਿਆ, ਥਾਲੀਆਂ ਘੁਮਾ ਲਈਆਂ। ਗੁਰੂ ਗ੍ਰੰਥ ਸਾਹਿਬ ਨੂੰ ਮਖੌਲ ਕੀਤਾ ਜਾ ਰਿਹਾ ਨਾ, ਮਖੌਲ ਕੀਤਾ ਜਾ ਰਿਹਾ। ਇਹ ਆਰਤੀ ਦਾ ਖੰਡਨ ਕਰਦੀ ਹੈ ਬਾਣੀ। ਉਹੀ ਨਕਲੀ ਆਰਤੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਕੀਤੀ ਜਾ ਰਹੀ ਹੈ। ਡੁੱਬ ਰਹੇ ਨੂੰ ਲੱਗ ਗਿਆ ਨਾ ਪਤਾ, ਹੁਣ ਗੰਗਾ ਮਈਆ ਗਹਿਰੀ ਲੱਗਦੀ ਹੈ। ਇਹੀ ਆਰਤੀ ਕੀਤੀ, ਇਹੀ ਪਾਂਡਾਵਾਦੀ ਆਰਤੀ ਕੀਤੀ ਜਾ ਰਹੀ ਹੈ, ਜਿਹਦਾ ਖੰਡਨ ਕੀਤਾ ਗੁਰੂ ਜੀ ਨੇ ਜਗਨਨਾਥਪੁਰੀ ਦੇ ਮੰਦਿਰ ਵਿੱਚ ਜਾ ਕੇ। ਤਖਤਾਂ ਦੇ ਉੱਤੇ ਵੀ ਇਹੀ ਚੜੀ ਫਿਰਦੀ ਹੈ ਮਨੂਵਾਦੀ ਗੰਗਾ। ਇਹੀ ਆ ਨਾ, ਜਾਨਵਰਾਂ ਦੀਆਂ ਬਲੀਆਂ ਦੇਣੀਆਂ ਕੀ ਹੈ? ਮਨੂਵਾਦ ਹੈ ਕਿ ਗੁਰਮਤਿ ਹੈ? ਮਨੂਵਾਦ ਹੈ ਨਾ। ਉਹ ਹਜੂਰ ਸਾਹਿਬ ਚੜੀ ਫਿਰਦੀ ਹੈ ਗੰਗਾ। ਪਟਨਾ ਸਾਹਿਬ ਤਖਤ ਤੇ ਵੀ ਚੜੀ ਫਿਰਦੀ ਹੈ, ਸਾਡੇ ਸਤਿਕਾਰਯੋਗ ਸਥਾਨ ਨੇ, ਪਰ ਚੜੀ ਫਿਰਦੀ ਹੈ ਮਨੂਵਾਦੀ ਗੰਗਾ। ਉਹ ਦੇਖੋ ਨਿਸ਼ਾਨ ਸਾਹਿਬ ਕੋਲੇ ਲਹਿਰਾਂ ਚੜੀਆਂ ਫਿਰਦੀਆਂ, ਬੱਕਰੇ ਦੀ ਬਲੀ ਦੇ ਕੇ ਸ਼ਾਸਤਰਾਂ ਨੂੰ ਖੂਨ ਦੇ ਤਿਲਕ ਲਾਏ ਜਾ ਰਹੇ ਹਨ। ਬਹੁਤ ਵਾਰ ਦੱਸਿਆ ਚੱਲ ਰਹੀ ਹੈ ਨਾ ਮਨੂਵਾਦੀ। ਹੈ ਤਾਂ ਕਹਿਣ ਨੂੰ ਤਾਂ ਤਖਤ ਨੇ ਸਾਡੇ, ਸਤਿਕਾਰਯੋਗ ਸਾਡੇ ਸਥਾਨ ਨੇ, ਪਰ ਚੱਲਦਾ ਕੀ ਉੱਥੇ? ਮਨੂਵਾਦ ਚੱਲੀ ਜਾਂਦਾ। ਉੱਠ ਲੱਗ ਗਿਆ ਪਤਾ ਵੀ ਕਿਵੇਂ ਗੰਗਾ ਚੜੀ ਫਿਰਦੀ ਹੈ। ਇਹ ਤਖਤਾਂ ਦੀ ਚੜੀ ਫਿਰਦੀ ਹੈ, ਤਾਂ ਗੁਰਦੁਆਰਾਂ 'ਚ ਵੜੀ ਫਿਰਦੀ ਹੈ। ਇਹ ਗੰਗਾ ਸਿੱਖਾਂ ਦੇ ਘਰਾਂ 'ਚ ਵੜੀ ਫਿਰਦੀ ਹੈ, ਪਤਾ ਹੀ ਨਹੀਂ ਸਾਨੂੰ। ਡੁੱਬ ਰਹੇ ਹੈ, ਤਖਤ ਵੀ ਡੋਬਣੇ ਕਰਤੇ ਇਸ ਲਈ। ਇਹ ਗੰਗਾ ਦੀਆਂ ਲਹਿਰਾਂ ਨੇ ਤਾਂ ਕਿੱਥੇ ਜਾ ਚੜੀ। ਹੁਣ ਸਮਝ ਆ ਗਈ, ਪਕੜ ਚ ਆ ਗਈ ਨਾ। ਏਦਾਂ ਇਹ ਕੁਝ ਚੱਲ ਰਿਹਾ ਹੈ। ਚਲੋ ਅੱਗੇ ਨੂੰ ਕਾਫੀ ਜਾਗਰਤੀ ਆਈ ਹੈ ਨਿੱਜੀ ਰੂਪ ਦੇ ਵਿੱਚ, ਸਮੁੱਚੇ ਰੂਪ 'ਚ ਤਾਂ ਨਹੀਂ ਅਜੇ ਤੱਕ ਕਹਿ ਸਕਦੇ ਵੀ ਪ੍ਰਬੰਧ ਕਿਹੋ ਜਿਹਾ ਪਖੰਡਵਾਦ ਬੰਦ ਕਰਨ, ਕੋਈ ਸੋਚਣ ਵਿਚਾਰਨ ਨਾ। ਉਹ ਤਾਂ ਵਿਚਾਰ ਹੀ ਕਰਦੇ ਵੀ ਆ ਜਿਹੜਾ ਪ੍ਰਚਾਰ ਸ਼ੁਰੂ ਹੋਇਆ ਇਹਦੇ ਬੰਦ ਕਿਵੇਂ ਕਰਾਇਆ ਜਾਵੇ। ਮਨੂਵਾਦੀ ਰੀਤ ਤਾਂ ਬੰਦ ਕਰਨ ਦਿੰਦੇ, ਤਾਂ ਸਾਡੇ ਵਰਗੇ ਵੀ ਇਹਨਾਂ ਨੂੰ ਕਿਵੇਂ ਰੋਕਿਆ ਜਾਵੇ, ਕਿਵੇਂ ਕਰੀਏ, ਇਹਨੂੰ ਬਦਨਾਮ ਕਰੀਏ, ਕੁਛ ਕਰੀਏ, ਕੋਈ ਦੋਸ਼ ਕਿਵੇਂ। ਹਾਂਜੀ, ਪਖੰਡਵਾਦ ਬੰਦ ਕਰਨ ਦੀਆਂ ਸਕੀਮਾਂ ਨਹੀਂ, ਪ੍ਰਚਾਰ ਬੰਦ ਕਰਨ ਦੀਆਂ ਸਕੀਮਾਂ ਚੱਲਦੀਆਂ, ਪਤਾ ਲੱਗੀ ਜਾਂਦਾ। ਇਸ ਕਰਕੇ ਏਦਾਂ ਤੁਹਾਡੇ ਮੇਰੇ ਖਿਆਲ ਪਹਿਲੀ ਪੰਕਤੀ ਪਕੜ 'ਚ ਤੁਹਾਡੇ ਆ ਗਈ ਵੀ ਇਹ ਜਿਹੜੀ ਮਨੂਵਾਦੀ ਗੰਗਾ ਹੈ ਬਹੁਤ ਗਹਿਰੀ ਚੱਲਦੀ ਹੈ। ਗਿਆਨ ਬਾਣੀ ਇਹਦੇ ਵਿੱਚ ਡੁੱਬਣ ਤੋਂ ਬਚ ਸਕਦਾ ਹੈ, ਨਹੀਂ ਤਾਂ ਡੁੱਬ ਰਹੀ ਹੈ ਮਨੁੱਖਤਾ ਇਹਨਾਂ ਕਰਮ ਕਾਂਡਾਂ ਦੇ ਵਿੱਚ। ਸੋ ਤਖਤਾਂ ਦੀ ਉਦਾਹਰਨ ਵੀ ਤੁਹਾਨੂੰ ਮੈਂ ਦੇਤੀ, ਗੁਰਦੁਆਰਿਆਂ ਦੀ ਉਦਾਹਰਨ ਦੇਤੀ, ਆਪਣੇ ਘਰਾਂ ਦੀ ਗੱਲ ਕਰ ਲਓ। ਗੰਗ ਗੁਸਾਇਨ ਗਹਿਰ ਗੰਭੀਰ, ਅਗਲੀ ਪੰਕਤੀ, ਜੰਜੀਰ ਬਾਂਧ ਕਰ ਖਰੇ ਕਬੀਰ। ਹੁਣ ਸਮਝਿਓ, ਕਹਿੰਦੇ ਵਚ ਕੌਣ ਸਕਦਾ ਹੈ? ਕਬੀਰ ਸਾਹਿਬ ਨੇ ਆਪਣਾ ਨਾਮ ਲੈ ਕੇ ਕਹਿ ਦਿੱਤਾ
ਕਹਿੰਦੇ ਕਬੀਰ ਨੇ ਤਾਂ ਆਪਣੀ ਸੁਰਤ ਦੀ ਕੜੀ ਸੱਚ ਨਾਲ ਜੋੜ ਲਈ, ਪਰਮੇਸ਼ਰ ਨਾਲ ਜੋੜ ਲਈ। ਜੰਜੀਰ ਬਾਂਧ ਕਰ, ਜੰਜੀਰ ਮਤਲਬ ਸੁਰਤ ਦੀ ਕੜੀ, ਸੁਰਤ ਦੀ ਕੜੀ ਸੱਚ ਨਾਲ ਜੋੜ ਕੇ ਕਹਿੰਦੇ ਕਬੀਰ ਤਾਂ ਖੜਾ ਹੈ, ਆਪਣਾ ਭਾਵ ਸਟੈਂਡ ਕਰਦਾ ਹੈ, ਭਾਵ ਕਿ ਮਨੋਵਾਦੀ ਗੰਗਾ ਕਬੀਰ ਵਰਗੇ ਮਹਾਂਪੁਰਖ ਦੇ ਪੈਰ ਨਹੀਂ ਕੱਢ ਸਕਦੀ। ਕਬੀਰ ਖੜਾ ਤਾਂ ਖੜਾ, ਬੋਲੋ ਸਤਨਾਮ। ਕਬੀਰ ਖੜਾ ਤਾਂ ਖੜਾ, ਗਿਆਨਵਾਨ ਦੇ ਨੇੜੇ ਨਹੀਂ ਆਉਂਦੀ, ਇਹ ਨਹੀਂ ਡੋਲ ਸਕਦਾ। ਕਬੀਰ ਖੜਾ ਤੇ ਖੜਾ, ਕਿੰਨੀਆਂ ਸਪਸ਼ਟ ਗੱਲਾਂ। ਕਬੀਰ ਵਰਗਾ ਮਹਾਂਪੁਰਖ ਭਾਵ ਕਿ ਗਿਆਨਵਾਨ ਪੁਰਸ਼ ਨਹੀਂ ਡੋਲਦਾ, ਬਾਕੀ ਡੁੱਬਦੀਆਂ ਦੁਨੀਆਂ ਸਾਰੀਆਂ। ਸੋ ਆਪਣੀ ਸੁਰਤ ਦੀ ਕੜੀ ਆਪਾਂ ਨੂੰ ਫਿਰ ਜੋੜ ਲਈਏ ਸੱਚ ਨਾਲ, ਪਰਮੇਸ਼ਰ ਨਾਲ। ਸੱਚ ਕਹਿ ਲੋ, ਪਰਮੇਸ਼ਰ ਕਹਿ ਲੋ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਅਸੀਂ ਵੀ ਆਪਣੀ ਸੁਰਤ ਦੀ ਕੜੀ ਜੋੜ ਲਈਏ ਸੱਚ ਦੇ ਨਾਲ, ਅਸੀਂ ਵੀ ਖੜੇ ਰਹਾਂਗੇ, ਅਸੀਂ ਵੀ ਸਟੈਂਡ ਕਰਾਂਗੇ, ਸਾਨੂੰ ਕੋਈ ਡੁਲਾ ਨਹੀਂ ਸਕਦਾ। ਕਬੀਰ ਨੂੰ ਇਹ ਗੰਗਾ ਨਹੀਂ ਡੁਲਾ ਸਕਦੀ, ਇਹ ਨਹੀਂ ਡੋਬ ਸਕਦੀ, ਕਿਉਂਕਿ ਜੰਜੀਰ ਬਾਂਧ ਕਰ ਖੜੇ, ਜੰਜੀਰ ਬੰਨ ਕੇ, ਸੁਰਤ ਦੀ ਕੜੀ ਜੋੜ ਕੇ। ਜੰਜੀਰ ਬਾਂਧ ਕਰ ਖੜੇ ਕਬੀਰ। ਅਗਲੀ ਪੰਕਤੀ, ਮਨ ਨਾ ਡਿੱਗੈ ਤਨ ਕਾਹੇ ਕਉ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ ਰਹਾਓ। ਫਿਰ ਕਹਿੰਦੇ ਅਸਲ ਦੇ ਵਿੱਚ ਨਾ ਕੌਣ ਲੋਕ ਡੋਲਦੇ ਨੇ, ਕਿਹੜੇ ਲੋਕ ਵਹਿਮਾਂ ਭਰਮਾਂ ਚ ਪੈਂਦੇ ਨੇ, ਜਿਨ੍ਹਾਂ ਦਾ ਮਨ ਕਮਜ਼ੋਰ ਹੁੰਦਾ ਹੈ। ਕਮਜ਼ੋਰ ਮਨ ਡੋਲੀ ਜਾਂਦਾ, ਜਿਵੇਂ ਕਮਜ਼ੋਰ ਸਰੀਰ ਹੋਵੇ ਡੋਲੀ ਜਾਂਦਾ ਨਾ, ਇਹਦੇ ਕਮਜ਼ੋਰ ਮਨ ਡੋਲੀ ਜਾਂਦਾ, ਡੋਲੀ ਜਾਂਦਾ। ਪਰ ਕਹਿੰਦੇ ਜਿਹਦਾ ਮਨ ਮਜ਼ਬੂਤ ਹੈ ਉਹ ਮਨ ਡਿੱਗਦਾ ਨਹੀਂ। ਮਨ ਨਾ ਡਿੱਗਾ ਤਨ ਕਾਹੇ ਕੋ ਡਰਾਏ, ਕਹਿੰਦੇ ਫਿਰ ਜੇ ਮਨ ਨਾ ਡਿੱਗੇ ਤੇ ਸਰੀਰ ਨੇ ਵੀ ਕੀ ਡਰਨਾ। ਮਨ ਮਜ਼ਬੂਤ ਹੈ ਸਰੀਰ ਵਿਚਲਾ ਤੇ ਤਨ ਨਹੀਂ ਡਰਦਾ, ਤਨ ਤੇ ਡਰ ਨਹੀਂ ਆਉਂਦਾ ਨਾ। ਇਸ ਕਰਕੇ ਸਾਡੇ ਮਨ ਤੇ ਤਨ ਠੀਕ ਹੈ, ਦੋਨੇ ਮਜ਼ਬੂਤ ਹੋਣ। ਆਪਾਂ ਕਹਿ ਲਓ ਤਨ ਮਜ਼ਬੂਤ ਹੋਵੇ ਭਾਵ ਕਿ ਪੌਸ਼ਟਿਕ ਭੋਜਨ ਖਾਈਏ, ਬੈਲੈਂਸ ਡਾਈਟ, ਜਿਸ ਭੋਜਨ ਵਿੱਚ ਲੋੜੀਂਦੇ ਤੱਤ ਹੋਣ, ਆਇਰਨ, ਵਿਟਾਮਿਨ, ਮਿਨਰਲਜ਼। ਤੇ ਮਨ ਨੂੰ ਮਜ਼ਬੂਤ ਰੱਖਣ ਵਾਸਤੇ ਗਿਆਨ ਦੀ ਖੁਰਾਕ ਖਾਈਏ। ਮਨ ਦੀ ਖੁਰਾਕ ਗਿਆਨ ਹੈ ਨਾ, ਤੇ ਮਨ ਮਜ਼ਬੂਤ ਹੋ ਜੂ। ਮਨ ਨੂੰ ਮਜ਼ਬੂਤ ਕੌਣ ਕਰੂ? ਤਨ ਨੂੰ ਮਜ਼ਬੂਤ ਕਰੂ। ਸ਼ੁੱਧ ਭੋਜਨ, ਪੌਸ਼ਟਿਕ ਭੋਜਨ ਕਹਿ ਲਓ, ਸੰਤੁਲਿਤ ਭੋਜਨ ਵੀ ਕਹਿ ਦਿੰਦੇ ਆ, ਅੰਗਰੇਜ਼ੀ ਚ ਬੈਲੈਂਸ ਡਾਈਟ ਕਹਿ ਦਿੰਦੇ ਆ। ਤੇ ਮਨ ਨੂੰ ਮਜ਼ਬੂਤ ਕੌਣ ਕਰੂਗਾ? ਬੋਲੋ। ਕਹਿੰਦੇ ਗੁਰੂ ਦਾ ਸ਼ਬਦ, ਜਿਉ ਮੰਦਰ ਕੋ ਥਾਮੈ ਥੰਮਣ, ਤਿਉ ਗੁਰ ਕਾ ਸ਼ਬਦ ਮਣੇ ਅਸ ਥੰਮਣ। ਜਿਵੇਂ ਮਕਾਨ ਨੂੰ ਪਿੱਲਰ ਦਾ ਸਹਾਰਾ, ਜਿਉ ਮੰਦਰ ਕੋ, ਮੰਦਰ ਦਾ ਅਰਥ ਇੱਥੇ ਮਕਾਨ, ਜਿਉ ਮੰਦਰ ਕੋ ਥਾਮੈ ਥੰਮਣ, ਥੰਮਣ ਦਾ ਥੰਮ ਪਿੱਲਰ, ਥੰਮਣਾ ਨਹੀਂ ਹੁੰਦਾ, ਥੰਮਣਾ ਕਹਿ ਲਓ, ਪਿੱਲਰ ਕਹਿ ਲਓ। ਏਦਾਂ ਮਨ ਦਾ ਥੰਮ ਕੀ ਹੈ? ਗੁਰੂ ਦਾ ਸ਼ਬਦ। ਜਿਹਦੇ ਕੋਲ ਗੁਰੂ ਦਾ ਸ਼ਬਦ ਹੈ, ਗੁਰੂ ਦਾ ਗਿਆਨ ਹੈ, ਉਹ ਨਹੀਂ ਡੋਲਦਾ ਮਨ। ਤੇ ਜੇ ਮਨ ਡੋਲਦਾ ਨਹੀਂ ਤੇ ਕਿਸੇ ਵਹਿਮ ਭਰਮ ਚ ਨਹੀਂ ਪੈਂਦਾ। ਡੋਲਿਆ ਹੋਇਆ ਮਨ ਹੀ ਭਰਮਾਂ ਚ ਪੈਂਦਾ ਨਾ। ਕਈਆਂ ਦਾ ਤਾਂ ਮਨ ਏਦਾਂ ਕਮਜ਼ੋਰ ਹੈ, ਮਾਤਾ ਜੀ ਭੈਣ ਜੀ ਖਿਆਲ ਕਰਨਾ, ਛਿੱਕ ਵੱਜੀ ਤੋਂ ਵੀ ਡੋਲ ਜਾਂਦਾ। ਗੱਲ ਤਾਂ ਨਿੱਕੀ ਜੀ ਨਾ ਧੀਏ, ਛਿੱਕ ਵੱਜ ਗਈ ਮਨ ਡੋਲ ਜਾਂਦਾ। ਸੱਚ ਜਾਣੋ ਗੱਲਾਂ ਕਹਿਣੀਆਂ ਪੈਂਦੀਆਂ, ਹੈ ਤਾਂ ਇਹ ਨਿੱਕੀਆਂ ਨਿੱਕੀਆਂ ਗੱਲਾਂ। ਕਿਸੇ ਕੰਮ ਜਾਣਾ ਹੋਵੇ ਨਾ, ਬੱਚੇ ਨੇ ਛਿੱਕ ਮਾਰਤੀ, ਕਈ ਮਾਈਆਂ ਤਾਂ ਢੇਰੀ ਢਾਹ ਦਿੰਦੀਆਂ, ਕਹਿੰਦੇ ਰਹਿਣ ਦਿਓ ਅੱਜ ਨਾ ਜਾਓ। ਕੀ ਹੋ ਗਿਆ? ਕਹਿੰਦੇ ਛਿੱਕ ਮਾਰਤੀ ਜਵਾਕ ਨੇ। ਅੱਜ ਨਹੀਂ ਕਹਿੰਦੇ ਕੰਮ ਹੁੰਦਾ, ਘਰ ਹੀ ਫੈਸਲਾ ਕਰ ਲਿਆ। ਅੱਜ ਤਾਂ ਮੁਸ਼ਕਲ ਹੈ। ਕਈ ਤਾਂ ਜਵਾਕ ਨੂੰ ਲੜੀ ਜਾਂਦੀਆਂ, ਕਹਿੰਦੇ ਛਿੱਕ ਕਾਹਤੇ ਮਾਰੀ ਵੀ, ਨੱਕ ਨੁੱਕ ਮਾਰ ਲੈਂਦਾ, ਛਿੱਕ ਮਾਰਤੀ। ਇਹ ਤਾਂ ਮੈਂ ਦੇਖੀ ਬੋਲਦੀ ਆਪਣੇ ਘਰਾਂ ਦੀਆਂ ਗੱਲਾਂ, ਆਪਾਂ ਘਰਾਂ 'ਚ ਹੀ ਰਹਿੰਦੇ ਸਾਰੇ ਹੁਣ। ਲੈ ਦੱਸੋ। ਸੋ ਇਹ ਹਾਲਤ ਹੈ ਮਨ ਦੀ। ਵੱਡੀਆਂ ਗੱਲਾਂ ਤਾਂ ਕਿੱਥੇ, ਵੱਡੀਆਂ ਮੁਸ਼ਕਲਾਂ ਦਾ ਕਿੱਥੇ ਹੱਲ ਕਰ ਲਓ, ਇਹਨੂੰ ਤਾਂ ਮੁਸ਼ਕਲ ਪੈ ਗਈ। ਸੋ ਗੱਲ ਚੱਲ ਰਹੀ ਸੀ ਵੀ ਜਿਹਦਾ ਮਨ ਕਮਜ਼ੋਰ ਹੈ, ਡੋਲਦਾ ਹੈ। ਡੋਲੇ ਹੋਏ ਮਨ ਵਾਲੇ ਚੇਲਿਆਂ ਕੋਲੇ ਜਾਂਦੇ ਨੇ, ਕਦੇ ਜੋਤਸ਼ੀਆਂ ਕੋਲੇ ਜਾਂਦੇ ਨੇ, ਹੱਥ ਦਿਖਾਉਂਦੇ ਆ, ਕਦੇ ਪੁੱਛ ਲੈਣ ਜਾਂਦੇ ਨੇ, ਕਦੇ ਲੱਸੀ ਪਾਉਣ ਜਾਂਦੇ ਨੇ, ਕਦੇ ਕਬਰ ਵੱਲ ਭਜਦੇ ਆ, ਕਦੇ ਸਮਾਧ ਵੱਲ ਭਜਦੇ ਆ, ਕਦੇ ਕਿਸੇ ਬਾਬੇ ਕੰਨੀ, ਕਿਸੇ ਬੂਬਣੇ ਕੰਨੀ, ਕਦੇ ਸਵਾਹ ਦੀ ਕੁੜੀ ਲਿਆਉਂਦੇ ਆ। ਇਹ ਜਿਹੜਾ ਮਨ ਜਿਹਦਾ ਡੋਲਦਾ ਹੈ ਨਾ, ਇਹ ਹਾਲਤ ਹੈ ਜੀ। ਪਰ ਜੇ ਮਨ ਨਾ ਡੋਲੇ, ਨਾ ਤਾਂ ਹੀ ਡੋਲੂ ਜੇ ਗਿਆਨ ਹੋ, ਫਿਰ ਡੋਲਦਾ ਨਹੀਂ।
ਇਸ ਕਰਕੇ ਤਨ ਵੀ ਮਜ਼ਬੂਤ ਹੋਵੇ ਸਾਡਾ, ਆਪਾਂ ਸਮਝ ਲਿਆ ਚਲੋ ਚੰਗੀ ਖੁਰਾਕ ਖਾਈਏ, ਹੱਡੀਆਂ ਮਜ਼ਬੂਤ ਹੋਣ, ਮਸਲਾਂ ਮਜ਼ਬੂਤ ਹੋਣ, ਤਾਂ ਕਿ ਸਰੀਰ ਭਾਰ ਚੁੱਕ ਸਕੇ। ਉਦਾਹਰਨ ਹੈ ਨਾ ਇੱਕ, ਸਰੀਰ ਦੀ ਇਮਿਊਨਿਟੀ ਵੀ ਮਜ਼ਬੂਤ ਹੋਵੇ। ਇਮਿਊਨਿਟੀ ਹੁੰਦੀ ਹੈ ਨਾ, ਐਂਟੀਬੋਡੀ ਪੈਦਾ ਕਰਦੀ ਹੈ, ਲੜਨ ਦੀ ਸ਼ਕਤੀ ਸਾਡੇ ਵਿੱਚ ਹੀ ਹੈ ਨਾ, ਉਹ ਵੀ ਤਕੜੀ ਹੋਵੇ, ਕੋਈ ਸ਼ੱਕ ਨਹੀਂ, ਉਹ ਵੀ ਤਕੜੀ ਹੋਵੇ ਤਾਂ ਕਿ ਬਿਮਾਰੀਆਂ ਦਾ ਮੁਕਾਬਲਾ ਕਰ ਸਕੇ ਸਰੀਰ। ਉਦਾਹਰਨ ਹੈ ਤਾਂ ਨਾ, ਇਦਾਂ ਹੀ ਮਨ ਹੈ। ਮਨ ਤੇ ਅੱਜ ਵੀ ਗੁਰੂ ਦੇ ਗਿਆਨ ਦਾ ਸਦਕਾ ਮਨ ਮਜ਼ਬੂਤ ਹੋਵੇ ਤੇ ਜ਼ਿੰਮੇਵਾਰੀਆਂ ਦਾ ਬੋਝ ਚੁੱਕ ਸਕੇ। ਉਹ ਕਹਿੰਦੇ ਜੇ ਕਹਿੰਦਾ ਮਨ ਨਹੀਂ ਚੱਕਣਾ ਨਾ, ਆਪਣੀ ਮਾੜੀ ਜੀ ਕੋਈ ਜ਼ਿੰਮੇਵਾਰੀ ਆਪ ਹੀ ਢਾਂਚੇ ਦੀ ਢਾਲਦਾ, ਕਿਵੇਂ ਜੇ ਕਰਾਂਗੇ, ਕਿਵੇਂ ਹੋਊਗਾ, ਹਾਂ ਇਦਾਂ ਉਹ ਘਬਰਾ ਜਾਂਦੇ, ਮਾਨਸਿਕ ਰੋਗੀ ਹੋ ਜਾਂਦੇ ਨੇ ਜ਼ਿੰਮੇਵਾਰੀਆਂ ਦੇ ਬੋਝ 'ਚ। ਮਨ ਮਜ਼ਬੂਤ ਹੋਵੇ ਤਾਂ ਕਿ ਜ਼ਿੰਮੇਵਾਰੀਆਂ ਦਾ ਬੋਝ ਚੁੱਕ ਸਕੇ। ਜਿਵੇਂ ਤਨ ਦੀ ਇਮਿਊਨਿਟੀ ਤਕੜੀ ਹੋਵੇ, ਇਦਾਂ ਮਨ ਦੀ ਇਮਿਊਨਿਟੀ ਕੀ ਹੈ ਵੀ ਮਨ ਮਜ਼ਬੂਤ ਹੋਵੇ, ਮੁਸ਼ਕਲਾਂ ਨਾਲ ਲੜ ਸਕੇ, ਮੁਸ਼ਕਲ ਦਾ ਹੱਲ ਲੱਭ ਸਕੇ, ਮੁਸ਼ਕਲ ਦਾ ਹੱਲ ਲੱਭ ਸਕੇ, ਮੁਸ਼ਕਲ ਨਾਲ ਲੜ ਸਕੇ, ਮੁਸ਼ਕਲ ਵਿੱਚ ਘਬਰਾਵੇ ਨਾ, ਤਾਂ ਉਹ ਮਜ਼ਬੂਤ ਹੈ ਮਨ। ਇਸ ਕਰਕੇ ਮਨ ਮਜ਼ਬੂਤ ਹੁੰਦਾ ਗੁਰੂ ਦੇ ਗਿਆਨ ਨਾਲ, ਗੁਰੂ ਦੇ ਸ਼ਬਦ ਨਾਲ। ਤੇ ਜੇ ਮਨ ਨਾ ਡਿੱਗੇ ਤੇ ਫਿਰ ਤਨ ਨੇ ਵੀ ਕੀ ਕਰਨਾ। ਜੇ ਮਨ ਨਹੀਂ ਡੋਲਦਾ, ਤਨ ਦਾ ਡਰ ਕੀ ਹੁੰਦਾ ਹੈ ਵੀ ਫਿਰ ਧੜਕਣ ਨਹੀਂ ਵੱਧਦੀ, ਬਲੱਡ ਪ੍ਰੈਸ਼ਰ ਨਹੀਂ ਵੱਧਦਾ, ਬੇਚੈਨੀ ਨਹੀਂ ਹੁੰਦੀ, ਧੁੰਨੀ ਕੋਲੋਂ ਹੌਲ ਜੇ ਨਹੀਂ ਪੈਂਦੇ। ਡਾਕਟਰਾਂ ਕੋਲ ਕਹਿੰਦੇ ਨਾ ਜਾ ਕੇ, ਇਹਦਾ ਮਨ ਡਰਦਾ ਹੈ ਤੇ ਤਨ ਤੇ ਵੀ ਅਸਰ ਹੁੰਦਾ ਹੈ ਨਾ, ਬੇਚੈਨੀ ਰਹਿੰਦੀ ਹੈ, ਘਬਰਾਹਟ ਰਹਿੰਦੀ ਹੈ, ਕਹਿੰਦੇ ਧੁੰਨੀ ਕੋਲੋਂ ਹੌਲ ਜੇ ਪੈਂਦੇ ਆ, ਜਲਦੀ ਧੜਕਣ ਜੀ ਵੱਧ ਜਾਂਦੀ ਹੈ, ਕਦੇ ਕਦੇ ਤੌਣੀ ਜੀ ਆ ਜਾਂਦੀ ਹੈ। ਤੌਣੀ ਨਹੀਂ ਕਹਿੰਦੇ ਹੁੰਦੇ ਉਹਨੂੰ, ਇੱਕਦਮ ਮੁੜਕਾ ਜਾ ਜਾਂਦਾ ਸਰੀਰ ਨੂੰ, ਸਵੈਟਿੰਗ ਇਦਾਂ ਹੁੰਦਾ ਬਹੁਤ। ਉਹ ਸੱਚ ਜਾਣੋ ਤੁਸੀਂ, ਕਹਿੰਦੇ ਤੌਣੀ ਆ ਜਾਂਦੀ ਹੈ। ਦੱਸੋ ਕਿਉਂਕਿ ਮਨ ਕਮਜ਼ੋਰ ਹੈ ਤਾਂ ਤਨ ਵੀ ਡਰ ਰਿਹਾ, ਸਰੀਰ ਵੀ ਡਰਦਾ ਹੈ। ਜੇ ਮਨ ਮਜ਼ਬੂਤ ਹੈ, ਸਰੀਰ ਨੇ ਵੀ ਕੀ ਡਰਨਾ। ਉਦਾਹਰਨ ਲੈ ਲਓ ਇਤਿਹਾਸਕ, ਭਾਈ ਮਤੀ ਦਾਸ ਦੇ ਸਾਹਮਣੇ ਬਹਿ ਕੇ ਜਲਾਦ ਆਰਾ ਤਿੱਖਾ ਕਰਦੇ ਆ ਮਤੀ ਦਾਸ ਨੂੰ ਚੀਰਨ ਵਾਸਤੇ। ਹਾਲਾਤ ਬੜੇ ਭਿਆਨਕ ਨੇ ਬਾਹਰ, ਦੇਖੋ ਆਮ ਆਪਣੇ ਵਰਗਾ ਬੰਦਾ ਹੋਵੇ ਤਾਂ ਬਹਿਲ ਕੇ ਮਰ ਜੇ ਵੀ ਹਾਏ ਹੁਣ ਮੈਨੂੰ ਚੀਰਨਗੇ। ਪਰ ਭਾਈ ਮਤੀ ਦਾਸ ਦਾ ਮਨ ਕਿੰਨਾ ਮਜ਼ਬੂਤ ਹੈ, ਗੁਰੂ ਦੇ ਸਿੱਖ ਦਾ, ਚੀਰਨ ਵਾਸਤੇ ਆਰਾ ਤਿੱਖਾ ਹੋਈ ਜਾਂਦਾ ਹੈ। ਭਾਈ ਮਤੀ ਦਾਸ ਨੂੰ ਕੋਈ ਘਬਰਾਹਟ ਨਹੀਂ, ਕੋਈ ਬੇਚੈਨੀ ਨਹੀਂ, ਕੋਈ ਮੁੜਕਾ ਨਹੀਂ ਆਇਆ, ਕੋਈ ਧੜਕਣ ਨਹੀਂ ਵਧੀ। ਸਗੋਂ ਪੁੱਛਿਆ ਜਲਾਦਾਂ ਨੇ, ਮਤੀ ਦਾਸ ਆਖਰੀ ਖਾਹਿਸ਼ ਦੱਸ ਤੇਰੀ ਕੀ ਹੈ? ਕਹਿੰਦਾ ਜਦੋਂ ਚੱਲਿਆ ਸੀ ਸਤਿਆਰਾ, ਮੇਰਾ ਮੁਖ ਗੁਰ ਪਿੰਜਰੇ ਵੱਲ ਹੋ ਗਿਆ। ਜਦੋਂ ਤੁਸੀਂ ਮੈਨੂੰ ਚੀਰਨਾ ਨਾ, ਮੇਰਾ ਮੂੰਹ ਗੁਰੂ ਦੇ ਪਿੰਜਰੇ ਵੱਲ ਕਰ ਦਿਓ। ਗੁਰੂ ਤੇਗ ਬਹਾਦਰ ਸਾਹਿਬ ਨੇ ਪਿੰਜਰੇ 'ਚ ਕੈਦ ਕੀਤਾ ਹੋਇਆ ਸੀ ਨਾ, ਕਹਿੰਦੇ ਮੇਰਾ ਮੁਖ ਨਾ ਗੁਰੂ ਦੇ ਪਿੰਜਰੇ ਵੱਲ ਕਰ ਦਿਓ, ਉਹਨੂੰ ਚੀਰੇ ਬਸ, ਹੋਰ ਮੈਨੂੰ ਕੁਛ ਨਹੀਂ ਚਾਹੀਦਾ। ਸੋ ਕਹਿਣ ਦਾ ਭਾਵੇਂ ਤਾਂ ਉਦਾਹਰਨ ਸੀ ਨਾ ਵੀ ਜਿਹਦਾ ਮਨ ਮਜ਼ਬੂਤ ਹੈ, ਤੇ ਆਪਾਂ ਤਾਂ ਥੋੜੀ ਜਿਹੀ ਮੁਸ਼ਕਲ ਆ ਜਾਵੇ ਘਬਰਾ ਜਾਂਦੇ ਹਾਂ। ਸੋ ਜਿਹਦਾ ਮਨ ਮਜ਼ਬੂਤ ਹੈ, ਮਨ ਡਿੱਗਦਾ ਨਹੀਂ, ਮਨ ਡਿੱਗਦਾ ਨਹੀਂ ਤੇ ਤਨ ਨੇ ਕੀ ਡਰਨਾ, ਉਹ ਕਦੇ ਵੀ ਕਿਸੇ ਵਹਿਮ ਭਰਮ ਚ ਨਹੀਂ ਪੈਂਦੇ। ਜਿਨ੍ਹਾਂ ਦਾ ਮਨ ਮਜ਼ਬੂਤ ਹੈ, ਨਾ ਕਿਸੇ ਜੋਤਸ਼ੀ ਕੋਲੇ ਜਾਂਦੇ ਆ, ਨਾ ਕਿਸੇ ਚੇਲੇ ਕੋਲੇ, ਨਾ ਕਿਸੇ ਬੂਬਣੇ ਕੋਲੇ, ਨਾ ਕਿਸੇ ਡੇਰੇ ਵਾਲੇ ਕੋਲੇ, ਜਾਂਦੇ ਨਹੀਂ ਕਿਤੇ। ਉਹ ਬਸ ਉਹ ਬਾਣੀ ਨਾਲ ਜੁੜੇ ਆ, ਗਿਆਨ ਨਾਲ ਜੁੜੇ ਆ, ਗਿਆਨ ਦੀ ਗੱਲ ਸੁਣਦੇ ਆ, ਗਿਆਨ ਦੀ ਗੱਲ ਕਮਾਉਂਦੇ ਆ, ਦੂਜੇ ਪਾਸੇ ਮੂੰਹ ਕਰਦੇ ਹੀ ਨਹੀਂ, ਮੰਨਦੇ ਆ ਗੱਲ ਨੂੰ। ਪ੍ਰਮਾਣ ਵੀ ਲੈ ਲਓ, ਮੰਨੈ ਮੂੰਹ ਚੋਟਾਂ ਨਾ ਖਾਏ। ਜਿਹੜੇ ਮੰਨਦੇ ਆ ਉਹ ਭਾਈ ਦੂਜੇ ਪਾਸੇ ਮੂੰਹ ਕਰਕੇ ਚੋਟਾਂ ਨਹੀਂ ਖਾਂਦੇ, ਤੇ ਮੂੰਹ ਚੱਕਦੇ ਹੀ ਨਹੀਂ ਕਿਸੇ ਪਾਸੇ। ਉਹ ਕਿੰਨੀਆਂ ਸਪਸ਼ਟ ਗੱਲਾਂ ਬਾਣੀ 'ਚ। ਜਪਜੀ ਸਾਹਿਬ 'ਚ ਰੋਜ਼ ਪੜ੍ਹਦੇ ਆ, ਵਿਚਾਰ ਘੱਟ ਕਰਦੇ ਆ ਆਪਾਂ। ਜਿਹੜਾ ਮੰਨਦਾ ਉਹਦੀ ਨਿਸ਼ਾਨੀ ਹੈ ਉਹ ਮੂੰਹ ਕਰਦਾ ਦੂਜੇ ਪਾਸੇ, ਹੈ ਉਹ ਮੂੰਹ ਚੱਕੀ ਤੁਰੇ ਫਿਰਦੇ ਹੈ, ਉਹ ਨਹੀਂ ਮੂੰਹ ਕਰਦੇ ਕਿਸੇ ਪਾਸੇ। ਜਦੋਂ ਕਿਸੇ ਪਾਸੇ ਮੂੰਹ ਕਰਨਾ ਹੀ ਨਹੀਂ ਤੇ ਚੋਟਾਂ ਪੈਣੀਆਂ ਹੀ ਨਹੀਂ। ਚੋਟਾਂ ਤਾਂ ਉਦੋਂ ਪੈਣਗੀਆਂ, ਖਿਆਲ ਕਰਨਾ ਮਾਤਾ ਜੀ, ਜਿਸ ਵੇਲੇ ਮੂੰਹ ਚੱਕਾਂਗੇ ਕਿਸੇ ਪਾਸੇ ਨੂੰ। ਜਦੋਂ ਆਪਾਂ ਜਾਣੇ ਨਹੀਂ ਕਿਤੇ, ਆਪਾਂ ਨੂੰ ਚੋਟਾਂ ਕਾਹਦੀਆਂ ਪੈਣਗੀਆਂ? ਆਪਾਂ ਲੁੱਟ ਕੇ ਕਿਵੇਂ ਖਾਓ, ਕੋਈ ਆਪਾਂ ਜਾਂਦੇ ਨਹੀਂ। ਗਿਆਨਵਾਨ ਨਹੀਂ ਕਿਤੇ ਜਾਂਦੇ, ਐਵੇਂ ਤੁਰੇ ਫਿਰਦੇ। ਬਸ ਉਹ ਤਾਂ ਗੁਰੂ ਦੀ ਬਾਣੀ ਸਤਸੰਗ ਕਰਦੇ ਆ, ਆਪਣਾ ਜ਼ਿੰਮੇਵਾਰੀਆਂ ਨਿਭਾਉਂਦੇ ਆ, ਜੁੜੇ ਰਹਿੰਦੇ ਨੇ, ਜਿੰਨਾ ਹੋ ਸਕੇ ਲੋੜਵੰਦ ਦੀ ਮਦਦ ਕਰਦੇ ਆ, ਮਾਲਕ ਨੂੰ ਹਰ ਵੇਲੇ ਹਰ ਥਾਂ ਅੰਗ ਸੰਗ ਮਹਿਸੂਸ ਕਰਦੇ ਆ। ਸੌਖੀਆਂ ਗੱਲਾਂ, ਤੋੜੀ ਐਵੇਂ ਤੁਰੇ ਫਿਰਦੇ। ਸੋ ਜੇ ਇਹ ਜੀਵਨ ਬਣਾਉਣਾ ਤੇ ਪੱਕਾ ਕਰ ਲਓ ਇਹਨਾਂ ਗੱਲਾਂ। ਸੋ ਆਪਾਂ ਸਮਝ ਰਹੇ ਸੀ ਮਨ ਦਾ ਡਿੱਗਣਾ ਉਨੀ ਤੱਕ ਆ ਜਿੰਨੀ ਦੇਰ ਤੱਕ ਮਨ 'ਚ ਭਰਮ ਹੈ। ਪ੍ਰਮਾਣ ਹੋਰ ਆ ਗਿਆ ਧਿਆਨ 'ਚ, ਡਿੱਗਣ ਡੋਲਾ ਤਉ ਲਓ, ਡਿੱਗਣ ਡੋਲਾ ਤਉ ਲਓ,
ਜੋ ਮਣ ਕੇ ਭਰਮਾਂ ਭਰਮ ਕਾਟੇ ਗੁਰ ਆਪਣੇ ਕੀਨੇ ਵਿਸਰਾਮਾ। ਕਹਿੰਦੇ ਇਹ ਡਿੱਗਣ ਡੋਲਾ ਉਨੀ ਦੇਰ ਤੱਕ ਹੀ ਹੈ। ਡਿੱਗਣ ਡੋਲਾ ਤਾਊ ਲਾਉ ਦਾ ਮਤਲਬ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਮਨ ਚ ਕੋਈ ਭਰਮ ਹੈ। ਜੋ ਮਣ ਕੇ ਭਰਮਾਂ ਭਰਮ ਕਾਟੇ ਗੁਰ ਆਪਣੇ 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 ਗੁਰੂ ਜੀ ਨੇ ਭਰਮ ਕੱਟਤੇ ਸਾਰੇ। ਭਰਮ ਕਾਟੇ ਗੁਰ ਆਪਣੇ ਕੀਨੇ ਵਿਸਰਾਮਾ। ਫਿਰ ਮਨ ਨੇ ਵਿਸ਼ਰਾਮ ਪਾ ਲਿਆ। ਵਿਸ਼ਰਾਮ ਮੀਨ ਟਿਕਾ ਟਿਕ ਗਿਆ ਮਨ। ਟਿਕਿਆ ਹੋਇਆ ਮਨ ਸੁਖੀ ਤੇ ਸ਼ਾਂਤ ਹੁੰਦਾ ਹੈ। ਭਟਕਿਆ ਹੋਇਆ ਮਨ ਦੁਖੀ ਤੇ ਅਸ਼ਾਂਤ ਹੁੰਦਾ ਹੈ। ਨਹੀਂ ਤਾਂ ਕਿਸੇ ਵੀ ਤਰੀਕੇ ਨਾਲ ਮਨ ਦੀ ਸ਼ਾਂਤੀ ਨਹੀਂ ਮਿਲਦੀ, ਪੀਸ ਆਫ ਮਾਈਂਡ। ਬਸ ਜਦੋਂ ਗਿਆਨ ਨਹੀਂ ਟਿਕ ਗਿਆ ਨਾ ਮਨ, ਬਸ ਸ਼ਾਂਤੀ ਆ ਗਈ, ਸ਼ਾਂਤੀ ਆ ਗਈ। ਇਸ ਕਰਕੇ ਭਰਮ ਕਾਟੇ ਗੁਰ ਆਪਣੇ ਕੀਨੇ ਵਿਸਰਾਮਾ ਸਿੱਧਕ ਕਰ ਲਿਆ ਆਪਾਂ। ਸੋ ਮਨ ਕਰਕੇ ਭਾਈ ਡੋਲਿਆ ਨਾ ਕਰੋ, ਗੁਰਬਾਣੀ ਦੇ ਗਿਆਨ ਨੂੰ ਸਮਝੋ ਤੇ ਭਰਮਾਂ ਨੂੰ ਕੱਢੋ। ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ। ਹੁਣ ਸ਼ਬਦ ਤੇ ਆ ਗਏ, ਆਪਾਂ ਜੁੜੇ ਰਹੋ ਸ਼ਬਦ ਨਾਲ। ਇਹ ਤਾਂ ਬਾਰ-ਬਾਰ ਕਹਿੰਦੇ ਵੀ ਵਿਆਖਿਆ ਦੇ ਵਿੱਚ ਨਾ ਹੋਰ ਪ੍ਰਮਾਣ ਬਹੁਤ ਆ ਜਾਂਦੇ ਆ। ਮੂਲ ਪੰਗਤੀ ਧਿਆਨ ਚ ਰੱਖਣੀ ਹੁੰਦੀ ਹੈ ਸ਼ਬਦ ਦੀ, ਵੀ ਇਸ ਪੰਗਤੀ ਤੇ ਵਿਆਖਿਆ ਕਰ ਰਹੀ ਹੈ। ਦੁਬਾਰੇ ਤੁਹਾਨੂੰ ਜੋੜਾ ਸ਼ਬਦ ਨਾ ਇੰਨੀ ਵਿਆਖਿਆ ਹੋ ਚੁੱਕੀ ਹੈ। ਗੰਗ ਕੁਸਾਇਨ ਗਹਿਰ ਗੰਭੀਰ ਜੰਜੀਰ ਬਾਂਧ ਕਰ ਖਰੇ ਕਬੀਰ। ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ। ਇੱਥੋਂ ਤੱਕ ਵਿਚਾਰ ਹੋ ਚੁੱਕੀ ਹੈ। ਜੀ ਮਨ ਨਾ ਡੋਲੇ ਤੇ ਤਨ ਨੇ ਵੀ ਕੀ ਡਰਨਾ ਹੈ। ਤਨ ਨੇ ਕਿਆ ਡਰਨਾ ਹੈ, ਕਾਹੇ ਕੋ ਡਰਾਏ। ਚਾਰਨ ਕਮਲ ਚਿਤ ਰਹਿਓ ਸਮਾਏ ਰਹਾਓ। ਜਿਸ ਮਨੁੱਖ ਦਾ ਚਿੱਤ ਕਹਿ ਲੋ, ਮਨ ਕਹਿ ਲੋ, ਪਰਮੇਸ਼ਰ ਦੇ ਸੋਹਣੇ ਚਰਨ ਕਮਲਾਂ ਵਿੱਚ ਸਮਾਇਆ ਰਹਿੰਦਾ ਹੈ, ਕਹਿੰਦੇ ਉਹਦਾ ਮਨ ਨਹੀਂ ਡਿੱਗਦਾ ਤੇ ਉਹਦਾ ਤਨ ਵੀ ਨਹੀਂ ਡਰਦਾ। ਚਾਰਨ ਕਮਲ ਚਿਤ ਰਹਿਓ ਸਮਾਏ। ਚਾਰਨ ਕਮਲ ਕਿਹੜੇ ਹੁੰਦੇ ਆ ਪਰਮੇਸ਼ਰ ਦੇ? ਵੀ ਪਰਮੇਸ਼ਰ ਦੀ ਹੋਂਦ ਨੂੰ ਮਹਿਸੂਸ ਕਰਨਾ, ਉਹਨੂੰ ਅੰਗ ਸੰਗ ਮਹਿਸੂਸ ਕਰਨਾ। ਪਰਮੇਸ਼ਰ ਦੇ ਚਰਨ ਹੱਡ ਮਾਸ ਦੇ ਤਾਂ ਕੋਈ ਹੈ ਨਹੀਂ। ਇਹਦਾ ਭਾਵ ਹੁੰਦਾ ਬਾਣੀ ਦਾ। ਗੁਰਬਾਣੀ ਕਾਵ ਰੂਪ ਚ ਹੈ ਨਾ, ਪੋਇਟਰੀ ਕਾਵ ਰੂਪ ਦੇ ਭਾਵ ਅਰਥ ਹੁੰਦੇ ਆ। ਚਰਨ ਤੇ ਸਮਝਣ ਵਾਸਤੇ ਕਹਦੇ ਮੈਂ, ਚਲੋ ਗੱਲ ਪਕੜ ਕਾ ਜੀ। ਪਰਮੇਸ਼ਰ ਦੇ ਚਰਨ ਹੱਡ ਮਾਸ ਦੇ ਨਹੀਂ, ਕਿਉਂਕਿ ਪਰਮੇਸ਼ਰ ਕੋਈ ਵਿਅਕਤੀ ਨਹੀਂ। ਪਰਮੇਸ਼ਰ ਤਾਂ ਸਰਵ ਵਿਆਪਕ ਸ਼ਕਤੀ ਹੈ। ਇਸ ਕਰਕੇ ਉਹਦੇ ਚਰਨ ਕਿਹੜੇ ਨੇ? ਉਹਦੀ ਹੋਂਦ। ਹੋਂਦ ਸਮਝ ਗਏ ਨਾ, ਵਜੂਦ, ਸਤਾ, ਰੈਜ਼ਿਸਟੈਂਸ। ਜਿਵੇਂ ਆਪਣਾ ਸਰੀਰ ਹੈ, ਇਹ ਪੈਰਾਂ ਦੇ ਸਹਾਰੇ ਤੁਰਦਾ ਹੈ ਨਾ। ਤੁਰਦਾ ਕਹਿ ਲੋ, ਖੜਦਾ, ਬਹਿੰਦਾ, ਉੱਠਦਾ, ਫਿਰਦਾ ਕਹਿ ਲੋ, ਚੱਲ। ਜਿਵੇਂ ਸਰੀਰ ਨੂੰ ਪੈਰਾਂ ਦਾ ਸਹਾਰਾ ਹੁੰਦਾ ਹੈ, ਚਰਨ ਕਹਿੰਦੇ ਆਪਾਂ, ਏਦਾਂ ਸਾਰਾ ਪਸਾਰਾ ਪਰਮੇਸ਼ਰ ਦੀ ਹੋਂਦ ਸਹਾਰੇ ਹੈ। ਸੋ ਚਰਨਾਂ ਦਾ ਅਰਥ ਕੀ ਬਣ ਗਿਆ? ਹੋਂਦ ਦਾ ਸਹਾਰਾ। ਸਹਾਰੇ ਨੂੰ ਕੀ ਕਹਿੰਦੇ? ਚਰਨ। ਭਾਵ ਅਰਥ ਲੈਣਾ। ਸੋ ਜੋ ਵੀ ਪਸਾਰਾ ਹੈ, ਇਹਨੂੰ ਸਹਾਰਾ ਕਿਹਦਾ ਹੈ? ਮਾਲਕ ਦੀ ਹੋਂਦ ਦਾ। ਇਸ ਕਰਕੇ ਮਾਲਕ ਦੀ ਹੋਂਦ ਹੀ ਮਾਲਕ ਜੀ ਦੇ ਚਰਨ ਹਨ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ। ਨਾਮ ਮੀਨ ਮਾਲਕ ਦੀ ਹੋਂਦ। ਜੇਤਾ ਕੀਤਾ ਤੇਤਾ ਨਾਉ, ਬਿਨ ਨਾਮੈ ਨਾਹੀ ਕੋ ਥਾਂ। ਸੋ ਪਰਮੇਸ਼ਰ ਦੀ ਹੋਂਦ ਨੂੰ ਮਹਿਸੂਸ ਕਰਨਾ ਹੀ ਪਰਮੇਸ਼ਰ ਦੇ ਚਰਨਾਂ ਨਾਲ ਜੁੜਨਾ ਹੈ। ਇੰਨੀ ਗੱਲ ਸਮਝ ਆ ਗਈ। ਭਾਵ ਕਿ ਜਿਹੜੇ ਮਾਲਕ ਪਰਮੇਸ਼ਰ ਨੂੰ ਅੰਗ ਸੰਗ ਮਹਿਸੂਸ ਕਰਦੇ ਨੇ, ਜਿਨ੍ਹਾਂ ਦਾ ਚਿੱਤ ਮਾਲਕ ਦੇ ਚਰਨਾਂ ਵਿੱਚ ਸਮਾਇਆ ਰਹਿੰਦਾ ਹੈ, ਬਸ ਉਹਨਾਂ ਨੇ ਕੀ ਡੋਲਣਾ, ਕੀ ਡਰਨਾ। ਇੰਨੀ ਵਿਆਖਿਆ ਹੋ ਗਈ। ਮਨ ਨਾ ਡਿੱਗੈ ਤਨ ਕਾਹੇ ਕਉ ਡਰਾਏ। ਚਰਨ ਕਮਲ ਚਿਤ ਰਹਿਓ ਸਮਾਏ ਰਹਾਓ। ਅਗਲੀ ਪੰਕਤੀ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਕਹਿੰਦੇ ਜਿਹੜੀ ਗੰਗਾ ਦੀ ਲਹਿਰ ਹੈ ਨਾ, ਮਨੂਵਾਦੀ ਰੀਤਾਂ, ਮਨੂਵਾਦੀ ਰੀਤਾਂ ਨਾਲ ਮੇਰਾ ਸੰਬੰਧ ਟੁੱਟ ਗਿਆ। ਮਨੂਵਾਦੀ ਰੀਤਾਂ ਨਾਲੋਂ ਕੜੀ ਤੋੜ ਲਈ ਤੇ ਪਰਮੇਸ਼ਰ ਨਾਲ ਕੜੀ ਜੋੜ ਲਈ। ਉਧਰ ਜੁੜ ਗਈ, ਜੰਜੀਰ ਬਾਂਧ ਕਰ, ਇਧਰੋਂ ਤੋੜ ਲਈ। ਜਿਵੇਂ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਮਾਲਕ ਜੀ ਸੱਚੀ ਪ੍ਰੀਤ ਸੀ ਤੇਰੇ ਨਾਲ ਜੋੜ ਲਈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਤੁਮ ਸਿਓ ਜੋਰ ਅਵਰ ਸੰਗ ਤੋਰੀ। ਜੋ ਸੱਚ ਨਾਲ ਅਟੈਚ ਹੋ ਗਿਆ ਤੇ ਝੂਠ ਨਾਲ ਡਿਟੈਚ ਤਾਂ ਹੋਣਾ ਹੀ ਹੋਣਾ। ਇਹ ਨਹੀਂ ਹੋ ਸਕਦਾ ਸੱਚ ਨਾਲ ਵੀ ਜੁੜ ਗਿਆ ਤੇ ਝੂਠ ਨਾਲ ਵੀ ਜੁੜਿਆ। ਅਟੈਚਮੈਂਟ ਤਾਂ ਡਿਟੈਚਮੈਂਟ ਤਾਂ ਹੋਗੀ ਨਾ। ਇਸ ਕਰਕੇ ਝੂਠ ਨਾਲ ਉਹ ਟੁੱਟ ਗਈ, ਸੱਚ ਨਾਲ ਜੁੜ ਗਈ। ਇੱਥੇ ਕਬੀਰ ਸਾਹਿਬ ਨੇ ਇਹੀ ਗੱਲ ਕਹਿਤੀ।
ਕਿ ਬਾਣੀ ਚੋਂ ਸਮਝਣਾ ਹੁੰਦਾ ਨਾ। ਜਿੱਦਾਂ ਭਗਤ ਬਲਾਸ ਜੀ ਮਹਾਰਾਜ ਕਹਿੰਦੇ ਸੱਚ ਨਾਲ ਜੁੜ ਗਈ ਝੂਠ ਨਾਲ ਟੁੱਟ ਗਈ। ਇਸ ਸ਼ਬਦ ਵਿੱਚ ਕਬੀਰ ਸਾਹਿਬ ਕਹਿੰਦੇ ਸੁਰਤ ਦੀ ਕੜੀ ਮਾਲਕ ਨਾਲ ਜੁੜ ਗਈ, ਸੱਚ ਨਾਲ ਜੁੜ ਗਈ ਤੇ ਗੰਗਾ ਦੀ ਲਹਿਰ ਨਾਲ ਸੰਬੰਧ ਟੁੱਟ ਗਿਆ। ਮੇਰਾ ਤਾਂ ਕੋਈ ਸੰਬੰਧ ਹੀ ਨਹੀਂ ਰਿਹਾ। ਪੰਡਤ ਮੁੱਲਾ ਜੋ ਲਿਖਦੀ ਆ ਛਾਂਟ ਚੱਲੇ ਹਮ ਕਛੂ ਨਾ ਲਿਆ। ਤੁਸੀਂ ਮੰਨਦੇ ਹੀ ਨਹੀਂ ਕਿਸੇ ਦੀ ਗੱਲ ਹੋਰ। ਸੋ ਕਬੀਰ ਸਾਹਿਬ ਕਹਿੰਦੇ ਗੰਗਾ ਦੀ ਲਹਿਰ ਦੇ ਨਾਲ ਤਾਂ ਮੇਰਾ ਸੰਬੰਧ ਟੁੱਟ ਗਿਆ, ਸਾਰੀਆਂ ਕੜੀਆਂ ਟੁੱਟ ਗਈਆਂ, ਕੋਈ ਲੈਣਾ ਦੇਣਾ ਹੀ ਨਹੀਂ ਸਾਡਾ ਕਿਸੇ ਪਖੰਡ, ਕਿਸੇ ਬਾਦ ਨਾਲ, ਕਿਸੇ ਮਨੂਵਾਦੀ ਰੀਤ ਨਾਲ। ਮਨੂਵਾਦੀ ਰੀਤਾਂ ਨਾਲ ਟੁੱਟ ਗਈ ਤੇ ਸੱਚ ਨਾਲ ਜੁੜ ਗਈ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਹੁਣ ਤਾਂ ਕਹਿੰਦੇ ਆਪਣਾ ਨਾਮ ਲੈ ਕੇ ਕਹਿੰਦੇ ਨੇ, ਕਹਿੰਦੇ ਹੁਣ ਤਾਂ ਕਬੀਰ ਆਪਣੇ ਆਪੇ ਦੇ ਆਸਣ ਦੇ ਉੱਤੇ ਏਦਾਂ ਵਿਰਾਜਮਾਨ ਹੋ ਗਿਆ, ਆਪਣੇ ਹਿਰਦੇ ਦੇ ਸਿੰਘਾਸਣ ਤੇ, ਜਿਵੇਂ ਕਿਹਾ ਜਾਂਦਾ ਬਾਹਰੀ ਰੂਪ ਦੇ ਵਿੱਚ ਵੀ ਕੋਈ ਰੱਬ ਦਾ ਪਿਆਰਾ ਮ੍ਰਿਗਸ਼ਾਲਾ ਤੇ ਬੈਠਾ ਹੈ। ਹੁਣ ਤਾਂ ਕਬੀਰ ਏਦਾਂ ਆਪਣੇ ਆਪੇ ਤੇ, ਆਪੇ ਦੇ ਆਸਣ ਤੇ, ਅਵਨਾਸੀ ਸੁੱਖ ਆਪਣਾ ਆਸਣ, ਆਪੇ ਦਾ ਆਸਣ ਹੈ। ਕਹਿੰਦੇ ਹੁਣ ਤਾਂ ਜਿਵੇਂ ਕੋਈ ਮ੍ਰਿਗਸ਼ਾਲਾ ਤੇ ਬੈਠਾ ਹੁੰਦਾ ਹੈ, ਤਾਂ ਕਬੀਰ ਆਪਣੇ ਆਪੇ ਦੇ ਆਸਣ ਤੇ ਬੈਠਾ ਹੈ। ਮੇਰਾ ਆਪਾ ਹੀ ਮੇਰੀ ਮ੍ਰਿਗਸ਼ਾਲਾ ਹੈ, ਜਿੱਥੋਂ ਕੋਈ ਡਲਾ ਹੀ ਨਹੀਂ ਸਕਦਾ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਅਗਲੀ ਪੰਕਤੀ, ਕਹੈ ਕਬੀਰ ਕੋ ਸੰਗ ਨਾ ਸਾਥ। ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਕੋਈ ਵੀ ਕਰਮਕਾਂਡ ਜਿੰਦ ਦੀ ਮਦਦ ਨਹੀਂ ਕਰਦਾ। ਕੋਈ ਜਿੰਦ ਦੀ ਮਦਦ ਨਹੀਂ ਕਰਦਾ, ਕੋਈ ਸੰਗੀ ਸਾਥੀ ਨਹੀਂ ਬਣਦਾ। ਜਿੰਨਾ ਮਰਜ਼ੀ ਤੁਸੀਂ ਵਹਿ ਭਰਮ ਕਰਮਕਾਂਡ ਕੀਤੇ ਹੈ, ਮਦਦ ਨਹੀਂ ਕਰਦਾ। ਜਿੰਦ ਨੂੰ ਸਹਾਰਾ ਨਹੀਂ ਮਿਲਦਾ। ਪਾਣੀ ਵਿੱਚ ਕਿਸੇ ਨੇ ਜਿੰਨੇ ਮਰਜ਼ੀ ਨਾਰੀਅਲ ਸੁੱਟੇ, ਜਿੰਦ ਨੂੰ ਕੋਈ ਸਹਾਰਾ ਨਹੀਂ ਮਿਲਣਾ। ਭਾਵੇਂ ਮੰਗਲਵਾਰ ਨੂੰ ਬਾਂਦਰਾਂ ਨੂੰ ਲੱਡੂ ਖਵਾਏ, ਜਿੰਦ ਨੂੰ ਕੋਈ ਸਹਾਰਾ ਨਹੀਂ ਮਿਲਣਾ। ਬੰਦੇ ਨਾਲ ਠੱਗੀਆਂ, ਬਾਂਦਰਾਂ ਨੂੰ ਲੱਡੂ, ਇਹ ਵੀ ਚੱਲਦਾ। ਬੰਦੇ ਨਾਲ ਠੱਗੀ ਮਾਰਨੀ ਹੈ, ਬਾਂਦਰਾਂ ਨੂੰ ਲੱਡੂ ਮੰਗਲਵਾਰ ਨੂੰ ਨਹਿਰ ਦੇ ਕੰਢੇ ਗੱਡੀ ਲੈ ਕੇ ਜਾਂਦੇ, ਕਹਿੰਦੇ ਸੇਵਾ ਕਰਕੇ ਆਉਂਦੇ। ਵਿਅੰਗਤ ਵਿੱਚ ਕਹਿਣਾ ਪੈਂਦੀ ਹੈ ਗੱਲ। ਅੱਗ ਵਿੱਚ ਫੂਕੇ ਹੋਏ ਘਿਓ ਜਿੰਦ ਦਾ ਸਹਾਰਾ ਨਹੀਂ ਬਣਦੇ। ਅੱਗ ਦੇ ਵਿੱਚ ਫੂਕ ਦਿੰਦੇ ਨਾ, ਚਹਾਰੇ ਫੂਕ ਦਿੰਦੇ, ਖੋਪਾ ਦੇਸੀ ਘਿਓ ਹਵਨ ਦੇ ਨਾਂ ਤੇ, ਜਿੰਦ ਦਾ ਸਹਾਰਾ ਬਣ। ਧਰਮ ਦੇ ਨਾਂ ਦੇ ਉੱਤੇ ਕਿੰਨੀਆਂ ਵਧੀਆ ਚੀਜ਼ਾਂ ਫੂਕਦੀਆਂ, ਕਮਾਲ ਹੋ। ਗਿਆਨ ਤੋਂ ਬਿਨਾਂ, ਪਰ ਗਿਆਨਵਾਨ ਵੀ ਹਵਨ ਕਰਦਾ। ਕਈ ਵਾਰੀ ਦੱਸਿਆ ਮੌਕੇ ਤੇ ਗੱਲ ਯਾਦ ਆ ਗਈ, ਜਿਹਨਾਂ ਨੂੰ ਪਤਾ ਹੈ। ਹਵਨ ਤੁਸੀਂ ਵੀ ਕਰ ਸਕਦੇ ਹੋ, ਪਰ ਗਿਆਨ ਵਾਲਾ ਕਿਵੇਂ ਕਰਨਾ ਮੈਂ ਦੱਸ ਦਿੰਦਾ। ਕਰਨਾ ਨਾ ਕਰਨਾ ਤੁਹਾਡੀ ਮਰਜ਼ੀ। ਆਪਣੀ ਜਿੰਨਾ ਕੁ ਤੁਸੀਂ, ਤੁਹਾਡੀ ਆਮਦਨ ਹੈ ਜਿੰਨੀ ਕੁ ਬਚਤ ਹੁੰਦੀ ਹੈ, ਤੁਸੀਂ ਆਪਣੇ ਦਸਵੰਧ ਦੇ ਵਿੱਚੋਂ ਹਰ ਮਹੀਨੇ ਹਵਨ ਕਰ ਸਕਦੇ ਹੋ। ਕਿੱਦਾਂ? ਮੰਨ ਲਓ ਕੋਈ ਲੋੜਵੰਦ ਗਰੀਬ ਹੈ, ਕਿਸੇ ਲੋੜਵੰਦ ਪਰਿਵਾਰ ਨੂੰ, ਕਿਸੇ ਗਰੀਬ ਨੂੰ ਮਹੀਨੇ ਦਾ ਰਾਸ਼ਨ ਦੇਤਾ, ਤੁਸੀਂ ਜਠਰ ਅਗਨ ਦਾ ਹਵਨ ਕਰਤਾ। ਪੇਟ ਦੀ ਅੱਗ ਨੂੰ ਕੀ ਕਹਿੰਦੇ ਨੇ? ਜਠਰ ਅਗਨ। ਗਿਆਨਵਾਨ ਪੁਰਸ਼ ਬਾਹਰਲੀ ਅੱਗ ਚ ਨਹੀਂ ਫੂਕਦੇ। ਗਿਆਨਵਾਨ ਪੁਰਸ਼ ਤਾਂ ਕਿਸੇ ਭੁੱਖੇ ਦੇ ਪੇਟ ਦੀ ਅੱਗ ਚ ਪਾ ਦਿੰਦੇ ਆ। ਬੋਲੋ ਸਤਨਾਮ। ਦੇਖਿਓ ਸਕੂਨ ਮਿਲਦਾ, ਖੁਸ਼ੀ ਮਿਲਦੀ। ਕਿਸੇ ਭੁੱਖ ਦੇ ਪੇਟ ਦੀ ਅੱਗ ਚ ਪਾਇਆ, ਕਿਸੇ ਭੁੱਖੇ ਦੇ ਪੇਟ ਦੀ ਅੱਗ ਚ ਪਾਇਆ, ਉਹ ਅੱਗ ਉਸ ਅੱਗ ਚ ਪਾਇਆ ਜਿਹਨੇ ਗਿਆਨਵਾਨ। ਕਿੰਨੀ ਖੁਸ਼ੀ ਮਿਲੀ, ਭੁੱਖਾ ਕਿੰਨਾ ਖੁਸ਼ ਹੋਇਆ ਛੱਕ ਕੇ। ਸਪਸ਼ਟ ਹੈ ਨਾ ਗੱਲਾਂ। ਫਿਰ ਸੋ ਏਦਾਂ ਜਦੋਂ ਗਿਆਨ ਆ ਗਿਆ, ਕਹਿਣ ਦਾ ਭਾਵ ਗਿਆਨਵਾਨ, ਏਦਾਂ ਤੁਸੀਂ ਕਰ ਸਕਦੇ ਹੋ। ਕੋਈ ਲੋੜਵੰਦ ਦੀ ਮਦਦ ਨਹੀਂ। ਇਹ ਬਾਹਰੀ ਕਰਮਕਾਂਡ ਕਿਤੇ ਨਹੀਂ ਕੰਮ ਆਉਂਦੇ। ਵੀ ਹਵਨ ਕਰ ਦਿੱਤੇ ਜੀ, ਲੱਸੀਆਂ ਪਾ ਦਿੱਤੀਆਂ ਜੀ, ਜਾਂ ਨਾਰੀਅਲ ਸੁੱਟ ਦਿੱਤੇ ਪਾਣੀ ਵਿੱਚ, ਜਾਂ ਹੋਰ ਬੜੇ ਕਰਮਕਾਂਡ ਚੱਲਦੇ ਨੇ, ਮਰਿਆਂ ਦੇ ਸਰਾਧ ਪਾ ਦਿੱਤੇ, ਕੋਈ ਜਿੰਦ ਨੂੰ ਸਹਾਰਾ ਨਹੀਂ ਮਿਲਦਾ। ਖੈਰ ਚਲੋ, ਇਹਨਾਂ ਗੱਲਾਂ ਤੋਂ ਤਾਂ ਬਹੁਤ ਨਿਕਲ ਗਏ ਜਿਹੜੇ ਸੁਣਦੇ ਨੇ। ਮੈਂ ਤਾਂ ਕਈ ਵਾਰੀ ਹੱਸਦਾ ਹੁੰਦਾ ਵੀ ਮਰੇ ਨੂੰ ਭੋਜਨ ਤਾਂ ਕਿੱਥੇ ਪਹੁੰਚਣਾ, ਤਾਂ ਹਾਂ ਜਿਉਂਦੇ ਨੂੰ
12 ਫੁੱਟ ਦੀ ਦੂਰੀ ਤੇ ਨਹੀਂ ਪਹੁੰਚਣਾ, ਕਿਉਂਕਿ ਹਰ ਗੱਲ ਨੂੰ ਮੈਂ ਦੇਸੀ ਢੰਗ ਨਾਲ ਕਹਿਣਾ ਹੁੰਦਾ। ਜਿਹੜੇ ਕਹਿੰਦੇ ਨੇ ਮਰਿਆਂ ਨੂੰ ਭੋਜਨ ਜਾਂਦਾ, ਮੈਂ ਸੌਖੇ ਢੰਗ ਨਾਲ ਕਹਾਂ ਵੀ ਬਾਪੂ ਨੂੰ ਬਹਾ ਦਿਓ ਚਵਾਰੇ ਤੇ, 12 ਫੁੱਟ ਹੀ ਹੈ ਨਾ, 7-12 ਫੁੱਟ ਦੇ 10 ਕਹਿ ਲਓ, 12 ਕਹਿ ਲਓ, ਮੈਕਸੀਮਮ ਕਹਿਤਾ ਮੈਂ ਤਾਂ। 12 ਫੁੱਟ ਉਚਾਈ ਤੇ ਬਾਪੂ ਚਵਾਰੇ 'ਚ ਬੈਠਾ, ਠੀਕ ਹੈ। ਅੱਜ ਬਾਪੂ ਨੂੰ ਰੋਟੀ ਨਾ ਫੜਾਇਓ, ਠੀਕ ਹੈ, ਚਲੋ ਥੋੜਾ ਬਹੁਤਾ ਚਿਰ ਤਾਂ ਉਹਨੇ ਡੀਕਣਾ ਵੀ, ਜਦੋਂ ਵੀ ਲੇਟ ਹੋ ਜਾਂਦਾ। ਜਦੋਂ ਤੁਸੀਂ ਫੜਾਈ ਨਾ ਤਾਂ ਉਹਨੇ ਅੱਧੇ ਘੰਟੇ ਬਾਅਦ ਤਾਂ ਬੋਲਣੀ ਹੈ, ਆਵਾਜ਼ ਦੇਣੀ ਹੈ ਵੀ ਕਿਵੇਂ ਭਾਈ ਪ੍ਰਸ਼ਾਦਾ ਅੱਜ। ਤੇ ਫਿਰ ਤੁਸੀਂ ਕਹਿੰਦੇ ਬਾਪੂ ਜੀ ਤੁਹਾਡੇ ਨਾਂ ਤੇ ਅਸੀਂ ਥੱਲੇ ਛਕਾਤਾ, ਛੋਟੇ ਨਾਂ ਤੇ ਥੱਲੇ ਛਕਾਤਾ, ਅਸੀਂ ਤਾਂ ਘੰਟਾ ਹੋ ਗਿਆ ਤੁਹਾਨੂੰ ਪਹੁੰਚੇ ਨਹੀਂ। ਤੇ ਅੱਗੋਂ ਬਾਪੂ ਕੀ ਕਹੂ, ਮੈਂ ਚੁੱਪ ਰਹਾਂ ਤਾਂ ਚੰਗੀ ਗੱਲ ਹੈ। ਅਗਲਾ ਤੁਸੀਂ ਦੇਖ ਲਓ ਕੀ ਕਹੂ, ਕਹਿੰਦੇ ਬਾਪੂ ਜੀ ਸਾਨੂੰ ਤਾਂ ਘੰਟਾ ਹੋ ਗਿਆ ਤੁਹਾਡੇ ਨਾਂ ਦੇ ਪ੍ਰਸ਼ਾਦਾ ਛਕਾਈ ਨੂੰ, ਤੁਹਾਡੇ ਕੋਲ ਪਹੁੰਚੀ ਨਹੀਂਗਾ। ਕਿ ਮੇਰਾ ਭਾਵ ਸਮਝ ਗਏ, ਜਿਉਂਦਿਆਂ ਦੇ ਨਾਂ ਤੇ ਥੱਲੇ ਛਕਾ ਕੇ ਜਿਉਂਦੇ ਬਾਪੂ ਨੂੰ ਚਬਾਰੇ 'ਚ ਬੈਠੇ ਨੂੰ ਨਹੀਂ ਪਹੁੰਚਿਆ, ਤੇ ਮਰੇ ਨੂੰ ਕਿੱਥੇ ਪਹੁੰਚਣਾ ਹੈ। ਬੋਲੋ ਸਤਨਾਮ। ਕਿਥੇ ਮਰਿਆਂ ਨੂੰ ਭਜਾਉਣ ਲੱਗੇ ਹੋਏ ਆ, ਮਰੇ ਨੂੰ, ਜਦ ਕਿ ਪਤਾ ਹੀ ਨਹੀਂ ਕਿੱਥੇ ਜਾਂਦੀਆਂ ਰੂਹਾਂ। ਕਹਿੰਦੇ ਨਾ ਗੁਰੂ ਬਾਬਾ ਜੀ ਨਾਨਕੇ ਬਿਨਾਂ ਜਾਪੀ ਕਿੱਥੇ ਜਾਏ ਸਮਾਹੀ। ਕਹਿੰਦੇ ਮਾਲਕ ਪਰਮੇਸ਼ਰ ਦੇ ਹੁਕਮ ਨੂੰ ਜਾਣਿਆ ਨਹੀਂ ਜਾ ਸਕਦਾ, ਬੇਅੰਤ ਕਹਾਣੀ ਹੈ ਨਾਨਕ ਹੁਕਮ ਨਾ ਜਾਪੀ ਕਿੱਥੇ ਜਾਏ ਸਮਾਹੀ। ਵੀ ਰੂਹਾਂ ਕਿੱਥੇ ਜਾ ਸਮਾਉਂਦੀਆਂ, ਏਡੀ ਬੇਅੰਤ ਕਹਾਣੀ ਹੈ। ਤੇ ਅਸੀਂ ਖਾਣਾ ਪਹੁੰਚਾਉਣ ਲੱਗੇ, ਜਿਉਂਦਿਆਂ ਨੂੰ ਭਜਾ ਕੇ ਦਿਖਾ ਦਿਓ ਤੁਸੀਂ, ਜੇ ਤੁਹਾਡੇ ਕੋਲੇ ਬੈਠਾ ਪ੍ਰਤੱਖ ਚਵਾਰੇ 'ਚ। ਦੇਸੀ ਉਦਾਹਰਨ ਹੈ ਜਵਾਬ ਕਿਸੇ ਕੋਲੇ ਹੁੰਦਾ ਹੀ ਨਹੀਂ ਜਵਾਬ ਸੱਚੀ ਗੱਲ ਦਾ, ਮੰਨੇ ਕੋਈ ਨਾ ਮੰਨੇ। ਸੋ ਏਦਾਂ ਕਹਿਣ ਦਾ ਭਾਵ ਏਦਾਂ ਪਤਾ ਨਹੀਂ ਕਿੰਨਾ ਕੁਝ ਚੱਲਦਾ, ਇਹ ਤਾਂ ਮੈਂ ਕੁਝ ਤੁਹਾਨੂੰ ਬਣਾਇਆ ਹੈ। ਸੋ ਏਦਾਂ ਕੁਝ ਕਰਨਾ ਜਿੰਦ ਨੂੰ ਕੋਈ ਸਹਾਰਾ ਨਹੀਂ ਹੁੰਦਾ। ਇਹੋ ਜਿਹਾ ਕੁਝ ਕਰਦੇ ਦੁਨੀਆ ਮਰ ਜਾਂਦੀ ਹੈ, ਕਰਮਕਾਂਡ ਕਰਦੇ। ਤੇ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਕੋਈ ਵੀ ਜਿੰਦ ਦਾ ਸੰਗੀ ਸਾਥੀ ਨਹੀਂ ਬਣਦਾ, ਕਹੇ ਕਬੀਰ ਕੋ ਸੰਗ ਨਾ ਸਾਥ। ਅੱਗੇ ਜਲ ਥਲ ਰਾਖਣ ਹੈ ਰਘੁਨਾਥ। ਜਲ ਥਲ ਦਾ ਮਤਲਬ ਜਲ ਵਿੱਚ, ਥਲ ਵਿੱਚ ਭਾਵ ਹਰ ਥਾਂ। ਹਰ ਥਾਂ ਦੇ ਉੱਤੇ ਇੱਕ ਪਰਮੇਸ਼ਰ ਹੀ ਰੱਖਣ ਵਾਲਾ ਹੈ। ਜਲ ਥਲ ਰਾਖਣ ਹੈ ਰਘੁਨਾਥ। ਬਸ ਇੱਕ ਮਾਲਕ ਪਰਮੇਸ਼ਰ ਦਾ ਹੀ ਸਹਾਰਾ ਹੈ, ਹੋਰ ਕੋਈ ਵੀ ਕਿਤੇ ਕਿਸੇ ਦਾ ਮਦਦਗਾਰ ਨਹੀਂ ਹੁੰਦਾ। ਇੱਥੋਂ ਤੱਕ ਸ਼ਬਦ ਦੀ ਵਿਚਾਰ ਆਪਾਂ ਸਮਝ ਚੁੱਕੇ ਹਾਂ। ਆਓ ਇਤਿਹਾਸ ਦੇ ਵਿੱਚ ਵਿਚਾਰ ਕਰਾਂਗੇ। 1699 ਦੀ ਵਿਸਾਖੀ, ਇਤਿਹਾਸਕ ਵਿਚਾਰ ਸ਼ੁਰੂ ਹੋ ਗਏ। ਦਸ਼ਮੇਸ਼ ਪਿਤਾ ਜੀ ਨੇ 1699 ਦੀ ਵਿਸਾਖੀ ਤੋਂ ਪਹਿਲਾਂ, ਉਸ ਵੇਲੇ 1699 ਦੀ ਵਿਸਾਖੀ ਕਦੋਂ ਆਈ ਸੀ? 30 ਮਾਰਚ 1699 ਨੂੰ ਵਿਸਾਖੀ। ਉਦੋਂ ਇੱਕ ਵਿਸਾਖ ਕਦੋਂ ਸੀ? 30 ਮਾਰਚ ਨੂੰ। ਇਹ ਦੱਸਣਾ ਪੈਂਦਾ, ਆਮ ਜਾਣਕਾਰੀ ਹੈ ਨਾ। 30 ਮਾਰਚ। ਤੇ ਕੈਲੰਡਰ ਵਿੱਚ ਸੋਧ ਕੀਤੀ ਸੀ, ਗ੍ਰੈਗੋਰੀਅਨ ਕੈਲੰਡਰ ਦੇ ਵਿੱਚ 1752 ਦੇ ਵਿੱਚ, 1752 ਚ 11 ਦਿਨ ਅੱਗੇ ਕਰਤਾ ਸੀ ਕੈਲੰਡਰ ਉਸ ਵੇਲੇ। ਇਹ ਯੂਕੇ ਵਗੈਰਾ, ਲੰਡਨ ਵਗੈਰਾ ਸਾਰੇ ਵੀ। ਮੰਨ ਲਓ ਅੱਜ 29 ਮਾਰਚ ਹੈ ਤਾਂ ਕੱਲ ਨੂੰ 10 ਅਪ੍ਰੈਲ। 1752 ਚ ਇਹ ਹੋਇਆ ਸੀ ਵੀ ਅੱਜ 29 ਮਾਰਚ, ਕੱਲ ਨੂੰ 10 ਅਪ੍ਰੈਲ। ਇਹ 1752 ਚ ਇਹ ਹੋਇਆ ਸੀ। ਉਸ ਤੋਂ ਬਾਅਦ ਹੌਲੀ ਹੌਲੀ ਇੱਕ ਦਿਨ ਦਾ ਫਰਕ ਪੈਂਦਾ ਹੁਣ 13/14 ਤੇ ਪਹੁੰਚ ਗਈ। ਤੇ ਹੁਣ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਫਿਕਸ ਹੋ ਗਈ, ਹੁਣ ਨਹੀਂ ਬਦਲਦੀ ਮੁੜ ਕੇ। ਇਹ ਕੈਲੰਡਰ ਬਾਰੇ ਤੁਸੀਂ ਸਮਝਿਓ। ਮਾਫ ਕਰਨਾ ਸੀ, ਅੱਜ ਕਿਤਾਬ 'ਚ ਕੱਲ ਬਚਨ ਹੋਇਆ ਸੀ, ਸਿੰਘਾਂ ਨਾਲ ਪਹਿਲੀ 10 ਫਿਰ ਭੁੱਲ ਗਏ ਲਿਆਉਣੇ। ਕਿਤੇ ਨੇੜੇ ਕਿਤੇ ਦੇ ਦਿਆਂਗੇ, ਬਹੁਤ ਛਪਾਏ ਪਏ ਆ ਸਾਡੇ, ਤੇ ਅੱਜ ਆਉਂਦੇ ਭੁੱਲ ਗਏ ਲਿਆਉਣੇ। ਕੈਲੰਡਰ ਅਸੀਂ ਲੈ ਕੇ ਆਏ, ਕੈਲੰਡਰ ਬਾਅਦ 'ਚ ਤੁਸੀਂ ਲੈ ਲਿਓ। ਕਿਤਾਬ 'ਚ ਭੁੱਲ ਗਏ। ਹਾਂਜੀ, ਉਹਦੇ ਵਿੱਚ ਕੈਲੰਡਰ ਦਾ ਗਿਆਨ ਹੈ ਵੀ ਕੈਲੰਡਰ ਦਾ ਗਿਆਨ ਕੀ ਹੁੰਦਾ। ਤਾਂ ਤੇ ਹੁਣ ਗੱਲ ਚੱਲਦੀ ਸੀ 1699 ਦੀ ਵਿਸਾਖੀ ਤੋਂ ਪਹਿਲਾਂ, ਕਈ ਮਹੀਨੇ ਪਹਿਲਾਂ ਕਹਿ ਲਓ, ਦਸ਼ਮੇਸ਼ ਪਿਤਾ ਜੀ ਨੇ ਦੂਰ ਦੂਰ ਸੰਗਤਾਂ ਨੂੰ ਹੁਕਮਨਾਮੇ ਭੇਜ ਦਿੱਤੇ ਸੇਵਾਦਾਰਾਂ ਦੇ ਰਾਹੀਂ ਵੀ ਇਸ ਵਾਰੀ ਵੱਧ ਤੋਂ ਵੱਧ ਸੰਗਤਾਂ ਆਨੰਦਪੁਰ ਦੀ ਧਰਤੀ ਤੇ ਪਹੁੰਚਣ ਤੇ ਸੰਗਤਾਂ ਨੂੰ ਕੋਈ ਪ੍ਰੋਗਰਾਮ ਦੇਣਾ। ਸੰਗਤਾਂ ਨੂੰ ਕੋਈ ਪ੍ਰੋਗਰਾਮ ਦੇਣਾ, ਵੱਧ ਤੋਂ ਵੱਧ ਸੰਗਤਾਂ ਇਸ ਵਾਰੀ ਆਨੰਦਪੁਰ ਦੀ ਧਰਤੀ ਤੇ ਪਹੁੰਚਣ।
ਹੁਕਮਨਾਮੇ ਭੇਜਦੇ। ਹੁਕਮਨਾਮਾ ਕੀ ਹੁੰਦਾ? ਜਿਹੜਾ ਹੁਕਮ ਲਿਖ ਕੇ ਭੇਜਿਆ ਜਾਂਦਾ ਪੱਤਰ ਰੂਪ ਚ, ਉਹਨੂੰ ਹੁਕਮਨਾਮਾ ਕਹਿੰਦੇ ਆ। ਹੁਣ ਸੰਗਤਾਂ ਕੋਲੇ ਹੁਕਮਨਾਮੇ ਪਹੁੰਚ ਗਏ ਤੇ ਸੰਗਤਾਂ ਵੀ ਕਿੰਨਾ ਸਮਾਂ ਪਹਿਲੇ ਚਾਲੇ ਪਾ ਦਿੱਤੇ, ਦੂਰੋਂ ਦੂਰੋਂ ਹੁਕਮਨਾਮੇ ਪਹੁੰਚੇ ਤੇ ਜਥਾ ਚੱਲ ਪਿਆ ਉਹ ਕਰਨਾਟਕਾ ਤੋਂ, ਬਿਦਰ ਸ਼ਹਿਰ ਤੋਂ ਜਥਾ ਚੱਲਿਆ ਹੈ, ਜਿਸ ਜਥੇ ਦੇ ਵਿੱਚ ਸਾਹਿਬ ਰਾਮ ਵੀ ਆ ਰਿਹਾ। ਤੁਸੀਂ ਸਮਝ ਗਏ ਹੋਗੇ ਮੈਂ ਕਿਉਂ ਕਿਹਾ। ਸੰਗਤਾਂ ਤਾਂ ਪਤਾ ਨਹੀਂ ਕਿੱਥੋਂ ਕਿੱਥੋਂ ਆਈਆਂ, ਪਰ ਕੁਝ ਥਾਂ ਸਪਸ਼ਟ ਹੈ ਵੀ ਅਸੀਂ ਉੱਥੋਂ ਆਈਏ। ਹੁਣ ਸਾਹਿਬ ਰਾਮ ਆਪਾਂ ਕੀ ਸਮਝਣਗੇ, ਉਹ ਸੀਸ ਦੇਣਾ ਜਿਹਨੇ, ਉਹ ਸੰਗਤ ਦੇ ਨਾਲ ਹੀ ਆਇਆ ਹੋ ਨਾ। ਸੋ ਕਰਨਾਟਕਾ ਤੋਂ ਸੰਗਤ ਜਥਾ ਚੱਲ ਪਿਆ, ਜਿਸ ਜਥੇ ਦੇ ਵਿੱਚ ਸਾਹਿਬ ਰਾਮ ਵੀ ਹੈ, ਤੇ ਪੜਾਅ ਕਰਦੇ ਕਰਦੇ ਅਨੰਦਪੁਰ ਦੀ ਧਰਤੀ ਤੇ ਪਹੁੰਚੇ। ਕਿੰਨਾ ਸਮਾਂ ਪਹਿਲਾਂ ਤੁਰੀ ਹੋ ਕਰਨਾਟਕਾ ਵਾਲੀ ਸੰਗਤ ਹਿਸਾਬ ਹੀ ਲਾ ਸਕਦੀ ਹੈ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਆਵਾਜਾਈ ਦੇ ਸਾਧਨ ਨਹੀਂ ਹੁੰਦੇ ਸੀ, ਵਿਖੜੇ ਪੈਂਡੇ ਹੁੰਦੇ ਸੀ ਜੰਗਲ ਵੇਲੇ। ਪਰ ਕਿੰਨਾ ਪਿਆਰ ਹੈ ਗੁਰੂ ਨਾਨਕ ਦਰ ਦਾ ਕਿ ਕਿੰਨੇ ਮਹੀਨੇ ਪਹਿਲਾਂ ਚਾਲੇ ਪਾ ਚੁੱਕੀ ਹੈ ਕਰਨਾਟਕਾ ਵਾਲੀ ਸੰਗਤ। ਫਿਰ ਸੰਗਤਾਂ ਦਾ ਜਥਾ ਚੱਲਿਆ ਹੈ ਉਹ ਉੜੀਸਾ ਤੋਂ, ਉੜੀਸਾ ਦੇ ਜਗਨਨਾਥਪੁਰੀ ਤੋਂ ਜਥਾ ਚੱਲਿਆ ਹੈ। ਇਹ ਸੰਗਤ ਵੀ ਕਾਫੀ ਸਮਾਂ ਪਹਿਲੇ ਚੱਲੀ ਹੋਈ, ਫੇਰ ਹੀ ਪਹੁੰਚੇ ਨਾ ਸਮੇਂ ਦੇ ਉੱਤੇ। ਇਸ ਜਥੇ ਦੇ ਵਿੱਚ ਹਿੰਮਤ ਰਾਜ ਵੀ ਸ਼ਾਮਲ ਹੈ। ਉੜੀਸਾ ਦੇ ਵਿੱਚੋਂ ਸੰਗਤ ਚੱਲੀ ਹੈ। ਇੱਕ ਜਥਾ ਚੱਲਿਆ ਹੈ ਉਹ ਗੁਜਰਾਤ ਦੇ ਵਿੱਚੋਂ, ਦਵਾਰਕਾਪੁਰੀ ਤੋਂ। ਇਸ ਜਥੇ ਦੇ ਵਿੱਚ ਹੀ ਸ਼ਾਮਲ ਹੈ ਮੋਹਕਮ ਚੰਦ, ਦਵਾਰਕਾਪੁਰੀ ਤੋਂ ਜਥਾ ਆ ਰਿਹਾ ਗੁਜਰਾਤ ਤੋਂ। ਫਿਰ ਇੱਕ ਜਥਾ ਚੱਲਿਆ ਹੈ ਉਹ ਦਿੱਲੀ ਤੋਂ, ਹਸਤਨਾਪੁਰੀ ਕਹਿੰਦੇ ਸੀ, ਹਸਤਨਾਪੁਰੀ ਦਿੱਲੀ ਤੋਂ ਚੱਲਿਆ ਹੈ ਇੱਕ ਜਥਾ। ਇਸ ਜਥੇ ਦੇ ਵਿੱਚ ਧਰਮਦਾਸ ਵੀ ਸ਼ਾਮਲ ਹੈ। ਫਿਰ ਇੱਕ ਜਥਾ ਚੱਲਿਆ ਹੋਇਆ ਹੈ ਲਾਹੌਰ ਤੋਂ, ਬਹੁਤ ਸੰਗਤ ਆ ਰਹੀ ਹੈ ਲਾਹੌਰ ਤੋਂ। ਇਸ ਜਥੇ ਦੇ ਵਿੱਚ ਦਇਆ ਰਾਮ ਵੀ ਸ਼ਾਮਲ ਹੈ। ਏਦਾਂ ਦੂਰ ਦੂਰ ਤੋਂ ਸੰਗਤਾਂ ਆਈਆਂ, ਲਾਹੌਰ ਤੋਂ, ਦਿੱਲੀ ਤੋਂ, ਗੁਜਰਾਤ ਤੋਂ, ਉੜੀਸਾ ਤੋਂ, ਕਰਨਾਟਕਾ ਤੋਂ। ਭਾਵ ਕਿ ਕਿੰਨੀ ਦੂਰ ਤੱਕ ਗੁਰਸਿੱਖ ਫੈਲੇ ਹੋਏ ਹੈ। ਕਿੰਨਾ ਪਿਆਰ ਹੈ ਗੁਰੂ ਨਾਨਕ ਦਰ ਦਾ। ਅੱਜ ਤਾਂ ਅਸੀਂ ਸਿੱਖੀ ਦੀ ਚੜ੍ਹਦੀ ਕਲਾ ਪੰਜਾਬ ਤੱਕ ਵੀ ਨਹੀਂ ਰੱਖੀ, ਮਾਫ ਕਰਨਾ ਆਪਾਂ ਸਾਰਿਆਂ ਨੇ। ਕਿੰਨੀ ਚੜ੍ਹਦੀ ਕਲਾ ਸਿੱਖੀ ਦੀ। ਉਹਨਾਂ ਸਮਿਆਂ 'ਚ ਜਦੋਂ ਕੋਈ ਸਾਧਨ ਨਹੀਂ ਹੁੰਦਾ ਸੀ ਆਵਾਜਾਈ ਦਾ, ਉਹ ਕਰਨਾਟਕਾ ਤੋਂ, ਉੜੀਸਾ ਤੋਂ, ਗੁਜਰਾਤ ਤੋਂ ਸੰਗਤ ਆ ਰਹੀ ਹੈ। ਅੱਜ ਅਸੀਂ ਇੱਥੇ। ਸੋ ਜਿਸ ਵੇਲੇ ਬਹੁਤ ਦੂਰ ਦੂਰ ਤੋਂ ਸੰਗਤਾਂ ਪਹੁੰਚੀਆਂ ਤੇ ਇਕੱਠ ਵੀ ਬਹੁਤ ਹੋਇਆ। ਕਿੰਨਾ ਕੁ ਇਕੱਠ ਹੋਇਆ ਆਪਾਂ ਕਹਿ ਲਓ ਬਹੁਤ ਹੋਇਆ, ਕਿਉਂਕਿ ਗਿਣਤੀ ਕਰਦਿਆਂ ਤਾਂ ਫਿਰ ਫਰਕ ਪੈ ਜਾਂਦਾ। ਆਹੀ ਗਿਣਤੀ ਕਰਨੀ ਹੋਵੇ, ਕੋਈ ਕਿੰਨਾ ਲਿਖ ਦਿਓ, ਕੋਈ ਕਿੰਨਾ ਲਿਖ ਦਿਓ, ਕਿਉਂਕਿ ਸੀਮਤ ਹੈ ਨਾ। ਹੁਣ ਉੱਥੇ ਕਿਸੇ ਨੇ ਲਿਖਦਾ 30,000 ਦਾ ਇਕੱਠ ਸੀ, ਇੱਕ ਨੇ ਲਿਖਿਆ ਕਹਿੰਦੇ 50,000 ਸੀ, ਇੱਕ ਕਹਿੰਦਾ 80,000 ਸੀ। ਸੋ ਇਹਨਾਂ ਗੱਲਾਂ ਨੂੰ ਛੱਡੋ, ਇਦਾਂ ਹੀ ਕਹਿ ਲਓ ਕਾਫੀ ਹੈ ਵੀ ਸੰਗਤਾਂ ਬਹੁਤ ਦੂਰ ਦੂਰ ਤੋਂ ਪਹੁੰਚੀਆਂ ਤੇ ਇਕੱਠ ਬਹੁਤ ਹੋਇਆ, ਬਹੁਤ ਇਕੱਠ ਸੀ। ਹੁਣ ਇਕੱਠ ਬਹੁਤ ਹੈ ਤੇ ਸਟੇਜ ਉਹ ਲੱਗੀ ਹੋਈ ਹੈ ਕਿੱਥੇ, ਜਿੱਥੇ ਅੱਜ ਕੱਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਸੁਸ਼ੋਭਿਤ ਹੈ। ਇਤਿਹਾਸ ਦੱਸਦਾ ਇੱਥੇ 1699 ਦੀ ਵਿਸਾਖੀ ਨੂੰ ਸਟੇਜ ਲੱਗੀ ਹੋਈ ਸੀ ਤੇ ਸਟੇਜ ਦੇ ਅੱਗੇ ਸ਼ਾਹਵਾਨ ਕਨਾਤਾਂ ਲੱਗੀਆਂ ਹੋਈਆਂ, ਪੰਡਾਲ ਸਜਿਆ ਹੋਇਆ। ਸਟੇਜ ਦੇ ਪਿਛਲੇ ਪਾਸੇ ਗੁਰੂ ਜੀ ਨੇ ਉਚੇਚੇ ਤੌਰ ਤੇ ਇੱਕ ਤੰਬੂ ਵੀ ਲਵਾਇਆ ਹੋਇਆ ਤੇ ਪੰਡਾਲ ਵੀ ਕਿੱਦਾਂ ਸਜਾਇਆ ਹੈ। ਆਸੇ ਪਾਸੇ ਲਿਖੇ ਸ਼ਬਦ ਵੀ ਕੋਈ ਸੁਨੇਹਾ ਦਿੰਦੇ ਲੱਗਦੇ ਹੈ। ਸ਼ਬਦ ਕਿੱਦਾਂ ਦੇ ਲਿਖੇ ਆ, ਜੋ ਸਟੇਜ ਦੇ ਪਿਛਲੇ ਪਾਸੇ ਨਿਗਾਹ ਪੈਂਦੀ ਹੈ ਤੇ ਲਿਖਿਆ ਹੋਇਆ, ਜਾਓ ਤਾਓ ਪ੍ਰੇਮ ਖੇਲਣ ਕਾ ਚਾਓ, ਸਿਰ ਧਲ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਤਾਨ ਨਾ ਕੀਜੈ। ਨਾਲ ਹੀ ਸ਼ਬਦ ਇੱਕ ਹੋਰ ਲਿਖਿਆ ਹੋਇਆ, ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ,
ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾੜੈ ਖੇਤ। ਇਹ ਦੋਨੇ ਸ਼ਬਦ ਸਟੇਜ ਦੇ ਪਿਛਲੇ ਪਾਸੇ ਲਿਖੇ ਹੋਏ। ਜੇ ਸੱਜੇ ਪਾਸੇ ਨਿਗਾਹ ਪੈਂਦੀ ਆ ਸਟੇਜ ਦੇ, ਉਹ ਲਿਖਿਆ ਪਿਆ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਨੁਕਾ ਤਉ ਆਓ ਹਮਾਰੇ ਪਾਸ। ਇੱਧਰ ਨੂੰ ਨਿਗਾਹ ਜਾਂਦੀ ਹੈ, ਲਿਖਿਆ ਪਿਆ ਮਰਨ ਮਨਸਾ ਸੂਰਿਆ ਹੱਕ ਹੈ ਜੋ ਹੋਏ ਮਰੇ ਪਰਵਾਨ। ਲਿਖਿਆ ਪਿਆ ਐਂ ਪੜਾਓ ਸਜਿਆ ਪਿਆ। ਹੁਣ 1699 ਦੀ ਵਿਸਾਖੀ ਦਾ ਪ੍ਰਭਾਤ ਵੇਲਾ, ਪ੍ਰਭਾਤ ਵੇਲਾ ਨਹੀਂ ਰਹਿ ਗਿਆ, ਅੰਮ੍ਰਿਤ ਵੇਲਾ ਬਣਿਆ ਪਿਆ। ਕਿਉਂ ਸੰਗਤ ਅੰਮ੍ਰਿਤਮਈ ਬਾਣੀ ਨਾਲ ਜੁੜੀ ਹੋਈ ਹੈ, ਅੰਮ੍ਰਿਤ ਵੇਲਾ ਬਣਾਉਣਾ ਪੈਂਦਾ ਨਾ। ਜੇ ਬਾਣੀ ਨਾਲ ਜੁੜ ਜੀ ਅੰਮ੍ਰਿਤ ਵੇਲਾ ਬਣ ਗਿਆ। ਜੇ ਹੁਣ ਬੈਠੇ ਚਾਹ ਹੀ ਪੀ ਜਾਂਦੇ, ਇਹ ਤਾਂ ਚਾਹ ਵੇਲਾ ਹੀ ਹੈ। ਬੋਲੋ ਸਤਨਾਮ। ਮੈਂ ਦੇਸੀ ਹਿਸਾਬ ਨਾਲ ਹੁੰਦਾ ਨਾ, ਇਹ ਤੋਂ ਅੰਮ੍ਰਿਤ ਪੀਣ ਤਾਂ ਲੱਗਿਆ ਨਹੀਂ ਗਾ। ਜਦੋਂ ਚਾਹ ਪੀਂਦਾ ਕੋਈ ਚਾਹ ਵੇਲੇ ਹੀ ਕਹਾਂਗੇ ਨਾ, ਤੇ ਜਦੋਂ ਅੰਮ੍ਰਿਤ ਪੀਂਦਾ ਅੰਮ੍ਰਿਤ ਵੇਲਾ। ਸੋਹਣਾ ਸਮਾਂ ਹੁੰਦਾ ਨਾ, ਠੀਕ ਹੈ, ਪਰ ਅੰਮ੍ਰਿਤ ਵੇਲਾ ਬਣਾ ਤਾਂ ਸਹੀ। ਹੁਣ 1699 ਦੀ ਵਿਸਾਖੀ ਦਾ ਪ੍ਰਭਾਤ ਵੇਲਾ, ਪ੍ਰਭਾਤ ਹੁੰਦੀ ਹੈ ਨਾ ਜਦੋਂ, ਦੇਖੋ ਸੋਹਣਾ ਮੌਸਮ ਹੁੰਦਾ ਹੈ, ਆਕਸੀਜਨ ਜ਼ਿਆਦਾ ਹੁੰਦੀ ਹੈ, ਰੌਲਾ ਰੱਪਾ ਘੱਟ ਹੁੰਦਾ ਹੈ, ਸਰੀਰ ਵੀ ਤਰੋ ਤਾਜ਼ਾ ਹੁੰਦਾ ਹੈ, ਸੁੱਤੇ ਉੱਠੇ ਹੁੰਦੇ ਆ ਨਾ, ਇਸ਼ਨਾਨ ਕੀਤਾ ਹੁੰਦਾ ਹੈ, ਤੇ ਕਿਤੇ ਬਾਣੀ ਨਾਲ ਜੁੜ ਜਾਈਏ ਅੰਮ੍ਰਿਤ ਵੇਲਾ ਬਣ ਜਾਂਦਾ। ਹੁਣ 1699 ਦੀ ਵਿਸਾਖੀ ਦਾ ਪ੍ਰਭਾਤ ਵੇਲਾ ਅੰਮ੍ਰਿਤ ਵੇਲਾ ਬਣਿਆ ਪਿਆ। ਪਹਿਲਾ ਨਿਤਨੇਮ ਦਾ ਪਾਠ ਹੋਇਆ, ਫਿਰ ਆਸਾ ਦੀ ਵਾਰ ਦਾ ਕੀਰਤਨ ਹੋਇਆ। ਆਸਾ ਦੀ ਵਾਰ ਦਾ ਕੀਰਤਨ ਤੋਂ ਬਾਅਦ ਆਨੰਦ ਸਾਹਿਬ 6 ਪੌੜੀਆਂ ਹੋ ਕੇ ਤੇ ਅਰਦਾਸ ਹੋ ਚੁੱਕੀ ਹੈ, ਸਮਾਪਤੀ ਹੋ ਗਈ। ਉਧਰੋਂ ਦਿਨ ਦਾ ਚੜ੍ਹਾਅ ਹੋ ਰਿਹਾ ਹੈ, ਸੂਰਜ ਦੀਆਂ ਸੋਨੇ ਰੰਗੀਆਂ ਕਿਰਨਾਂ ਆਉਣੀਆਂ ਸ਼ੁਰੂ ਹੋ ਗਈਆਂ, ਬਹੁਤ ਫਟਾਲਾ ਹੋ ਗਿਆ। ਕਹਿ ਲਓ 1699 ਦੀ ਵਿਸਾਖੀ ਵਾਲਾ ਦਿਨ ਹੈ, ਧਿਆਨ ਚ ਰੱਖਿਓ, ਇੱਕ ਵਿਸਾਖ। ਹੁਣ ਪੌ ਫਟਾਲਾ ਹੋ ਚੁੱਕਿਆ ਹੈ ਤੇ ਦਸ਼ਮੇਸ਼ ਪਿਤਾ ਜੀ ਸੰਗਤਾਂ ਨੂੰ ਕਹਿੰਦੇ ਕਿ ਸੰਗਤੇ ਲੰਗਰ ਦੇ ਵਿੱਚੋਂ ਨਾਸ਼ਤਾ ਕਰ ਲਓ, ਨਾਸ਼ਤਾ ਕਰਕੇ ਤੇ ਦੁਬਾਰਾ ਫਿਰ ਇੱਥੇ ਆ ਕੇ ਬੈਠ ਜਾਓ ਤੇ ਤੁਹਾਨੂੰ ਕੋਈ ਪ੍ਰੋਗਰਾਮ ਦੇਵਾਂਗੇ। ਪਹਿਲਾਂ ਨਾ ਤੁਸੀਂ ਨਾਸ਼ਤਾ ਕਰ ਲਓ, ਸੁਬਾਹ ਦਾ ਭੋਜਨ। ਤੇ ਗੁਰੂ ਘਰ ਦੇ ਕੀਰਤਨੀਆਂ ਨੂੰ ਵੀ ਕਹਿ ਦਿੱਤਾ ਦਸ਼ਮੇਸ਼ ਪਿਤਾ ਜੀ ਨੇ, ਤੁਸੀਂ ਵੀ ਭਾਈ ਦੁੱਧ ਪਾਣੀ ਪੀ ਲਓ, ਨਾਸ਼ਤਾ ਕਰ ਲਓ, ਤੇ ਤੁਸੀਂ ਵੀ ਫਿਰ ਆ ਕੇ ਸਟੇਜ ਤੋਂ ਕੀਰਤਨ ਸ਼ੁਰੂ ਕਰ ਦਿਓ। ਮਹਾਰਾਜ ਕਿਹੜਾ ਸ਼ਬਦ ਪੜ੍ਹੀਏ? ਗੁਰੂ ਸਾਹਿਬ ਕਹਿੰਦੇ ਆ ਜਿਹੜੇ ਆਸੇ ਪਾਸੇ ਲਿਖੇ ਹੋਏ ਆ ਇਹੀ ਗਿਆਨ ਕਰ ਲੈ। ਜਾਓ ਤੋ ਪ੍ਰੇਮ ਹਿਲਣ ਕਾ ਚਾਓ, ਸਿਰ ਤਲ ਤਲੀ ਗਲੀ ਮੇਰੀ ਆਓ, ਲਿਖਿਆ ਹੋਇਆ ਸੀ ਨਾ, ਪਹਿਲਾਂ ਆਪਾਂ ਸਮਝ ਲਈਏ। ਇਦਾਂ ਦਾ ਇਸ਼ਾਰਾ ਦੇ ਕੇ ਗੁਰੂ ਜੀ ਕਿਸੇ ਅਣਦੱਸੀ ਥਾਂ ਤੇ ਚਲੇ ਗਏ। ਦਸ਼ਮੇਸ਼ ਪਿਤਾ ਜੀ ਕਿਸੇ ਅਣਦੱਸੀ ਥਾਂ ਤੇ ਚਲੇ ਗਏ ਤੇ ਸੰਗਤਾਂ ਗੁਰੂ ਕੇ ਲੰਗਰ ਵਿੱਚ ਪਹੁੰਚੀਆਂ। ਨਾਸ਼ਤਾ ਕਰਕੇ ਹਾਜ਼ਰੀ ਦਾ ਪ੍ਰਸ਼ਾਦਾ ਛਕ ਕੇ ਕਹਿ ਲਓ, ਸੰਗਤਾਂ ਦੁਬਾਰਾ ਆ ਕੇ ਬੈਠਣੀਆਂ ਸ਼ੁਰੂ ਹੋ ਗਈਆਂ ਤੇ ਪੰਡਾਲ ਭਰਨਾ ਸ਼ੁਰੂ ਹੋ ਗਿਆ। ਉਧਰੋਂ ਗੁਰੂ ਦਰ ਦੇ ਕੀਰਤਨੀਏ ਵੀ ਸਟੇਜ ਤੇ ਪਹੁੰਚ ਚੁੱਕੇ ਨੇ, ਉਹਨਾਂ ਨੇ ਵੀ ਗੁਰੂ ਜੀ ਦੇ ਦਿੱਤੇ ਇਸ਼ਾਰੇ ਦੇ ਮੁਤਾਬਕ ਸਟੇਜ ਤੋਂ ਕੀਰਤਨ ਸ਼ੁਰੂ ਕਰ ਦਿੱਤਾ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਸਿਰ ਤਾਰ ਤਾਲੀ ਗਾਲੀ ਮੇਰੀ ਆਓ, ਸਿਰ ਤਾਰ ਤਾਲੀ ਗਾਲੀ ਮੇਰੀ ਆਓ, ਜੋ ਪ੍ਰੇਮ ਖੇਲਣ ਕਾ ਚਾਓ,
ਕੀਰਤਨ ਹੋ ਰਿਹਾ ਹੈ, ਸੰਗਤਾਂ ਗੁਰੂ ਕੇ ਲੰਗਰ ਵਿੱਚੋਂ ਨਾਸ਼ਤਾ ਕਰਕੇ ਪੰਡਾਲ ਵਿੱਚ ਪਹੁੰਚ ਰਹੀਆਂ। ਕੀ ਹੋਇਆ, ਪੰਡਾਲ ਖੱਚਾ ਖੱਚ ਭਰ ਚੁੱਕੇ। ਦੁਬਾਰਾ ਫੇਰ ਪੰਡਾਲ ਸਾਰਾ ਭਰ ਗਿਆ। ਸੰਗਤਾਂ ਕੀਰਤਨ ਵੀ ਸੁਣ ਰਹੀਆਂ ਤੇ ਨਾਲ ਨਾਲ ਅੰਦਰੋਂ ਕਦੇ ਕਦੇ ਭਾਵ ਵੀ ਆ ਜਾਂਦਾ ਵੀ ਦਸ਼ਮੇਸ਼ ਪਿਤਾ ਜੀ ਸੱਚੇ ਪਾਤਸ਼ਾਹ ਜੀ ਕਹਿ ਕੇ ਗਏ ਆ ਵੀ ਪਹਿਲਾਂ ਨਾਸ਼ਤਾ ਕਰ ਲਓ ਫਿਰ ਤੁਹਾਨੂੰ ਕੋਈ ਪ੍ਰੋਗਰਾਮ ਦੇਣਾ ਹੈ। ਦੇਖੋ ਸੱਚੇ ਪਾਤਸ਼ਾਹ ਜੀ ਕੀ ਪ੍ਰੋਗਰਾਮ ਦਿੰਦੇ ਆ ਕੇ, ਆਏ ਕਹਿ ਕੇ ਗਏ ਆ ਜਾਂਦੇ ਵੀ ਪ੍ਰੋਗਰਾਮ ਦੇਣਾ। ਦੇਖੋ ਕੀ ਪ੍ਰੋਗਰਾਮ ਆ। ਪਹਿਲਾਂ ਹੁਕਮਨਾਮੇ 'ਚ ਵੀ ਇਹੀ ਲਿਖਿਆ ਸੀ ਵੀ ਕੋਈ ਪ੍ਰੋਗਰਾਮ ਦੇਣਾ ਭਾਈ, ਵੱਧ ਤੋਂ ਵੱਧ ਆਇਓ। ਅੱਜ ਪ੍ਰੋਗਰਾਮ ਦੇਣਾ ਕੋਈ। ਲਓ ਜੀ, ਏਦਾਂ ਵੀ ਖਿਆਲ ਉੱਠ ਰਹੇ ਨੇ ਅੰਦਰੋਂ। ਦਸ਼ਮੇਸ਼ ਪਿਤਾ ਜੀ ਦੀ ਉਡੀਕ ਹੋ ਰਹੀ ਹੈ ਮਨੁੱਖੀ ਮਨਾਂ ਦੇ ਵਿੱਚ। ਇਹਨੇ ਨੂੰ ਕੀ ਹੋਇਆ, ਸਟੇਜ ਤੋਂ ਨਾਲ ਨਾਲ ਇੱਕ ਨੁਕਤਾ ਹੋਰ ਵੀ ਕਹਿ ਹਾਂ, ਕੀਰਤਨ ਨਾਲ ਨਾਲ ਚੱਲ ਰਿਹਾ ਹੈ, ਕੀਰਤਨ ਸੁਣਿਆ ਜਾ ਰਿਹਾ ਹੈ, ਪਰ ਉਹ ਪ੍ਰੋਗਰਾਮ ਵਾਲਾ ਜਿਹੜਾ ਫੁਰਨਾ ਉੱਠਣੀ ਸੀ ਬਾਰ-ਬਾਰ ਸੰਗਤ ਦੇ ਮਨਾਂ ਵਿੱਚੋਂ ਉੱਠ ਰਿਹਾ ਵੀ ਦੇਖੋ ਸੱਚੇ ਪਾਤਸ਼ਾਹ ਕੀ ਪ੍ਰੋਗਰਾਮ ਦਿੰਦੇ ਨੇ ਆ ਕੇ। ਪਰ ਨਾਲ ਨਾਲ ਕੀਰਤਨ ਦੀਆਂ ਧੁਨਾਂ ਵੀ ਕੰਨਾਂ 'ਚ ਪੈ ਰਹੀਆਂ। ਸੂਰਾ ਸੋ ਪਹਿਚਾਨਿਐ ਜੋ ਲਰ ਦੀਨ ਕੇ, ਸੂਰਾ ਸੋ ਪਹਿਚਾਨਿਐ ਜੋ ਲਰ ਦੀਨ ਕੇ। ਸੂਰਾ ਸੋ ਪਹਿਚਾਨਿਐ ਜੋ ਲਰ ਦੀਨ ਕੇ, ਸੂਰਾ ਸੋ ਪਹਿਚਾਨਿਐ ਜੋ ਲਰ ਦੀਨ ਕੇ। ਪੁਰਜਾ ਕੱਟ ਮਰੈ ਕਬੂ ਨ ਛਾਟ ਖੇਤ। ਪੁਰਜਾ ਕੱਟ ਮਰੈ ਕਬੂ ਨ ਛਾਟ ਖੇਤ। ਪੂਰਾ ਸੋ ਪਹਿਚਾਨਿਐ ਜੋ ਲਰ ਦੀਨ ਕੇ। ਸੂਰਾ ਸੋ ਪਹਿਚਾਨਿਐ ਜੋ ਲਰ ਦੀਨ ਕੇ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ। ਉਹ ਸਾਬਨਾ ਕੀ ਰੇਨ ਤੋ ਆਓ ਹਮਾਰੇ ਪਾਸ। ਉਹ ਸਪਨਾ ਕੀ ਰੀਣ ਤਾ ਤੋ ਆਓ ਹਮਾਰੇ ਪਾਸ। ਸੂਰਾ ਸੋ ਪਹਿਚਾਨਿਐ ਜੋ ਲਰ ਦੀਨ ਕੇ। ਸੂਰਾ ਸੋ ਪਹਿਚਾਨਿਐ ਜੋ ਲਰ ਦੀਨ ਕੇ। ਪੁਰਜਾ ਕੱਟ ਮਰੈ ਕਬੂ ਨ ਛਾਟ ਖੇਤ। ਪੁਰਜਾ ਕੱਟ ਮਰੈ ਕਬੂ ਨ ਛਾਟ ਖੇਤ। ਸੂਰਾ ਸੋ ਪਹਿਚਾਨਿਐ ਜੋ ਲਰ ਦੀਨ ਕੇ। ਸੂਰਾ ਸੋ ਪਹਿਚਾਨਿਐ ਜੋ ਲਰ ਦੀਨ ਕੇ। ਵਾਹਿਗੁਰੂ। ਲਓ ਜੀ, ਇੰਨੇ ਨੂੰ ਕੀ ਹੋਇਆ, ਉਡੀਕ ਦੀਆਂ ਘੜੀਆਂ ਖਤਮ। ਦਸ਼ਮੇਸ਼ ਪਿਤਾ ਜੀ ਸਟੇਜ ਤੇ ਪਹੁੰਚ ਚੁੱਕੇ। ਬੜੀ ਫੁਰਤੀ ਨਾਲ ਆਏ ਨੇ, ਬੜੀ ਤੇਜ਼ੀ ਨਾਲ ਸਟੇਜ ਤੇ ਆਏ ਨੇ। ਜੋ ਤੇਜ਼ੀ ਨਾਲ ਸਟੇਜ ਤੇ ਆਏ ਬੜੀ ਫੁਰਤੀ ਨਾਲ, ਇੱਕਦਮ ਸੰਗਤਾਂ ਦੀਆਂ ਨਿਗਾਹਾਂ ਵੀ ਸਟੇਜ ਵੱਲ ਨੂੰ ਗੱਡੀਆਂ ਗਈਆਂ। ਜਿਵੇਂ ਚੰਦ ਚਕੋਰ ਪ੍ਰੀਤ ਹੈ ਲਾਇਤਾਰ ਨਿਹਾਲੇ, ਚੱਕ ਵੀ ਸੂਰਜ ਹੇਤ ਹੈ ਮਿਲ ਹੋਣ ਸੁਖਾਲੇ। ਨੇ ਕਮਲ ਜਲ ਜਾਣੀਆਂ ਖਿੜ ਮੂੰਹ ਵਿਖਾਲੇ, ਮੋਰ ਬਵੀਹੇ ਬੋਲਦੇ ਵੇਖ ਬੱਦਲ ਕਾਲੇ। ਨਾਰ ਪਧਾਰ ਪਿਆਰ ਹੈ ਮਾਂ ਪੁੱਤ ਸੰਭਾਲੇ, ਪੀਰ ਮੁਰੀਦਾਂ ਪਿਰ ਹੜੀ ਉਹ ਨਿਭ ਹੈ ਨਾਲੇ। ਇਹ ਪ੍ਰੀਤੀ ਐਸੀ ਹੈ। ਹੁਣ ਸੰਗਤਾਂ ਦੀ ਨਿਗਾਹ ਵੀ ਸਟੇਜ ਵੱਲ ਨੂੰ ਐ ਗੱਡੀ ਗਈ ਤੇ ਕੀ ਵੇਖਣ ਵਿੱਚ ਆ ਰਿਹਾ ਹੈ, ਸਤਿਗੁਰਾਂ ਦੇ ਹੱਥ ਵਿੱਚ ਬਿਨਾਂ ਮਿਆਨ ਤੋਂ ਸ੍ਰੀ ਸਾਹਿਬ
ਫੜੀ ਹੋਈ ਹੈ। ਸੱਚੇ ਪਾਤਸ਼ਾਹ ਜੀ ਬਿਨਾਂ ਮੈਣ ਤੋਂ ਹੀ ਕਿਰਪਾਨ ਲਈ ਫਿਰਦੇ ਆ ਜੀ। ਸਤਿਗੁਰਾਂ ਦੇ ਹੱਥ ਵਿੱਚ ਬਿਨਾਂ ਮੈਣ ਤੋਂ ਸਿਰੀ ਸਾਹ ਫੜੀ ਹੋਈ ਹੈ। ਸਤਿਗੁਰਾਂ ਦੇ ਨੇਤਰਾਂ ਵਿੱਚ ਵੀਰ ਰਸ ਦੀ ਲਾਲੀ ਚੜੀ ਹੋਈ ਹੈ। ਚਿਹਰਾ ਦਗਦਾ ਕਰਦਾ ਹੈ, ਨੇਤਰ ਲਾਲ ਨੇ ਵੀਰ ਰਸ ਦੀ ਲਾਲੀ ਦੇ ਨਾਲ। ਦੇਖਦਿਆਂ ਦੇਖਦਿਆਂ ਕੀ ਹੋਇਆ, ਉਹ ਹੱਥ ਉੱਪਰ ਨੂੰ ਉੱਠਿਆ ਹੈ, ਕਿਰਪਾਨ ਵਾਲਾ। ਕਿਰਪਾਨ ਵਾਲਾ ਹੱਥ ਉੱਪਰ ਨੂੰ ਉੱਠਿਆ ਹੈ। ਬਹੁਤ ਗਰਜਵੀਂ ਆਵਾਜ਼ ਆਈ ਹੈ, ਬੁਲੰਦ ਉੱਚੀ ਗਰਜਵੀਂ ਆਵਾਜ਼ ਸੰਗਤ ਦੇ ਕੰਨਾਂ ਵਿੱਚ ਪਈ ਹੈ। ਕੀ ਕਹਿੰਦੇ, ਜਿਹਨੇ ਸੀਸ ਧਰਮ ਲੇਖੇ ਲਾਉਣਾ, ਸੰਗਤ ਚੋਂ ਆਜੋ ਸੀਸ ਧਰਮ ਲੇਖੇ ਲਾਉਣਾ, ਸੰਗਤ ਵਿੱਚੋਂ ਆਜੋ ਉੱਠ ਕੇ। ਜਿਹਨੇ ਸੀਸ ਧਰਮ ਲੇਖੇ ਲਾਉਣਾ, ਸੰਗਤ ਵਿੱਚੋਂ ਆਜੋ ਉੱਠ ਕੇ। ਸੀਸ ਧਰਮ ਲੇਖੇ ਲਾਉਣਾ, ਸੰਗਤ ਵਿੱਚੋਂ ਆਜੋ ਉੱਠ ਕੇ। ਸੰਗਤ ਵਿੱਚੋਂ ਜੀ 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 ਆਜੋ ਉੱਠ ਕੇ। ਬੋਲਿਆ ਕਰੋ। ਸੰਗਤ ਵਿੱਚੋਂ ਜੀ ਆਜੋ ਉੱਠ ਕੇ। 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 ਜਿਹਨੇ ਸੀਸ ਧਰਮ ਲੇਖੇ ਲਾਉਣਾ, ਸੰਗਤ ਵਿੱਚੋਂ ਆਜੋ ਉੱਠ ਕੇ। ਸੀਸ ਧਰਮ ਲੇਖੇ ਲਾਉਣਾ, ਸੰਗਤ ਵਿੱਚੋਂ ਆਜੋ ਉੱਠ ਕੇ। ਸੰਗਤ ਵਿੱਚੋਂ ਆਜੋ ਉੱਠ ਕੇ। ਸੰਗਤ ਵਿੱਚੋਂ ਆਜੋ ਉੱਠ ਕੇ। ਗਰਜਵੀਂ ਆਵਾਜ਼ ਸੰਗਤਾਂ ਦੇ ਕੰਨਾਂ 'ਚ ਪਈ ਹੈ। ਜਿਹਨੇ ਸੀਸ ਧਰਮ ਲੇਖੇ ਲਾਉਣਾ, ਇੱਕ ਸੀਸ ਦੀ ਲੋੜ ਹੈ, ਮੰਗਿਆ ਇੱਕੋ ਹੀ ਹੈ। ਇੱਕ ਸੀਸ ਦੀ ਲੋੜ ਹੈ। ਜਿਹਨੇ ਸੀਸ ਧਰਮ ਲੇਖੇ ਲਾਉਣਾ ਹੈ ਤੇ ਸੰਗਤ 'ਚੋਂ ਆਓ ਉੱਠ ਕੇ। ਜਦੋਂ ਇੰਨਾ ਵਚਨ ਕੀਤਾ, ਉਸੇ ਵੇਲੇ ਭਾਈ ਦਇਆ ਰਾਮ ਜੋ ਸੰਗਤ ਦੇ ਵਿਚਕਾਰ ਜੇ ਬੈਠਾ ਸੀ, ਉੱਠਿਆ। ਪਹਿਲੀ ਆਵਾਜ਼ ਹੀ ਆ ਦੇਖਿਆ, ਮੈਂ ਕਹਿ ਦਿੰਦੇ ਆ ਵੀ ਗੁਰੂ ਸਾਹਿਬ ਨੇ ਦੂਜੀ ਆਵਾਜ਼ ਦਿੱਤੀ, ਤੀਜੀ ਆਵਾਜ਼ ਦਿੱਤੀ ਜੀ, ਉੱਠਣਾ ਨਾ। ਪਹਿਲੀ ਆਵਾਜ਼ ਹੀ ਸੰਗਤ ਵਿੱਚੋਂ ਉੱਠ ਖੜਿਆ ਭਾਈ ਦਇਆ ਰਾਮ। ਹਾਂ, ਸਟੇਜ ਕੋਲੇ ਆਉਂਦਿਆਂ ਥੋੜਾ ਜਿਹਾ ਟਾਈਮ ਲੱਗ ਗਿਆ, ਇਕੱਠ ਬਹੁਤ ਸੀ ਨਾ, ਵਿਚਾਲੇ ਬੈਠਾ ਸੀ, ਇਕੱਠ ਬਹੁਤ ਸੀ। ਜਦ ਰੱਖਿਓ ਸਟੇਜ ਕੋਲ ਪਹੁੰਚਦਿਆਂ ਟਾਈਮ ਲੱਗ ਗਿਆ।
ਜਿਸ ਵੇਲੇ ਗੁਰੂ ਜੀ ਨੇ ਆਵਾਜ਼ਾ ਦਿੱਤਾ ਇੱਕ ਸੀਸ ਦੀ ਲੋੜ ਹੈ, ਭਾਈ ਦਇਆ ਰਾਮ ਲਾਹੌਰ ਦੇ ਰਹਿਣ ਵਾਲਾ, ਖੱਤਰੀਆਂ ਦੇ ਘਰ ਦਾ ਜਨਮ, ਇਹ ਸਿਰਫ ਪਿਛੋਕੜ ਦੱਸਣ ਵਾਸਤੇ, ਜਾਣ ਪਛਾਣ ਕਰਾਉਣ ਵਾਸਤੇ ਪ੍ਰਚਾਰਕ ਨੂੰ ਕਹਿਣਾ ਪੈਂਦਾ ਹੈ। ਯਾਦ ਰੱਖਿਓ, ਗੁਰੂ ਨਾਨਕ ਦਾ ਤੇ ਕੋਈ ਊਚ ਨੀਚ ਨਹੀਂ, ਕੋਈ ਭਿੱਟ ਨਹੀਂ, ਕੋਈ ਛੂਤ ਛਾਤ ਨਹੀਂ, ਇੱਥੇ ਕੋਈ ਵੱਡੀ ਛੋਟੀ ਜਾਤ ਕੋਈ ਨਹੀਂ। ਇਹ ਤਾਂ ਸਿਰਫ ਜਾਣ ਪਛਾਣ ਤਾਂ ਕਰਾਉਣੀ ਪੈਂਦੀ ਹੈ ਨਾ, ਇਤਿਹਾਸ ਸੁਣਾਉਂਦਿਆਂ ਹੋਇਆ, ਬਸ ਉਸ ਭਾਵ 'ਚ ਕਹਿਣਾ ਪੈਂਦਾ। ਹੁਣ ਭਾਈ ਦਇਆ ਰਾਮ ਉੱਠਿਆ, ਲਾਹੌਰ ਦਾ ਜਨਮ, ਖੱਤਰੀਆਂ ਦੇ ਘਰ ਦਾ, ਸੰਗਤ ਵਿੱਚੋਂ ਉੱਠ ਕੇ ਤੇ ਪਿਆਰ ਨਾਲ ਸੰਗਤਾਂ ਨੂੰ ਪਾਸੇ ਕਰਦਾ ਹੋਇਆ ਸਟੇਜ ਵੱਲ ਨੂੰ ਵੱਧਦਾ ਆ ਰਿਹਾ ਹੈ। ਸਟੇਜ ਕੋਲ ਪਹੁੰਚ ਗਿਆ, ਹੱਥ ਜੋੜ ਕੇ ਥੋੜਾ ਕੁ ਸੀਟ ਝੁਕਾ ਕੇ ਸਤਿਕਾਰ ਵਾਲੀ ਮੁਦਰਾ ਵਿੱਚ ਖੜ ਗਿਆ। ਦਸ਼ਮੇਸ਼ ਪਿਤਾ ਜੀ ਕਹਿੰਦੇ, ਭਾਈ ਤੂੰ ਕੌਣ ਹੈ? ਕਹਿੰਦਾ, ਮਹਾਰਾਜ ਕਰ ਦਿਓ ਕਿਰਪਾ, ਸੱਚਮੁੱਚ ਹੀ ਮੈਨੂੰ ਪਤਾ ਲੱਗ ਜੇ ਮੈਂ ਕੌਣ ਹੈ, ਆਤਮਕ ਸਰੂਪ ਦੀ ਸੋਝੀ ਹੋ ਜਾਵੇ। ਪੜ੍ਹਦੇ ਤਾਂ ਬਹੁਤ ਵਾਰੀਆਂ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗ, ਜਾਣਕਾਰੀ ਤਾਂ ਹੈ ਪਰ ਹਜੇ ਅਨੁਭਵ ਨਹੀਂ ਬਣਿਆ ਮਹਾਰਾਜ। ਵਚਨ ਵੀ ਯਾਦ ਹੈ, ਵਚਨ ਯਾਦ ਹੋ ਜਾਣਾ, ਜਾਣਕਾਰੀ ਹੋ ਜਾਣੀ ਹੋਰ ਗੱਲ ਹੁੰਦੀ ਹੈ। ਉਹ ਵਚਨ ਅਨੁਭਵ ਵਿੱਚ ਆ ਜਾਣਾ ਤਾਂ ਬਹੁਤ ਹੀ ਵੱਡੀ ਗੱਲ ਹੁੰਦੀ ਹੈ। ਮਹਾਰਾਜ ਆਪ ਜੀ ਦੀ ਗੁਰਬਾਣੀ ਵਿੱਚੋਂ ਪੜ੍ਹਦੇ ਤਾਂ ਹਾਂ, ਜਿਵੇਂ ਹਿਸਾਬ ਹੁੰਦਾ ਨਾ, ਹਿਸਾਬ ਮੈਥ, ਹੁਣ ਪਿੱਛੋਂ ਦੇਖ ਕੇ ਸਹੀ ਉੱਤਰ ਲਾ ਦੇਣਾ ਹੋਰ ਗੱਲ ਹੁੰਦੀ ਹੈ, ਸਵਾਲ ਫਾਰਮੂਲਾ ਇੰਪਲੀਮੈਂਟ ਕਰਕੇ ਹੱਲ ਕਰ ਲੈਣਾ ਹੋਰ ਗੱਲ ਹੁੰਦੀ ਹੈ। ਸਤਨਾਮ, ਉਹ ਜਮਾਂ ਹੀ ਵੱਡੀ ਗੱਲ ਹੁੰਦੀ ਹੈ। ਸੋਲਵ ਕਰਨਾ ਕੁਐਸਚਨ ਨੂੰ ਫਾਰਮੂਲਾ ਵਰਤ ਕੇ, ਅਪਲਾਈ ਕਿਵੇਂ ਹੋ ਫਾਰਮੂਲਾ, ਉਹ ਗੱਲ ਜਮਾਂ ਹੀ ਹੋਰ ਹੈ, ਉਹ ਗੱਲ ਵੱਡੀ ਹੈ। ਪਿੱਛੋਂ ਦੇਖ ਕੇ ਉੱਤਰ ਲਾ ਦੇਣਾ ਉਹ ਤਾਂ ਆਮ ਗੱਲ ਹੈ, ਇਸ਼ਾਰਾ ਹੈ। ਇਤਿਹਾਸ ਵੱਲ ਆ ਜਾਈਏ, ਉਸ ਵੇਲੇ ਭਾਈ ਦਇਆ ਰਾਮ ਕਹਿੰਦਾ, ਪਾਤਸ਼ਾਹ ਜੀ ਕਿਰਪਾ ਹੋ ਜਾਵੇ, ਪਤਾ ਹੀ ਲੱਗ ਜੇ ਮੈਂ ਕੌਣ ਹੈ, ਆਤਮਕ ਸਰੂਪ ਦਾ ਅਨੁਭਵ ਹੋ ਜਾਵੇ, ਕਰ ਦਿਓ ਕਿਰਪਾ, ਲੱਗ ਜੀ ਪਤਾ ਮੈਂ ਕੌਣ ਹੈ। ਪਰ ਮਹਾਰਾਜ ਜੋ ਤੁਸੀਂ ਪੁੱਛਿਆ ਹੈ ਵੀ ਤੂੰ ਕੌਣ ਹੈ, ਇਹ ਕਿਰਪਾ ਤੁਸੀਂ ਕਰਨੀ ਹੈ, ਪਰ ਮਹਾਰਾਜ ਮੈਂ ਹੱਡ ਮਾਸ ਦਾ ਨਾਮ ਦਇਆ ਰਾਮ ਰੱਖੀ ਫਿਰਦਾ, ਆਰਜੀ ਜੀ ਪਛਾਣ ਬਣਾਈ ਫਿਰਦਾ ਆਪਦੀ, ਆਰਜੀ ਪਛਾਣ। ਜੇ ਕੋਈ ਆਵਾਜ਼ ਮਾਰੇ ਨਾ ਦਇਆ ਰਾਮ, ਤੇ ਮੈਂ ਕੰਨ ਜਿਹੇ ਖੜੇ ਕਰ ਲੈਣਾ ਵੀ ਮੈਨੂੰ ਆਵਾਜ਼ ਮਾਰੀ ਹੈ, ਘੁੰਮੇ ਦਇਆ ਰਾਮ ਹੈ। ਹੱਡ ਮਾਸ ਦੇ ਨਾਂ ਨਾਲ ਜੁੜਿਆ ਫਿਰਦਾ ਮਹਾਰਾਜ, ਹੱਡ ਮਾਸ ਦੇ ਨਾਂ ਨਾਲ ਜੁੜਿਆ ਫਿਰਦਾ, ਆਰਜੀ ਪਛਾਣ ਬਣਾਈ ਫਿਰਦਾ ਮਹਾਰਾਜ। ਦਇਆ ਰਾਮ ਕਹਿੰਦੇ ਆ, ਦਇਆ ਰਾਮ ਕਹਿੰਦੇ ਆ ਮਹਾਰਾਜ ਇਸ ਹੱਡ ਮਾਸ ਨੂੰ। ਕਿੱਥੋਂ ਆਏ ਭਾਈ? ਮਹਾਰਾਜ ਲਾਹੌਰ ਤੋਂ। ਸਟੇਜ ਕੋਲ ਕਿਵੇਂ ਪਹੁੰਚੇ ਨੇ? ਮਹਾਰਾਜ ਆਪਨੇ ਸੀਸ ਦੀ ਮੰਗ ਕੀਤੀ ਹੈ। ਅੱਛਾ, ਦਇਆ ਰਾਮ ਸੀਸ ਦੇਣ ਆਇਆ ਤੂੰ? ਸੀਸ ਦੇਣ ਨੂੰ ਜੀ ਕਰਦਾ ਹੈ? ਇੰਨਾ ਕਿਹਾ ਦਇਆ ਰਾਮ ਕਹਿੰਦਾ, ਪਾਤਸ਼ਾਹ ਜੀ ਸੀਸ ਤਾਂ ਜਿਸ ਦਿਨ ਤੋਂ ਆਪ ਜੀ ਦੇ ਸਿੱਖ ਬਣੇ ਹਾਂ ਉਸ ਦਿਨ ਤੋਂ ਹੀ ਤੁਹਾਡਾ, ਉਸ ਦਿਨ ਤੋਂ ਹੀ ਤੁਹਾਡਾ ਦੇਣਾ ਕੀ ਹੈ, ਪਹਿਲਾਂ ਹੀ ਤੁਹਾਡਾ ਹੈ। ਇਹ ਸੀਸ ਤਾਂ ਪਹਿਲਾਂ ਹੀ ਤੁਹਾਡੀ ਅਮਾਨਤ ਹੈ ਤੇ ਤੁਹਾਡੀ ਅਮਾਨਤ ਤੁਹਾਡੇ ਕੋਲੇ ਹਾਜ਼ਰ ਹੈ। ਆਪ ਜੀ ਜਿਵੇਂ ਠੀਕ ਸਮਝਦੇ ਹੋ ਆਪਣੀ ਅਮਾਨਤ ਨੂੰ ਵਰਤ ਲਓ। ਪਾਤਸ਼ਾਹ ਸੀਸ ਅੱਜ ਨਹੀਂ ਦੇਣ ਲੱਗੇ, ਇਹ ਤਾਂ ਜਿਸ ਦਿਨ ਤੋਂ ਸਿੱਖ ਹਾਂ ਸੀਸ ਤੁਹਾਡੀ ਹੀ ਅਮਾਨਤ ਹੈ। ਕੀ ਕਹਿੰਦਾ? ਸਤਿਗੁਰ ਸੀਸ ਅਮਾਨਤ ਸੋਢੀ ਸੋਢੇ ਕੋਲ ਹਾਜ਼ਰ ਹੈ। ਸਤਿਗੁਰ ਸੀਸ ਅਮਾਨਤ ਸੋਢੀ ਸੋਢੇ ਕੋਲ ਹਾਜ਼ਰ ਹੈ। ਸਤਿਗੁਰ ਸੀਸ ਅਮਾਨਤ ਸੋਢੀ ਸੋਢੇ ਕੋਲ ਹਾਜ਼ਰ ਹੈ। ਸਤਿਗੁਰ ਸੀਸ ਅਮਾਨਤ ਸੋਢੀ ਸੋਢੇ ਕੋਲ ਹਾਜ਼ਰ ਹੈ।
ਤੁਹਾਡੇ ਕੋਲ ਹਾਜ਼ਰ ਹੈ ਜੀ, ਤੁਹਾਡੇ ਕੋਲ ਹਾਜ਼ਰ ਹੈ। ਸਤਿਗੁਰ ਸੀਸ ਅਮਾਨਤ ਸੋਈ 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 ਤੁਹਾਡੇ ਕੋਲ ਹਾਜ਼ਰ ਹੈ। ਭਾਈ ਦਇਆ ਰਾਮ ਕਹਿੰਦਾ ਪਾਤਸ਼ਾਹ ਜੀ ਆਪ ਦੀ ਅਮਾਨਤ ਆਪਣੇ ਕੋਲ ਹਾਜ਼ਰ ਹੈ, ਜਿਵੇਂ ਤੁਸੀਂ ਠੀਕ ਸਮਝਦੇ ਹੋ ਵਰਤ ਲਓ। ਉਸੇ ਵੇਲੇ ਦਸ਼ਮੇਸ਼ ਪਿਤਾ ਜੀ ਭਾਈ ਦਇਆ ਰਾਮ ਨੂੰ ਸਟੇਜ ਦੇ ਪਿਛਲੇ ਪਾਸੇ ਜੋ ਗੁਰੂ ਜੀ ਨੇ ਉਚੇਚੇ ਤੌਰ ਤੇ ਇੱਕ ਤੰਬੂ ਲਵਾਇਆ ਹੋਇਆ ਸੀ ਲੈ ਗਏ ਨੇ। ਸਟੇਜ ਖਾਲੀ ਹੋ ਚੁੱਕੀ ਹੈ। ਜੋ ਸਟੇਜ ਖਾਲੀ ਹੋ ਗਈ, ਪਿੱਛੋਂ ਜਿਉਂ ਕੁਝ ਕੁ ਖਿਸਕ ਗਏ, ਖਿਸਕ ਕੇ ਕਹਿ ਲੋ ਭੱਜ ਗਏ, ਕਹਿ ਲੋ ਭੱਜੇ ਕੌਣ? ਗੁਰੂ ਕੇ ਸਿੱਖ ਨਹੀਂ, ਹੋਰ ਕੌਣ ਆ ਗਿਆ ਫਿਰ? ਭੱਜੇ ਉਹ ਜਿਹੜੇ ਲੰਗਰਾਂ ਦੇ ਦਾਲੇ ਟੈਸਟ ਕਰਨ ਆਏ ਸੀ। ਭੱਜੇ ਉਹ ਜਿਹੜੇ ਇਹ ਸਮਝ ਕੇ ਆਏ ਸੀ ਵੀ ਆਏ ਸੁਣਦੇ ਆ ਵੀ ਸਿੱਖ ਜਲੇਬੀਆਂ ਬਹੁਤ ਵਧੀਆ ਬਣਾਉਂਦੇ ਆ ਵਿਸਾਖੀ ਨੂੰ। ਭੱਜੇ ਉਹ ਜਿਹੜੇ ਇਸ ਭਾਵ ਨਾਲ ਆਏ ਸੀ ਵੀ ਆਏ ਸੁਣਦੇ ਆ ਵੀ ਪਕੌੜੇ ਬੜੇ ਵਧੀਆ ਬਣਦੇ ਆ ਵਿਸਾਖੀ ਨੂੰ। ਪਕੌੜੇ ਭਾਵ ਕਿ ਜਿਹੜੇ ਸਤਸੰਗੀ ਨਹੀਂ ਸੀ, ਜਿਹੜੇ ਸੇਵਾ ਕਰਨ ਵਾਲੇ ਨਹੀਂ ਸੀ, ਸਤਸੰਗੀਆਂ ਵਾਸਤੇ ਗੁਰੂ ਕਾ ਲੰਗਰ ਤਿਆਰ ਹੈ। ਆਪਾਂ ਸਮਾਪਤੀ ਵੀ ਛਕਾਂਗੇ, ਰਾਹੀ ਪਾਂਦੀ ਵੀ ਛਕ ਸਕਦਾ ਹੈ। ਬਿਪਤਾ ਪਾਈ ਵਿੱਚ ਗੁਰੂ ਕਾ ਲੰਗਰ ਸਭ ਵਾਸਤੇ ਹੁੰਦਾ ਹੈ। ਸਮਝ ਲਓ, ਕਿਤੇ ਭੁਲੇਖੇ ਚ ਨਾ ਪੈ ਜਾਓ, ਕਨਫਿਊਜ਼ਨ ਨਾ ਹੋ ਜਾਵੇ ਕੀ ਕਹਿਣਾ ਚਾਹੁੰਦਾ। ਭਾਵ ਕਿ ਜਿਹੜੇ ਸਿਰਫ ਖਾਣ ਦੇ ਭਾਵ ਨਾਲ ਹੀ ਆਏ ਸੀ, ਖਾਣ ਦੇ ਭਾਵ ਨਾਲ ਤੁਰ ਫਿਰ ਕੇ ਦਾਲ ਟੈਸਟ ਨਹੀਂ ਕਰਨਾ, ਜਿਸ ਸੀਟ ਦੀ ਲੋੜ ਹੈ ਭੋਜਨ ਆਪਾਂ ਛਕਦੇ ਹਾਂ। ਇਹ ਤੁਰ ਫਿਰ ਕੇ ਵੀ ਉੱਥੇ 10,000 ਗੰਨੇ ਦਾ ਰੋਹ ਪਿਆਉਂਦੇ ਆ, ਉੱਥੇ 10,000 ਦੇ ਪਕੌੜੇ ਬਣੇ, ਉਹ ਫਲਾਣੇ ਬਾਬਾ ਇਹਨਾਂ ਦੇ ਕਾਜੂ ਵਾਲੀ ਖੀਰ ਚੱਲਦੀ ਹੈ, ਉੱਧਰ ਚੱਲ ਗਈ ਜਾਂ ਮਟਰ ਪਨੀਰ ਬਣਿਆ ਹੋਇਆ ਪਰਲੇ ਪਾਸੇ ਜੇ ਲੰਗਰ ਚੱਲਦਾ। ਸਮਝ ਗਏ ਤੁਸੀਂ ਮੈਂ ਕੀ ਕਹਿਣਾ ਚਾਹੁੰਦਾ? ਜਿਹੜੇ ਤੁਰ ਫਿਰ ਕੇ ਭਾਵੇਂ ਪੜਾਕਾ ਪੈ ਜੇ ਪੇਟ ਦਾ, ਪੜਾਕਾ ਹੀ ਪੈ ਜੇ ਭਾਵੇਂ, ਪਰ ਕਹਿੰਦੇ ਲੰਗਰ ਸਾਰੇ ਟੈਸਟ ਕਰਨੇ, ਗੁਰੂ ਸਤਨਾਮ ਤੁਰ ਫਿਰ ਕੇ ਦਾਲੇ ਟੈਸਟ ਕਰਨਾ, ਤੁਰ ਫਿਰ ਕੇ ਦਾਲੇ ਨਹੀਂ ਤਾਂ ਭੋਜਨ ਲੋੜ ਹੈ ਸਾਰੀ ਆਪਾਂ ਛਕਦੇ ਹਾਂ। ਅੱਜ ਵੀ ਸੰਗਤ ਵਾਸਤੇ ਬਣਾਇਆ ਬੜੇ ਪਿਆਰ ਨਾਲ, ਗੱਲ ਨਹੀਂ ਕੋਈ। ਭਾਵ ਸਮਝੋ, ਸਮਝ ਕੀ ਭਾਵ। ਏਦਾਂ ਜਿਹੜੇ ਭਾਈਓ ਤੁਰ ਫਿਰ ਕੇ ਦਾਲੇ ਟੈਸਟ ਕਰਨੇ ਸੀ ਲੰਗਰਾਂ ਦੇ, ਤੁਰ ਫਿਰ ਕੇ ਜਲੇਬੀਆਂ ਪਕੌੜੇ ਖਾਣ ਵਾਲੇ, ਉਹ ਭੱਜ ਗਏ ਪਿੱਛੋਂ ਜੀ ਉੱਠ ਕੇ, ਕਹਿੰਦੇ ਉੱਡ ਚੱਲੋ ਕਿਹੜੀਆਂ, ਕਹਿੰਦੇ ਜਲੇਬੀਆਂ ਪਕੌੜੇ, ਐਤਕੀ ਤਾਂ ਕੰਮ ਹੀ ਹੋਰ ਹੋਇਆ ਪਿਆ। ਉਹ ਐਤਕੀ ਤਾਂ ਸਿਰ ਹੀ ਮੰਗੀ ਜਾਂਦੇ, ਪਤਾ ਨਹੀਂ ਕੀ ਹੋ ਗਿਆ ਨਾ, ਮੌਕੇ ਪਕੌੜੇ ਖਵਾਉਂਦੇ ਹੁੰਦੇ, ਜਲੇਬੀਆਂ ਖਵਾਉਂਦੇ ਹੁੰਦੇ, ਚੰਗੇ ਭਲੇ ਸੀ ਵਧੀਆ, ਤੇ ਅਸੀਂ ਤਾਂ ਜਲੇਬੀਆਂ ਪਕੌੜੇ ਖਾਣਾ ਸੀ, ਸਿਰ ਮੰਗੀ ਜਾਂਦੇ। ਭੱਜੇ ਕਦੋਂ? ਜਦੋਂ ਸਟੇਜ ਖਾਲੀ ਹੋ ਗਈ। ਕਿ ਜਿੰਨੀ ਦੇਰ ਗੁਰੂ ਜੀ ਸਟੇਜ ਤੇ ਰਹੇ, ਸਾਹਮਣੇ ਉੱਠਣ ਤਾਂ ਮੁਸ਼ਕਲ ਬਹੁਤ ਹੁੰਦਾ ਨਾ। ਉਧਰੋਂ ਸਟੇਜ ਖਾਲੀ ਹੋ ਗਈ, ਗੁਰੂ ਜੀ ਦਇਆ ਰਾਮ ਨੂੰ ਲੈ ਕੇ ਤੰਬੂ ਚ, ਉਧਰੋਂ ਕਹਿੰਦੇ ਮੌਕਾ ਹੁਣ ਜੋ ਸ਼ਕੌਏ ਕੁਣਕੇ ਕੇ ਭਾਗ ਗਏ ਇੱਕ ਠੁਣਕੇ ਚ, ਉਹ ਭੱਜ ਗਏ ਸਾਰੇ। ਅੱਜ ਇਹ ਕੁਝ ਹੋ ਰਿਹਾ ਹੈ ਵੀ ਸਿਰਫ ਲੰਗਰਾਂ ਨੂੰ ਚੈੱਕ ਕਰਨ ਵਾਸਤੇ ਵੀ ਜਾਂਦੇ ਨੇ ਕੁਝ ਲੋਕ, ਕੁਝ ਕਿਹਾ ਨਾ, ਸਾਰੇ ਨਹੀਂ ਕਿਹਾ। ਹਾਲਾਤ ਪਤਾ ਕੀ ਬਣਿਆ ਪੈਣਾ, ਕਿਸੇ ਨੂੰ ਵਿਅੰਗ ਚ ਗੱਲ ਕਹਿਣ ਲੱਗਿਆ ਸਮਝਾਉਣ ਵਾਸਤੇ। ਕੋਈ ਦੋ ਪਾਤਰ ਸਿਰਜ ਲਓ ਆਪਾਂ ਵੀ, ਕੋਈ ਦੋ ਜਾਣੇ ਆ, ਜਦ ਨਾਂ ਨਾ ਲਓ, ਦੋ ਕਹਿ ਲਓ ਬਸ ਵੀ ਦੋ ਆ। ਪਹਿਲਾ ਦੂਜੇ ਨੂੰ ਕਹਿੰਦਾ, ਦੋ ਪਾਤਰ ਨੇ ਹੁਣ, ਪਹਿਲਾ ਤੇ ਦੂਜਾ, ਬਸ ਵਾਰਤਾਲਾਪ ਬਣਾਇਆ ਮੈਂ, ਕਰਮਲ ਸ਼ੀਸ਼ ਨੂੰ ਹੁੰਦੀ ਨਾ ਵਾਰਤਾਲਾਪ।
ਪਹਿਲਾ ਦੂਜੇ ਨੂੰ ਕਹਿੰਦਾ ਓਏ ਗੁਰਦੁਆਰੇ ਚੱਲੀਏ, ਦੂਜਾ ਕਹਿੰਦਾ ਮੈਂ ਨਹੀਂ ਜਾਂਦਾ, ਦੂਜਾ ਕਹਿੰਦਾ ਮੈਂ ਨਹੀਂ ਜਾਂਦਾ। ਪਹਿਲਾ ਫਿਰ ਕਹਿੰਦਾ ਜਾਂਦਾ ਕਾਤੇ ਨਹੀਂ, ਗੁਰਦੁਆਰੇ ਚੱਲਦੇ ਏ। ਦੂਜਾ ਫਿਰ ਕਹਿੰਦਾ ਤੈਨੂੰ ਮੈਂ ਕਹਿੰਦਾ ਮੈਂ ਨਹੀਂ ਜਾਂਦਾ। ਉਹ ਪਹਿਲਾ ਫਿਰ ਕਹਿੰਦਾ ਆਕੜ ਕੇ ਜਗ੍ਹਾ ਤੇ ਬੋਲਦਾ ਹੈ, ਚੱਲਦੇ ਆ ਗੁਰਦੁਆਰੇ। ਉਹ ਦੂਜਾ ਫਿਰ ਕਹਿੰਦਾ ਤੀਜੀ ਵਾਰੀ, ਉਹ ਦੂਜਾ ਫਿਰ ਕਹਿੰਦਾ ਤੈਨੂੰ ਮੈਂ ਕਹਿੰਦਾ ਹੁਣ ਨਹੀਂ ਮੈਂ ਜਾਂਦਾ ਗੁਰਦੁਆਰੇ, ਹੁਣ ਤਾਂ ਮੈਂ ਰੋਟੀ ਖਾਈ ਫਿਰਦਾ। ਤੁਸੀਂ ਸਮਝ ਗਏ ਮੈਂ ਕੀ ਕਹਿਣਾ ਚਾਹੁੰਦਾ? ਰਹੋ ਵਿਚਾਰ। ਹਾਂਜੀ, ਜਿਸ ਵੇਲੇ ਲਓ ਜੀ ਚੁੱਪ ਵਰਤੀ ਰਹੀ, ਕਾਫੀ ਦੇਰ ਦੇ ਬਾਅਦ ਜਾਂ ਥੋੜੀ ਕੁ ਦੇਰ ਕਹਿ ਲਓ, ਚਲੋ ਉਹਨਾਂ ਦੀ ਸਮਝਣ ਵਾਸਤੇ ਦਸ਼ਮੇਸ਼ ਪਿਤਾ ਜੀ ਦੁਬਾਰਾ ਸਟੇਜ ਤੇ ਆ ਗਏ। ਦੁਬਾਰਾ ਦੂਜੀ ਵਾਰ ਫੇਰ ਸਟੇਜ ਤੇ ਪਹੁੰਚ ਚੁੱਕੇ ਨੇ। ਫੇਰ ਕਿਰਪਾਨ ਵਾਲਾ ਹੱਥ ਉੱਪਰ ਚਲਿਆ ਗਿਆ। ਫਿਰ ਗਰਜਵੀਂ ਆਵਾਜ਼ ਆਈ ਹੈ ਦੂਜੀ ਵਾਰ, ਸੰਗਤਾਂ ਦੇ ਕੰਨਾਂ 'ਚ ਗਰਜਵੀਂ ਆਵਾਜ਼ ਪਈ। ਕੀ ਮੰਗਿਆ ਜਾ ਰਿਹਾ ਹੈ? ਉਹ ਕੋਈ ਉੱਠੋ ਬਈ ਪਿਆਰਾ ਸਿੱਖ ਮੇਰਾ, ਲੋੜ ਪੈ ਗਈ ਹੋਰ ਸੀਸ ਦੀ। ਕੋਈ ਉੱਠੋ ਬਈ ਪਿਆਰਾ ਸਿੱਖ ਮੇਰਾ, ਲੋੜ ਪੈ ਗਈ ਹੋਰ ਸੀਸ ਦੀ। ਕੋਈ ਉੱਠੋ ਬਈ ਪਿਆਰਾ ਸਿੱਖ ਮੇਰਾ, ਲੋੜ ਪੈ ਗਈ ਹੋਰ ਸੀਸ ਦੀ। ਉੱਠੋ ਬਈ ਪਿਆਰਾ ਸਿੱਖ ਮੇਰਾ, ਲੋੜ ਪੈ ਗਈ ਹੋਰ ਸੀਸ ਦੀ। ਪਿਆਰਾ ਸਿੱਖ ਲੋੜ ਪੈ ਗਈ ਇੱਕ ਹੋਰ ਸੀਸ ਦੀ। ਲੋੜ ਪੈ ਗਈ ਇੱਕ ਹੋਰ ਸੀਸ ਦੀ। ਲੋੜ ਪੈ ਗਈ ਇੱਕ ਹੋਰ ਸੀਸ ਦੀ। ਮੈਨੂੰ ਲੋੜ ਪੈ ਗਈ ਇੱਕ ਹੋਰ ਸੀਸ ਦੀ। 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 ਕੋਈ ਉੱਠੋ ਬਈ ਪਿਆਰਾ ਸਿੱਖ ਮੇਰਾ, ਲੋੜ ਪੈ ਗਈ ਹੋਰ ਸੀਸ ਦੀ। ਕੋਈ ਉੱਠੋ ਬਈ ਪਿਆਰਾ ਸਿੱਖ ਮੇਰਾ। ਲੋੜ ਪੈ ਗਈ ਹੋਰ ਸੀਸ ਦੀ। ਲੋੜ ਪੈ ਗਈ ਹੋਰ ਸੀਸ ਦੀ। ਲੋੜ ਪੈ ਗਈ ਹੋਰ ਸੀਸ ਦੀ। ਦਸ਼ਮੇਸ਼ ਪਿਤਾ ਜੀ ਨੇ ਦੁਬਾਰਾ ਫੇਰ ਗਰਜਵੀਂ ਆਵਾਜ਼ ਵਿੱਚ ਕਿਹਾ, ਇੱਕ ਸੀਸ ਦੀ ਹੋਰ ਲੋੜ ਹੈ, ਇੱਕ ਸੀਸ ਦੀ ਹੋਰ ਲੋੜ ਹੈ। ਕੋਈ ਉੱਠੋ ਮੇਰਾ ਪਿਆਰਾ ਸਿੱਖ। ਇੱਕ ਸੀਸ ਹੋਰ ਚਾਹੀਦਾ ਹੈ। ਰਮਜ ਵੀ ਦੇ ਦਿੱਤੀ, ਕੋਈ ਉੱਠੋ ਮੇਰਾ ਪਿਆਰਾ ਸਿੱਖ।
ਇਹ ਵੱਖਰਾ ਵਿਸ਼ਾ ਹੈ ਕਿ ਸਤਪੁਰਸ਼ਾਂ ਦੀਆਂ ਰਮਜ਼ਾਂ ਬਾਅਦ ਚ ਖੁੱਲਦੀਆਂ ਹੁੰਦੀਆਂ, ਪਰ ਰਮਜ਼ ਦੇਗੀ ਵੀ ਜਿਹੜਾ ਸੀਸ ਦੇ ਦੂ ਸਾਡਾ ਪਿਆਰਾ ਬਣ ਜੂ। ਮਗਰੋਂ ਪਤਾ ਲੱਗਿਆ ਵੀ ਪਿਆਰੇ ਬਣ ਗਏ ਸਾਰੇ, ਪਰ ਕਹਿ ਪਹਿਲੇ ਹੀ ਦਿੱਤਾ ਸੀ ਕੋਈ ਉੱਠੋ ਮੇਰਾ ਪਿਆਰਾ ਸਿੱਖ, ਇੱਕ ਸੀਸ ਦੀ ਲੋੜ ਹੈ। ਦੂਜੀ ਵਾਰ ਉੱਠਿਆ ਧਰਮਦਾਸ, ਹਸਤਨਾਪੁਰੀ ਦਿੱਲੀ ਦੇ ਰਹਿਣ ਵਾਲਾ ਧਰਮਦਾਸ, ਜ਼ਿਮੀਂਦਾਰ ਕਿਸਾਨਾਂ ਦੇ ਘਰ ਦਾ ਜਨਮ, ਖੇਤੀ ਕਰਨ ਵਾਲਾ ਪਰਿਵਾਰ ਹੈ। ਧਰਮਦਾਸ ਹਸਤਨਾਪੁਰੀ ਦਿੱਲੀ ਦੇ ਰਹਿਣ ਵਾਲਾ। ਤੀਜੀ ਵਾਰ ਸੀਸ ਮੰਗਿਆ ਹਿੰਮਤ ਰਾਏ ਉੱਠਿਆ, ਜਗਨਨਾਥਪੁਰੀ ਉੜੀਸਾ ਦੇ ਰਹਿਣ ਵਾਲਾ, ਝਿਉਰਾਂ ਦੇ ਘਰ ਦਾ ਜਨਮ। ਪਿਛੋਕੜ ਦੱਸਣ ਦਾ ਭਾਵ ਵਾਰੀ ਵਾਰੀ ਕਹਿ ਦੇਵਾਂ, ਝਿਉਰਾਂ ਦੇ ਘਰ ਦਾ ਜਨਮ ਹਿੰਮਤ ਰਾਏ। ਚੌਥੀ ਵਾਰ ਸੀਸ ਮੰਗਿਆ ਮੋਹਕਮ ਚੰਦ ਉੱਠਿਆ, ਦਵਾਰਕਾਪੁਰੀ ਗੁਜਰਾਤ ਦੇ ਰਹਿਣ ਵਾਲਾ, ਸ਼ੀਂਬਿਆਂ ਦੇ ਘਰ ਦਾ ਜਨਮ। ਪੰਜਵੀਂ ਵਾਰ ਸੀਸ ਮੰਗਿਆ ਸਾਹਿਬ ਰਾਮ ਉੱਠਿਆ, ਬੇਦਰ ਸ਼ਹਿਰ ਦੇ ਰਹਿਣ ਵਾਲਾ, ਜਿੱਥੇ ਨਾਨਕ ਝੀਰਾ ਗੁਰਦੁਆਰਾ ਸਾਹਿਬ ਹੈ। ਬੇਦਰ ਸ਼ਹਿਰ ਮੇਰਾ ਖਿਆਲ ਕਰਨਾਟਕਾ ਚ ਪੈਂਦਾ, ਚਲੋ ਮੈਨੂੰ ਪਤਾ ਨਹੀਂ, ਆਂਧਰਾ ਚ ਵੀ ਹੋ ਸਕਦਾ, ਅੱਜ ਬਦਲਦੇ ਰਹਿੰਦੇ। ਕਰਨਾਟਕਾ ਚ ਚਲੋ, ਹਾਂਜੀ ਕਰਨਾਟਕਾ ਵਿੱਚ ਇਹ ਪੈਂਦਾ। ਸੋ ਬੇਦਰ ਸ਼ਹਿਰ ਦੇ ਰਹਿਣ ਵਾਲਾ ਸਾਹਿਬ ਰਾਮ ਪੰਜਵੀਂ ਵਾਰ ਉੱਠਿਆ, ਨਾਈਆਂ ਦੇ ਘਰ ਦਾ ਜਨਮ, ਰਾਜੇ ਵੀ ਕਹਿ ਦਿੱਤਾ ਜਾਂਦਾ। ਛੇਵੀਂ ਵਾਰ ਗੁਰੂ ਨੇ ਸੀਸ ਮੰਗਿਆ ਨਹੀਂ, ਦੇਣ ਵਾਲੇ ਤਿਆਰ ਬੈਠੇ ਸੀ। 5 ਸੀਸ ਮੰਗੇ, 5 ਸੀਸ ਲੈਣ ਤੋਂ ਬਾਅਦ ਸੀਸ ਮੰਗਣ ਦੀ ਮੰਗ ਬੰਦ ਕਰ ਦਿੱਤੀ। ਕਾਫੀ ਦੇਰ ਚੁੱਪ ਵਰਤੀ ਰਹੀ। ਕਾਫੀ ਦੇਰ ਦੇ ਬਾਅਦ ਸੰਗਤਾਂ ਨੂੰ ਕਦੋਂ ਪਤਾ ਲੱਗਿਆ, ਜਦੋਂ ਪੰਜਾਂ ਨੂੰ ਸਜਾ ਕੇ ਸਟੇਜ ਤੇ ਲੈ ਆਏ। ਪੰਜਾਂ ਨੂੰ ਸਟੇਜ ਤੇ ਲੈ ਆਏ ਸਜਾ ਕੇ, 5 ਕਕਾਰ ਪਹਿਨੇ ਹੋਏ ਆ ਸਭ ਦੇ। ਪੰਜਾਂ ਨੂੰ ਸਜਾ ਕੇ ਸਟੇਜ ਤੇ ਲੈ ਆਏ। ਅਗਲੀ ਕਥਾ ਤੋਂ ਪਹਿਲਾਂ, ਇਹ ਕਥਾ ਤਾਂ ਅਗਲੀ ਵੀ ਹੋ ਸਕਦੀ ਹੈ, ਪਰ ਜਿਵੇਂ ਤੂੰ ਅਗਲੀ ਕਥਾ ਸ਼ੁਰੂ ਕਰਤੀ, ਤੁਸੀਂ ਬਹੁਤਿਆਂ ਨੇ ਜਾਂਦੇ ਗੱਲਾਂ ਕਰਦੇ ਜਾਣਾ ਵੀ ਪੰਜਾਂ ਨੂੰ ਸਜਾ ਕੇ ਸਟੇਜ ਤੇ ਲਾਏ, ਅਗਲੀ ਕਥਾ ਸ਼ੁਰੂ ਕਰਤੀ, ਤੰਬੂ ਵਾਲੀ ਗੱਲ ਹੀ ਛੱਡ ਗਿਆ। ਤੰਬੂ ਵਾਲੀ ਗੱਲ ਸੁਣਾਈ ਨਹੀਂ, ਇਹ ਤਾਂ ਕਹਿੰਦੇ ਬਹੁਤ ਨੇ। ਲਓ ਜੀ, ਫਿਰ ਹੁਣ ਤੰਬੂ ਵਾਲੀ ਕਥਾ ਵੀ ਕਰੀ ਲਈਏ, ਫਿਰ ਅੱਗੇ ਤੁਰਾਂਗੇ ਆਪਾਂ ਗੱਲ। ਹਨਾ, ਤੰਬੂ ਵਿੱਚ ਕੀ ਹੋਇਆ, ਇੱਕ ਸਟੇਟਮੈਂਟ ਦਿੰਦਾ ਹੈ, ਆਪਣੇ ਚੈੱਕ ਕਰ ਲਿਓ ਵੀ ਕਿੰਨੇ ਦੀ ਤਸੱਲੀ ਹੋ ਗਈ। ਤੰਬੂ ਵਿੱਚ ਕੀ ਹੋਇਆ, ਗੁਰੂ ਦੀਆਂ ਗੁਰੂ ਜਾਣੇ, ਸਿੱਖ ਦਾ ਫਰਜ਼ ਨਹੀਂ ਬਣਦਾ ਪੜਦੇ ਵਿੱਚ ਵੇਖਣਾ, ਸਿੱਖ ਦਾ ਫਰਜ਼ ਨਹੀਂ ਬਣਦਾ ਵੀ ਐਂ ਕਰ ਕਰਕੇ ਝੀਤਾਂ ਵਿੱਚ ਵੇਖਣਾ, ਐਂ ਕਰਕੇ ਕੀ ਕਰਦੇ ਆ। ਸਿੱਖ ਦਾ ਫਰਜ਼ ਨਹੀਂ ਬਣਦਾ ਝੀਤਾਂ ਰਾਹੀਂ ਵੇਖਣਾ, ਸਿੱਖ ਦਾ ਫਰਜ਼ ਨਹੀਂ ਬਣਦਾ ਪਰਦੇ ਵਿੱਚ ਵੇਖਣਾ। ਤੰਬੂ 'ਚ ਕੀ ਹੋਇਆ, ਗੁਰੂ ਦੀਆਂ ਗੁਰੂ ਜਾਣੇ। ਬਹੁਤ ਸਤ ਸੰਗੀਆਂ ਨੂੰ ਇੰਨੀ ਸਟੇਟਮੈਂਟ ਦੇ ਨਾਲ ਤਸੱਲੀ ਹੋ ਜਾਂਦੀ ਹੈ, ਬਹੁਤ ਸਤ ਸੰਗੀਆਂ ਨੂੰ, ਪਰ ਕੁਝ ਨੂੰ ਨਹੀਂ ਹੁੰਦੀ, ਕੁਝ ਨੂੰ ਨਹੀਂ ਹੁੰਦੀ। ਉਹਦੇ ਵਾਸਤੇ ਵਿਆਖਿਆ ਹੋਰ ਕਰਦੇ ਹਾਂ। ਉਹਦੇ ਵਾਸਤੇ ਕੁਝ ਨੇ ਤੰਬੂ ਉਖੇੜਿਆ। ਹੁਣ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਤੁਹਾਡੀ ਰਾਏ ਲੈ ਲੈਣੀ ਆਪਾਂ। ਪਹਿਲਾਂ ਭੈਣਾਂ ਦੀ ਰਾਏ ਨਾ ਲੈ ਲਈਏ। ਹਾਂ ਬੀਬੀਓ, ਤੁਸੀਂ ਰਾਏ ਦਿਓ ਵੀ ਗੁਰੂ ਨੇ ਸਟੇਜ ਦੇ ਪਿਛਲੇ ਪਾਸੇ ਤੰਬੂ ਲਵਾਇਆ ਹੈ, ਉਹ ਗੁਰੂ ਨੇ ਤੰਬੂ ਲਵਾਇਆ ਜਿਹੜਾ ਸਟੇਜ ਦੇ ਪਿਛਲੇ ਪਾਸੇ, ਉਹ ਤੰਬੂ ਆਪਾਂ ਉਖੇੜ ਦਈਏ, ਪੱਟ ਦਈਏ ਕਿ ਲੱਗਿਆ ਰਹਿਣ ਦਈਏ? ਬੋਲੋ ਕੀ ਰਾਏ ਹੈ? ਜੋ ਤੰਬੂ ਪੱਟ ਦਈਏ ਕਿ ਲੱਗਿਆ ਰਹਿਣ ਦਈਏ? ਲੱਗਿਆ ਰਹਿਣ ਦਈਏ। ਲਓ ਜੀ, ਭੈਣਾਂ ਦਾ ਖਿਆਲ ਆ ਗਿਆ ਵੀ ਗੁਰੂ ਨੇ ਤੰਬੂ ਲਵਾਇਆ, ਆਪਾਂ ਕਾਹਨੂੰ ਪੱਟਣਾ ਜੀ। ਗੱਲ ਤਾਂ ਭੈਣਾਂ ਦੀ ਸਿਆਣੀ ਹੈ। ਹੁਣ ਤੁਹਾਡੀ ਕੀ ਰਾਏ ਹੈ? ਵੀ ਕਈ ਵਾਰੀ ਭਾਈਆਂ ਦੀ ਰਾਏ ਹੁੰਦੀ ਵੀ ਪੱਟ ਦਿਓ, ਥੋੜਾ ਤੇਜ਼ ਹੁੰਦੇ ਨਹੀਂ, ਫਿਰਤੀ ਫਰਕ ਹੁੰਦਾ ਇਸਤਰੀ ਪੁਰਸ਼ ਦਾ। ਤੁਹਾਡੀ ਕੀ ਰਾਏ ਹੈ, ਕਿ ਪੱਟ ਦਈਏ ਕਿ ਰਹਿਣ ਦਈਏ? ਗੁਰੂ ਨੇ ਲਵਾਇਆ ਨਾ, ਗੁਰੂ ਨੇ ਲਵਾਇਆ ਤੇ ਗੁਰੂ ਦਾ ਲਵਾਇਆ ਤੰਬੂ ਲੱਗਿਆ ਰਹਿਣ ਦਿਓ। ਆਪਾਂ ਕਾਹਨੂੰ ਪੱਟਣਾ, ਕਾਹਨੂੰ ਖੇਡਣਾ, ਕਾਹਤੇ ਖੇਡਣਾ ਬਈ? ਚਲੋ ਗੁਰੂ ਨੇ ਤੰਬੂ ਲਵਾਇਆ ਤੇ ਲੱਗਾ ਰਹਿਣ ਦਿਓ।
ਤੇ ਜਿਨ੍ਹਾਂ ਨੇ ਤੰਬੂ ਖੇੜਾ, ਜਦੋਂ ਆਪਾਂ ਅੱਗੇ ਗੱਲ ਕਰਦੇ ਹਾਂ ਪਹਿਲਾਂ ਸੁਣ, ਇੱਕ ਇੱਥੇ ਨੁਕਤਾ ਹੋਰ ਹੈ, ਉਹ ਵੀ ਬਹੁਤ ਵਾਰ ਕਿਹਾ ਹੈ, ਜਾਂ ਇਦਾਂ ਦੱਸ ਦਿਓ ਵੀ ਦਸ਼ਮੇਸ਼ ਪਿਤਾ ਜੀ ਦੀ ਇੱਛਾ ਹੈ, ਦਸ਼ਮੇਸ਼ ਪਿਤਾ ਜੀ ਦੀ ਇੱਛਾ ਹੈ ਵੀ ਤੰਬੂ ਵਾਲੇ ਕੌਤਕ ਨੂੰ ਗੁਪਤ ਰੱਖਿਆ ਜਾਵੇ। ਹੁਣ ਤੁਸੀਂ ਇੱਕ ਨਵੀਂ ਰਾਏ ਦੇ ਦਿਓ ਵੀ ਦਸ਼ਮੇਸ਼ ਪਿਤਾ ਜੀ ਦੀ ਇੱਛਾ ਦਾ ਸਤਿਕਾਰ ਕਰਨਾ ਹੈ ਕਿ ਨਹੀਂ? ਕਿਉਂ ਭੈਣਾ, ਧੀਆਂ ਮਾਵਾਂ ਕਰਨਾ ਇੱਛਾ ਦਾ ਸਤਿਕਾਰ, ਜੋ ਗੁਰੂ ਚਾਹੁੰਦਾ ਆਪਾਂ ਸਤਿਕਾਰ ਕਰਨਾ ਕਿ ਉਲਟ ਚੱਲਣਾ ਹੈ? ਚਲੋ, ਗੁਰੂ ਦੀ ਇੱਛਾ ਦਾ ਸਤਿਕਾਰ ਕਰਨਾ ਹੈ ਤੇ ਗੁਰੂ ਦੀ ਇੱਛਾ ਹੈ ਵੀ ਤੰਬੂ ਵਾਲੇ ਕੌਤਕ ਨੂੰ ਗੁਪਤ ਰੱਖਿਆ ਜਾਵੇ। ਇਹ ਤੇ ਵੀ ਪ੍ਰਸ਼ਨ ਹੋ ਗਿਆ ਸੀ ਇੱਕ ਤਾਂ। ਇਹ ਕਥਾ ਅਸੀਂ ਕੀਤੀ, ਤੈਨੂੰ ਵਰਤੀ ਗੱਲ ਦੱਸਦਾ, ਅਮਰੀਕਾ ਦੀ। ਅਮਰੀਕਾ ਵਿੱਚ ਮੈਂ ਕਥਾ ਕੀਤੀ ਤੇ ਇੱਕ ਨੌਜਵਾਨ ਆ ਗਿਆ ਬਾਅਦ ਵਿੱਚ, ਮੈਨੂੰ ਆ ਕੇ ਕਹਿਣ ਲੱਗਿਆ ਤੁਹਾਨੂੰ ਇੱਕ ਪ੍ਰਸ਼ਨ ਪੁੱਛਣਾ ਸੀ। ਮੈਂ ਕਿਹਾ ਪੁੱਛ ਲਾਂ। ਕਹਿੰਦਾ ਗੁੱਸਾ ਤਾਂ ਨਹੀਂ ਕਰਦੇ? ਮੈਂ ਗੁੱਸਾ ਕਾਤੇ ਕਰਨਾ, ਪ੍ਰਚਾਰ ਤੇ ਕੀ ਹੋਇਆ, ਜਿਹੜਾ ਕੁਛ ਪੁੱਛੇ ਤੇ ਗੁੱਸਾ ਕਰ ਗਿਆ? ਸਾਡੀ ਡਿਊਟੀ ਹੈ, ਫਰਜ਼ ਹੈ, ਮੈਂ ਸਮਝਦੀ ਫਰਜ਼ ਸਮਝਦਾ ਵੀ ਜਵਾਬ ਦੇਣਾ। ਤੇ ਉਹ ਮੈਨੂੰ ਮੇਰਾ ਨਾਂ ਲੈ ਕੇ ਕਹਿੰਦਾ, ਉਧਰ ਇਦਾਂ ਬੋਲਣ ਦਾ ਜ਼ਿਆਦਾ ਰਿਵਾਜ ਹੈ, ਮੈਨੂੰ ਸੋਹਣਾ ਵੀ ਲੱਗਦਾ, ਵਧੀਆ ਲੱਗਿਆ। ਉਹ ਮੈਨੂੰ ਕਹਿਣ ਲੱਗਿਆ ਨਾ ਪੂਰਾ ਜੁਰਤ ਨਾਲ, ਅੱਖਾਂ 'ਚ ਅੱਖਾਂ ਪਾ ਕੇ, ਕਹਿੰਦਾ ਪੰਥਪ੍ਰੀਤ ਸਿੰਘ, ਤੁਹਾਨੂੰ ਗੁਰੂ ਦੀ ਇੱਛਾ ਦਾ ਕਿਵੇਂ ਪਤਾ ਲੱਗਿਆ? ਤੁਸੀਂ ਸਟੇਜ ਤੇ ਕਥਾ ਵਿੱਚ ਕਿਹਾ ਸੀ ਨਾ ਵੀ ਗੁਰੂ ਦੀ ਇੱਛਾ ਹੈ ਤੰਬੂ ਵਾਲੇ ਕੌਤਕ ਨੂੰ ਗੁਪਤ ਰੱਖਣਾ। ਮੈਨੂੰ ਕਹਿਣ ਲੱਗਿਆ ਪੰਥਪ੍ਰੀਤ ਸਿੰਘ, ਤੈਨੂੰ ਗੁਰੂ ਦੀ ਇੱਛਾ ਦਾ ਪਤਾ ਕਿਵੇਂ ਲੱਗਿਆ? ਪਤਾ ਕਿਵੇਂ ਲੱਗਿਆ? ਮੈਂ ਕਿ ਵੀ ਨੌਜਵਾਨਾਂ ਸਵਾਦ ਆ ਗਿਆ, ਕਿਉਂਕਿ ਪ੍ਰਸ਼ਨ ਬਹੁਤ ਵਧੀਆ ਕੀਤਾ। ਪ੍ਰਸ਼ਨ ਕਰਨ ਵਾਸਤੇ ਵੀ ਅਕਲ ਚਾਹੀਦੀ ਹੈ ਨਾ, ਅਕਲ ਤੋਂ ਬਿਨਾਂ ਤਾਂ ਪ੍ਰਸ਼ਨ ਵੀ ਨਹੀਂ ਹੁੰਦਾ। ਤੇ ਪ੍ਰਸ਼ਨ ਵਧੀਆ ਹੋਵੇ ਤੇ ਉੱਤਰ ਵੀ ਵਧੀਆ ਹੀ ਹੁੰਦਾ ਨਾ। ਪ੍ਰਸ਼ਨ ਵਧੀਆ ਹੋਵੇ, ਪ੍ਰਸ਼ਨ ਪਾਏਦਾਰ ਹੋਵੇ ਤਾਂ ਉੱਤਰ ਵੀ ਵਧੀਆ ਹੋਊਗਾ। ਮੈਂ ਕਿਹਾ ਵੀ ਨੌਜਵਾਨਾਂ, ਪਹਿਲਾਂ ਤਾਂ ਤੇਰਾ ਮੈਂ ਧੰਨਵਾਦ ਕਰਦਾ ਵੀ ਤੂੰ ਪ੍ਰਸ਼ਨ ਬਹੁਤ ਵਧੀਆ ਕੀਤਾ। ਤੇ ਮੈਂ ਕਿਹਾ ਵੀ ਮੈਨੂੰ ਇੱਥੋਂ ਪਤਾ ਲੱਗਿਆ ਗੁਰੂ ਦੀ ਇੱਛਾ, ਫਿਰ ਦੱਸਿਆ ਮੈਂ ਤੁਹਾਨੂੰ ਵੀ ਮੈਨੂੰ ਕੀ ਪਤਾ ਲੱਗ ਗਿਆ। ਮੈਂ ਕਿਹਾ ਮੈਨੂੰ ਇੰਨਾ ਪਤਾ ਲੱਗਿਆ ਵੀ ਉਹ ਪੰਜਾਂ ਨੇ ਤੰਬੂ ਵਾਲੀ ਗੱਲ ਨਹੀਂ ਕੀਤੀ ਬਾਹਰ। ਪੰਜਾਂ ਨੇ, ਤੁਹਾਡੇ ਵਿੱਚੋਂ ਕਿਸੇ ਨੇ ਪੜ੍ਹਿਆ ਵੀ ਭਾਈ ਦਇਆ ਸਿੰਘ ਖਾਲਸਾ ਨੇ ਦੱਸਿਆ ਹੋਵੇ ਤੰਬੂ 'ਚ ਕੀ ਹੋਇਆ ਸੀ? ਪੜ੍ਹਿਆ ਕਿਸੇ ਨੇ? ਦੱਸ ਦੇ ਮੈਨੂੰ ਵੀ, ਹੁਣ ਬੋਲ ਕੋ, ਹੁਣ ਪੜ੍ਹਿਆ ਕਿਸੇ ਨੇ? ਹੁਣ ਭਾਈ ਦਇਆ ਸਿੰਘ ਖਾਲਸਾ ਮਾਂ ਨੇ ਪੁੱਛਿਆ ਹੀ ਹੋਣਾ, ਜਿਵੇਂ ਤੁਹਾਨੂੰ ਇੱਛਾ ਜਾਣਨ ਦੀ, ਤੇ ਮਾਂ ਨੇ ਤਾਂ ਬੜੀ ਉਤਸੁਕਤਾ ਨਾਲ ਪੁੱਛਿਆ ਹੋਣਾ, ਵੇ ਪੁੱਤ ਪਹਿਲਾਂ ਤਾਂ ਵੇ ਪੁੱਤ ਆਏ ਦੱਸ ਵੀ ਜੋ ਉਸਨੂੰ ਲੈ ਗਏ ਸੀ ਨਾ ਪੁੱਤ ਗੁਰੂ ਜੀ ਤੰਬੂ 'ਚ, ਉੱਥੇ ਕੀ ਹੋਇਆ? ਇਹ ਵੀ ਪੁੱਛਿਆ ਹੋਣਾ ਨਾ, ਇਹ ਦੱਸਿਆ ਉਹਨੂੰ। ਮਾਂ ਤੇ ਪੁੱਤ ਦਾ ਬੜਾ ਨੇੜੇ ਦਾ ਰਿਸ਼ਤਾ ਹੁੰਦਾ ਨਾ, ਪੁੱਤ ਮਾਂ ਨੂੰ ਦੱਸ ਹੀ ਦਿੰਦਾ ਨਾ ਹਰ ਗੱਲ, ਜੇ ਦੱਸੀ ਨਹੀਂ, ਪੰਜਾਂ ਨੇ ਨਹੀਂ ਦੱਸਿਆ। ਭਾਈ ਧਰਮ ਸਿੰਘ ਖਾਲਸਾ ਨੂੰ ਪੁੱਛਿਆ ਹੋਣਾ ਮਾਂ ਨੇ, ਚਲ ਮਾਂ ਕੀ ਸਾਰਾ ਪਰਿਵਾਰ ਹੀ ਕਹਿ ਲਓ ਹੁਣ ਅੱਗੇ, ਘਰ ਵਾਲੀ ਨੇ ਵੀ, ਭੈਣ ਨੇ ਵੀ, ਭਾਈ ਨੇ ਵੀ, ਬਾਪੂ ਨੇ ਵੀ, ਸਾਰਿਆਂ ਨੇ ਪੁੱਛਿਆ ਹੋਣਾ ਨਾ, ਕਿਸੇ ਨੂੰ ਨਹੀਂ ਦੱਸਿਆ। ਪੰਜਾਂ ਨੇ ਨਾ ਆਪਣੀ ਮਾਂ ਨੂੰ ਦੱਸਿਆ, ਨਾ ਉਹਨਾਂ ਪੰਜਾਂ ਨੇ ਆਪਣੀ ਸਿੰਘਣੇ ਨੂੰ ਦੱਸਿਆ, ਨਾ ਉਹਨਾਂ ਪੰਜਾਂ ਨੇ ਆਪਣੀ ਭੈਣ ਨੂੰ ਦੱਸਿਆ, ਨਾ ਭਾਈ ਨੂੰ ਦੱਸਿਆ ਹੀ ਨਹੀਂ ਕਿਸੇ ਨੂੰ। ਮੈਂ ਕਿਹਾ ਵੀ ਉੱਥੋਂ ਮੈਂ ਅੰਦਾਜ਼ਾ ਲਾ ਲਿਆ ਵੀ ਦਸ਼ਮੇਸ਼ ਪਿਤਾ ਜੀ ਦੀ ਸਖਤ ਹਦਾਇਤ ਸੀ ਪੰਜਾਂ ਨੂੰ ਵੀ ਤੰਬੂ ਵਾਲੀ ਗੱਲ ਨਹੀਂ ਬਾਹਰ ਕਰਨਾ। ਉਹ ਪੰਜਾਂ ਨੇ ਗੁਰੂ ਦੇ ਬਚਨ ਤੇ ਪਹਿਰਾ ਦਿੱਤਾ, ਉਹ ਤੰਬੂ ਵਾਲਾ ਕੌਤਕ ਗੁਪਤੀ ਲੈ ਗਏ ਨਾਲ। ਉਹ ਸਤਨਾਮ ਹੋ ਗਈ ਤਸੱਲੀ। ਹਾਂਜੀ, ਇਹ ਸਮਝਣਾ, ਇਹਦਾ ਮਤਲਬ ਸਪਸ਼ਟ ਹੀ ਹੋ ਗਿਆ ਨਾ ਵੀ ਇਹਨੂੰ ਸਖਤ ਹਦਾਇਤ ਸੀ। ਉਹਨਾਂ ਦਾ ਵੀ ਕਿੱਡਾ ਜਿਗਰਾ, ਤੰਬੂ ਵਾਲੀ ਗੱਲ ਹੀ ਨਹੀਂ ਕੀਤੀ, ਪੰਜਾਂ ਨੇ ਨਹੀਂ ਕੀਤੀ, ਪੰਜਾਂ ਨੇ ਕਮਾਲ ਹੋ ਗਿਆ। ਹੁਣ ਆਪਾਂ ਨੂੰ ਪਤਾ ਲੱਗ ਗਿਆ ਨਾ ਇੱਛਾ ਦਸ਼ਮੇਸ਼ ਪਿਤਾ ਜੀ ਦੀ, ਇਹ ਤੰਬੂ ਵਾਲੀ ਗੱਲ ਨਹੀਂ ਬਾਹਰ ਕਰਨੀ, ਤੰਬੂ ਵਾਲੀ ਨਹੀਂ ਕਰਨੀ ਗੱਲਬਾਤ। ਤੇ ਆਪਾਂ ਨੂੰ ਸਾਰਿਆਂ ਨੂੰ ਦਸ਼ਮੇਸ਼ ਪਿਤਾ ਦੀ ਇੱਛਾ ਦਾ ਸਤਿਕਾਰ ਕਰਨਾ ਬਣਦਾ ਹੈ। ਹੁਣ ਪੱਕੀ ਹੋ ਗਈ ਗੱਲ, ਇਸ ਕਰਕੇ ਹੁਣ ਉਹ ਸਟੇਟਮੈਂਟ ਸਭ ਦੇ ਹਾਜ਼ਮੇ ਆਜੂ। ਦੁਬਾਰਾ ਦੇ ਦੇ, ਹੁਣ ਵਿਆਖਿਆ ਤੋਂ ਬਾਅਦ ਸਟੇਟਮੈਂਟ ਜੱਚ ਜਾਂਦੀ ਹੈ। ਮੈਂ ਪਹਿਲਾਂ ਦੇਤੀ ਸੀ, ਹੁਣ ਸਟੇਟਮੈਂਟ ਕੀ ਬਣ ਗਈ ਸਾਰੇ ਵਿਆਖਿਆ ਚੋਂ? ਤੰਬੂ ਵਿੱਚ ਕੀ ਹੋਇਆ ਗੁਰੂ ਦੀਆਂ ਗੁਰੂ ਜਾਣੇ, ਸਿੱਖ ਦਾ ਫਰਜ਼ ਨਹੀਂ ਬਣਦਾ ਪਰਦੇ ਵਿੱਚ ਵੇਖਣਾ। ਤੇ ਜਿਨ੍ਹਾਂ ਨੇ ਤੰਬੂ ਖੇੜਿਆ ਉਹਨਾਂ ਨੂੰ ਸਾਨੂੰ ਪਤੀ ਹੈ, ਫਿਰ ਚੱਕ ਤੇ ਫੱਟੇ ਕਥਾ ਵਾਲਾ ਹੀ
ਸ਼ੁਰੂ ਦੇ ਦਿਨਾਂ 'ਚ ਮੈਨੂੰ ਵੀ ਭੁਲੇਖਾ ਪੈ ਗਿਆ ਸੀ। ਸ਼ੁਰੂ ਦੇ ਦਿਨਾਂ 'ਚ ਆਪਾਂ ਜੋ ਕੁਝ ਆਪਾਂ ਨੂੰ ਅਵੇਲੇਬਲ ਹੁੰਦਾ ਹੈ ਉਹ ਪੜ੍ਹਦੇ ਹਾਂ, ਤੇ ਉਹ ਸੂਈ ਵਾਲੀ ਗੱਲ ਤੇ ਮੈਂ ਵੀ ਭੁਲੇਖਾ ਪੈ ਗਿਆ ਸੀ। ਪਰ ਨਹੀਂ, ਇਹ ਗੱਲਾਂ ਬਾਅਦ 'ਚ ਬਣਾਈਆਂ ਹੋਈਆਂ। ਉੱਥੇ ਪਹਿਲੇ ਸੀ ਸਾਰਾ, ਉੱਥੇ ਕੋਈ ਲੋਜ ਸੀਗਾ, ਕੋਈ ਸਿਸਟਮ ਸੂਈਆ। ਬਾਕੀ ਇਸ ਸੂਈਏ ਮਗਰ ਜਾਣਾ ਹੀ ਨਹੀਂ, ਅਸੀਂ ਤਾਂ ਗੁਰੂ ਦੀ ਇੱਛਾ ਮਗਰ ਜਾਣਾ। ਉਹ ਸਾਰੀਆਂ ਗੱਲਾਂ ਬਾਅਦ 'ਚ ਬਣਾਈਆਂ ਹੋਈਆਂ। ਰਹੋ ਵਿਚਾਰ ਤਾਂ। ਤੇ ਹੁਣ ਆਪਾਂ ਨੂੰ ਇਹ ਗੱਲ, ਤੇ ਜਿਨ੍ਹਾਂ ਨੇ ਤੰਬੂ ਪੱਟਿਆ ਤੁਹਾਨੂੰ ਪਤਾ ਹੀ ਹੈ, ਕਥਾ ਦੇ ਫੱਟੇ ਚੱਕ ਤੇ ਫੱਟੇ ਕਿਵੇਂ ਸਮਝੇਗੀ ਕਿ ਨਾ। ਇਹ ਕਿਸੇ ਨੇ ਤਾਂ ਕਹਿੰਦੇ ਬੱਕਰੇ ਵੱਢੇ ਹੋਏ ਸੀ, ਬੱਕਰੇ ਬੰਨੇ ਹੋਏ ਸੀ ਕਹਿੰਦੇ ਅੰਦਰ, ਸੂਰਜ ਪ੍ਰਕਾਸ਼ 'ਚ ਹੀ ਲਿਖਿਆ ਕਹਿੰਦੇ ਬੱਕਰੇ ਬੰਨੇ ਸੀ ਅੰਦਰ। ਕੱਤੀ ਨਾ ਕਥਾ ਉਹ ਤੰਬੂ ਵਾਲੀ ਆਪਦੇ ਕੋਲੋਂ ਹੀ ਮਤਲਬ ਬਣਾ ਕੇ, ਤੇ ਕਿਸੇ ਨੇ ਜਿਉਂਦੇ ਹੀ ਫੱਟੇ ਚੱਕ ਤੇ ਕਹਿੰਦੇ ਗੁਰੂ ਸਾਹਿਬ ਨੇ ਕਹਿੰਦੇ ਭਾਈ ਦਇਆ ਰਾਮ ਦਾ ਕਹਿੰਦੇ ਸੀਸ ਕਹਿੰਦੇ ਧਰਮਦਾਸ ਦੇ ਧੜ ਨੂੰ ਲਾਤਾ। ਧਰਮਦਾਸ ਦਾ ਸੀ ਦੂਜੇ ਧੜ, ਕਹਿੰਦੇ ਦੇਖੀ ਨਹੀਂ ਧੜ ਕੀ ਦਾ ਸੀਸ ਕੀ ਦਾ, ਕਹਿੰਦੇ ਕਰਕੇ ਵੱਖ। ਉੱਥੇ ਕਹਿਣਾ ਪੈਂਦਾ ਵੀ ਥੋੜਾ ਜਿਹਾ ਸੋਚ ਲਿਆ ਕਰੋ ਗੱਲ ਕਹਿਣ ਤੋਂ ਪਹਿਲਾਂ, ਬਸ ਮਾਫ ਕਰਨਾ। ਇਸ਼ਾਰਾ ਮਾਤਰ ਜ਼ਰੂਰ ਦੇ ਜਾਵਾਂ, ਮੇਰੀਆਂ ਮਾਵਾਂ ਭੈਣਾਂ ਧੀਆਂ ਬੈਠੀਆਂ, ਪਰ ਹਰ ਗੱਲ ਸਮਝਾਉਣੀ ਪੈਂਦੀ ਹੈ। ਹੁਣ ਕੀ ਹੈ, ਕਹਿੰਦੇ ਧੜ ਹੋਰ ਸੀਸ ਹੋਰ। ਇਹਨਾਂ ਕਥਾ ਕਰਨ ਵਾਲਿਆਂ ਨੂੰ ਪੁੱਛ ਲਿਓ ਵੀ ਚੰਦਰੇ ਐਂ ਦੱਸਿਓ ਵੀ ਮਾੜਾ ਜਿਹਾ ਕਿਹੜੇ ਘਰੇ ਜਾਊਗਾ, ਬੋਲੋ ਸਤਨਾਮ। ਦੱਸਿਓ ਨਾ ਮੈਨੂੰ, ਕਰ ਲਈ ਕਥਾ। ਹਾਂਜੀ, ਪਕੜ ਚ ਆਈ ਗੱਲ। ਪੁੱਛੋ ਇਹ ਕਥਾ ਕਰਨ ਵਾਲਿਆਂ ਨੂੰ, ਪ੍ਰਸ਼ਨ ਕਰ ਸਕਦੇ ਆ ਨਾ। ਜਿਹੜਾ ਇਦਾਂ ਜੇ ਕਰੇ ਨਾ ਆਪਦੇ ਅੰਦਰ ਸੁਣਾਉਂਦੇ ਨੇ, ਉਹਦਾ ਧੜ ਉਹਦੇ ਨਾਲ ਲਾਤਾ, ਉਹਦਾ ਸੀਸ ਉਹਦੇ ਨਾਲ ਲਾਤਾ, ਐਂ ਮਗਰੋਂ ਥੱਲੇ ਉੱਤਰ ਨੂੰ ਪੁੱਛੇ ਜਾਣਾ, ਥੱਲੇ ਉੱਤਰੇ ਨੂੰ ਪੁੱਛਿਓ ਮੁੜ ਕੇ ਕਿਸੇ ਨੂੰ। ਇਹ ਬਹੁਤ ਕਰਦੇ ਨੇ ਕਥਾ ਇਦਾਂ ਦੀਆਂ, ਪੁੱਛੋ ਥੱਲੇ ਜਾ ਕੇ ਵੀ ਧੜ ਮੰਨ ਲਓ ਧਰਮਦਾਸ ਦਾ ਸੀਸ ਮੰਨ ਲਓ ਤੇ ਦਇਆ ਰਾਮ ਦਾ ਲੱਗਿਆ, ਉਹ ਦੱਸੋ ਕਿਹੜੇ ਘਰੇ ਜਾਓ, ਦਇਆ ਰਾਮ ਵਾਲੇ ਘਰੇ ਜਾਓ ਕਿ ਧਰਮ ਸਿੰਘ ਵਾਲੇ ਘਰੇ ਜਾਓ। ਰਹੋ ਚਾਲ। ਕਹਿਣ ਦਾ ਭਾਵ ਕੀ ਹੈ, ਇਹ ਤੰਬੂ ਉਖੇੜਨ ਵਾਲੀਆਂ ਦੀਆਂ ਗੱਲਾਂ ਹੈ, ਕੱਚੀਆਂ ਸਾਖੀਆਂ। ਹਾਂਜੀ, ਆਪਾਂ ਗੱਲ ਸਮਝ ਲਈ, ਮੇਰਾ ਪਕੜ ਚ ਆ ਗਈ। ਅੱਗੇ ਤੁਰ ਗਏ। ਜਿਸ ਵੇਲੇ ਪੰਜਾਂ ਨੂੰ ਸਜਾ ਕੇ ਸਟੇਜ ਤੇ ਲੈ ਆਏ, ਦਸ਼ਮੇਸ਼ ਪਿਤਾ ਨੇ ਪੰਜਾਂ ਨੂੰ ਖੰਡੇ ਦੀ ਪਹੁਲ ਛਕਾਈ। ਖੰਡੇ ਦੀ ਪਹੁਲ ਛਕਾਈ, 5 ਕਕਾਰ ਬਖਸ਼ਿਸ਼ ਕੀਤੇ, ਰਹਿਤ ਮਰਜ਼ਾਦਾ ਜੋ ਵੀ ਦਿਲ ਕਰਵਾਈ। ਇੱਥੇ ਉਹ ਵਿਸ਼ਾ ਨਹੀਂ ਹੋਣਾ, ਕਿਉਂਕਿ 5 ਪਿਆਰੇ ਸਿੰਘ ਸਾਹਿਬਾਂ ਨੂੰ ਦਿਲ ਕਰਾਉਂਦੇ ਆ ਜਦੋਂ ਤੁਸੀਂ ਖੰਡੇ ਦੀ ਪਹੁਲ ਛਕਦੇ ਹੋ। ਤਾਂ ਉਸ ਤੋਂ ਬਾਅਦ ਜਿਸ ਵੇਲੇ ਪੰਜਾਂ ਨੂੰ ਸਜਾ ਕੇ ਗੁਰੂ ਜੀ ਖੰਡੇ ਦੀ ਪਹੁਲ ਛਕਾ ਕੇ ਪੰਜਾਂ ਦੀ ਜਾਣ ਪਛਾਣ ਕਰਾਉਂਦੇ ਆ ਸੰਗਤ ਨਾਲ। ਕਹਿੰਦੇ ਭਾਈ ਆਹ 1 ਨੰਬਰ ਤੇ ਆ ਸਾਡਾ ਪਿਆਰਾ ਭਾਈ ਦਇਆ ਸਿੰਘ ਖਾਲਸਾ, ਆਹ 2 ਨੰਬਰ ਤੇ ਭਾਈ ਹਿੰਮਤ ਸਿੰਘ, ਮਾਫ ਕਰਨਾ, 2 ਨੰਬਰ ਤੇ ਭਾਈ ਧਰਮ ਸਿੰਘ ਖਾਲਸਾ, ਆਹ 3 ਨੰਬਰ ਤੇ ਸਾਡਾ ਪਿਆਰਾ ਭਾਈ ਹਿੰਮਤ ਸਿੰਘ ਖਾਲਸਾ, ਆਹ 4 ਨੰਬਰ ਤੇ ਸਾਡਾ ਪਿਆਰਾ ਭਾਈ ਮੋਹਕਮ ਸਿੰਘ ਖਾਲਸਾ, 5 ਨੰਬਰ ਤੇ ਸਾਡਾ ਪਿਆਰਾ ਭਾਈ ਸਾਹਿਬ ਸਿੰਘ ਖਾਲਸਾ। ਜਦੋਂ ਇਹਨਾਂ ਕਿਹਾ ਸੰਗਤਾਂ ਬੜੀਆਂ ਹੈਰਾਨ। ਪਹਿਲਾਂ ਕੋਈ ਖੱਤਰੀ ਹੈ, ਕੋਈ ਜੱਟ ਹੈ, ਕੋਈ ਝਿਉਰ ਹੈ, ਕੋਈ ਨਾਈ ਹੈ, ਕੋਈ ਸ਼ੀਂਬਾ ਹੈ, ਪਰ ਖੰਡੇ ਦੀ ਪਹੁਲ ਛਕ ਕੇ ਪਿਛਲਾ ਜਾਤ ਗੋਤ ਖਤਮ, ਕੁਲ ਨਾਸ਼। ਕਾਸਟ ਸਾਬ ਕਾਸਟ ਖਤਮ, ਪਿਛਲਾ ਹੁਣ ਕੀ ਬਣ ਗਏ ਸਾਰੇ ਸਿੰਘ ਖਾਲਸੇ। ਆ ਕਿਤੇ ਸਮਝ ਆ ਜਾ ਸਾਨੂੰ, ਇਹ ਸਮਝ ਆਈ ਨਹੀਂ। 1699 ਦੀ ਵਿਸਾਖੀ ਤੇ ਜਾਣ ਵੇਲੇ ਤਾਂ ਖੱਤਰੀ ਜੱਟ ਝਿਉਰ ਨਾਈ ਸ਼ੀਂਬੇ ਚਮਾਰ ਗਏ। ਜਾਣ ਵੇਲੇ ਜਦੋਂ ਆਏ, ਆਉਣ ਵੇਲੇ ਆਏ ਕਹਿ ਲਓ ਆਪਾਂ, ਆਉਣ ਵੇਲੇ ਆਏ, ਪਰ ਖੱਤਰੀ ਜੱਟ ਝਿਉਰ ਨਾਈ ਸ਼ੀਂਬੇ ਚਮਾਰ ਵਾਪਸ ਨਹੀਂ ਗਏ, ਵਾਪਸ ਤਾਂ ਖਾਲਸੇ ਗਏ ਸੀ। ਬੋਲੋ ਸਤਨਾਮ। ਆਨੰਦਪੁਰ ਸਾਹਿਬ ਤੋਂ ਵਾਪਸ ਨਹੀਂ ਗਏ, ਵਾਪਸ ਕੌਣ ਗਏ ਸੀ? ਖਾਲਸੇ। ਖਾਲਸੇ ਇਹ ਪਕੜ ਚ ਆ ਗਈ ਹੁੰਦੀ, ਅੱਜ ਪਕੜ ਚ ਆ ਜੇ, ਚੜ੍ਹਦੀ ਕਲਾ ਹੋਵੇ। ਜਾਤੀਵਾਦ ਨੇ ਮਾਰਤਾ ਸਾਨੂੰ। ਇਹ ਪਹਿਲੇ ਦੀਵਾਨ ਚ ਵੀ ਗੱਲ ਹੋ ਗਈ ਸੀ, ਭਾਈ ਜੋਧ ਵਾਲੀ ਸਾਖੀ ਤੋਂ ਸਮਝਿਆ ਸੀ ਨਾ ਸਾਰਾ ਕੁਛ। ਹਾਂ, ਲਓ ਜੀ, ਇਸ ਵੇਲੇ ਪੰਜਾਂ ਨੂੰ ਖੰਡੇ ਦੀ ਪਹੁਲ ਛਕਾ ਕੇ ਜਾਣ ਪਛਾਣ ਕਰਾਈ, ਤੇ ਖੰਡੇ ਦੀ ਪਹੁਲ ਛਕਾ ਕੇ ਪਹਿਲਾਂ ਹੀ 5 ਦਾ ਨਾਸ਼ ਕਰਦੇ ਆ। ਪਹਿਲਾਂ ਹੀ 5 ਦਾ ਨਾਸ਼। 5 ਦਾ ਨਾਸ਼ ਸਮਝਦੇ, ਵਿਆਖਿਆ ਕਰਦੇ ਥੋੜੀ ਜੀ। ਕੁਲ ਨਾਸ਼, ਕਰਮ ਨਾਸ਼, ਧਰਮ ਨਾਸ਼, ਭਰਮ ਨਾਸ਼,
ਸ਼ਰਮਨਾਸ਼। ਇਹਦੀ ਵਿਆਖਿਆ ਸੁਣ ਲਓ। ਖੰਡੇ ਦੀ ਪੌੜ ਛਕਾ ਕੇ ਪਹਿਲਾ ਕੁਲ ਦਾ ਨਾਸ਼ ਹੈ, ਕੁਲ ਨਾਸ਼ ਹੋ ਗਈ ਭਾਵ ਕਿ ਪਿਛਲਾ ਜਾਤ ਗੋਤ ਖਤਮ, ਪਿਛਲੀ ਕਾਸਟ ਸਬ ਕਾਸਟ ਖਤਮ। ਇਹ ਗੁਰਬਾਣੀ ਵਿੱਚ ਵੀ ਪਹਿਲਾਂ ਸਾਰਾ ਕੁਝ ਦ੍ਰਿੜ ਕਰਵਾਇਆ ਹੋਇਆ ਹੈ। ਜਾਤ ਦੇ ਹੰਕਾਰੀ ਪਹਿਲਾਂ ਤੋਂ ਨਹੀਂ ਸਿੱਖ, ਇੱਥੇ ਆ ਕੇ ਕਹਿਣ ਦਾ ਭਾਵ ਖਾਲਸਾ ਬਿਲਕੁਲ ਕਹਿਣ ਦਾ ਭਾਵ ਵੀ ISI ਮਾਰਕਾ ਜਿਵੇਂ ਲਾਉਂਦੇ ਨਾ ਕੋਈ ਇਦਾਂ ਭਾਵ ਇੱਥੇ ਆ ਕੇ ਪ੍ਰਗਟ ਕਰ ਦਿੱਤਾ, ਮਾਰਕਾ ਲਾ ਦਿੱਤਾ। ਗੱਲ ਸਮਝਣ ਦੀ ਕੋਸ਼ਿਸ਼ ਕਰੋ। ਨਹੀਂ ਖਾਲਸਾ ਪੰਥ ਦਾ ਗੁਰੂ ਨਾਨਕ ਸਾਹਿਬ ਨੇ ਚਲਾਤਾ, ਇੱਥੇ ਇਹ ਪ੍ਰਗਟ ਦਿਹਾੜਾ ਹੈ। ਚਲਾਤਾ ਨਾ ਭਾਈ ਗੁਰਦਾਸ ਜੀ ਕਹਿੰਦੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਤੇ ਖਾਲਸਾ ਲਫ਼ਜ਼ ਦਾ ਇੱਕੋ ਹੀ ਅਰਥ ਹੈ ਨਾ, ਬੋਲੀ ਭਾਸ਼ਾ ਦਾ ਫਰਕ ਹੈ। ਨਾਨਕ ਨਿਰਮਲ ਪੰਥ ਚਲਾਇਆ, ਸੋ ਇੱਥੇ ਆ ਕੇ ਪ੍ਰਗਟ ਕਰਤਾ। ਤੇ ਇਹ ਰਹਿਤ ਤਾਂ ਬਾਣੀ ਵਿੱਚ ਵੀ ਹੈ, ਜੋ ਵੀ ਰਹਿਤ ਦੱਸਿਆ ਹਰ ਰਹਿਤ ਪਹਿਲਾਂ ਹੀ ਬਾਣੀ ਵਿੱਚ ਵੀ ਹੈ। ਆ ਦੇਖੋ ਇਹ ਰਹਿਤ ਨੂੰ ਬਣ ਚ ਦਰਜ ਕਰਾਵਾਂ। ਬਾਣੀ ਵਿੱਚ ਲਿਖਿਆ ਹੈ ਮਾਤਰ ਪਿੱਤਰ ਤਿਆਗ ਕੈ, ਮਾਤਰ ਪਿੱਤਰ ਤਿਆਗ ਕੈ ਮਨ ਸੰਤਨ ਪਾਹੇ ਵਿਚਾਇਓ, ਜਾਤ ਜਨਮ ਕੁਲ ਹੋਇਓ, ਜਾਤ ਜਨਮ ਕੁਲ ਹੋਇਓ, ਹਉ ਸੇਵੋ ਹਰ ਹਰੀ। ਜਦੋਂ ਤਾਂ ਮੈਂ ਆਪਣੇ ਆਪ ਗੁਰੂ ਨੂੰ ਸੌਂਪਿਆ, ਮੈਂ ਪਿਛਲੀ ਮਾਤਾ ਪਿਤਾ ਵਾਲਾ ਜਾਤ ਗੋਤ ਛੱਡ ਦਿੱਤਾ। ਪਿਛਲਾ ਜਾਤ ਜਨਮ ਕੁਲ ਹੋਇਓ, ਪਿਛਲੇ ਜਾਤ ਵਾਲਾ ਜਿਹੜਾ ਜਨਮ ਸੀ ਕੁਲ ਸੀ ਉਹ ਤਾਂ ਮੈਂ ਗਵਾ ਦਿੱਤੀ ਜਦੋਂ ਮੈਂ ਗੁਰੂ ਦਾ ਸਿੱਖ ਬਣਿਆ। ਬੋਲੋ ਸਤਨਾਮ। ਹਾਂਜੀ ਗਵਾਤੀ। ਇੱਥੇ ਆ ਕੇ ਤਾਂ ਮੋਹਰ ਲਾ ਦਿੱਤੀ ਨਾ ਵੀ ਖਾਲਸਾ। ਬਸ ਜਾਤ ਦਾ ਹੰਕਾਰ ਤਾਂ ਪਹਿਲਾਂ ਤੋੜਿਆ ਹੋਇਆ ਗੁਰਬਾਣੀ ਨੇ ਸਾਰਾ ਕੁਛ। ਜਾਤਾਂ ਗੋਤਾਂ ਛੱਡ ਕੇ ਕੋਈ ਗੁਰੂ ਦਾ ਬਣ ਸਕਦਾ ਹੈ? ਨਹੀਂ ਬਣ ਸਕਦਾ। ਇਹ ਪਕੜ ਚ ਨਹੀਂ ਆ ਰਹੀਆਂ ਸਾਡੇ ਗੱਲਾਂ। ਗੁਰਬਾਣੀ ਦੀ ਪੰਕਤੀ ਨਾ ਭੁੱਲ ਜਿਓ, ਜਾਤ ਜਨਮ ਕੁਲ ਹੋਇਓ, ਹਉ ਸੇਵੋ ਹਰ ਹਰੀ। ਲਓ ਜੀ, ਜਿਸ ਵੇਲੇ ਪਹਿਲਾ ਕੁਲ ਨਾਸ਼ ਤੇ ਦੂਜਾ ਕਰਮਨਾਸ਼। ਕਰਮਨਾਸ਼ ਦਾ ਭਾਵ ਜੋ ਮਨੂਵਾਦੀ ਲੋਕ ਕਹਿੰਦੇ ਹੁੰਦੇ, ਅੱਜ ਵੀ ਚਲੋ ਕਹਿੰਦੇ ਆ ਵੀ ਪਿਛਲੇ ਜਨਮਾਂ ਦੇ ਖਾਸ ਕਰਮਾਂ ਕਰਕੇ ਖਾਸ ਜਾਤ ਵਿੱਚ ਜਨਮ ਲੈਂਦਾ ਹੈ। ਜਿਹਦਾ ਮਤਲਬ ਕਹਿੰਦੇ ਵੀ ਪਰਮੇਸ਼ਰ ਨੇ ਜਾਤਾਂ ਬਣਾਈਆਂ, ਪਰਮੇਸ਼ਰ ਵੀ ਜਾਤਾਂ ਦਾ ਖਿਆਲ ਰੱਖਦਾ। ਕਹਿੰਦੇ ਪਿਛਲੇ ਜਨਮਾਂ ਦੇ ਖਾਸ ਕਿਸਮ ਦੇ ਕਰਮਾਂ ਕਰਕੇ ਹੀ ਕਹਿੰਦੇ ਖਾਸ ਜਾਤ ਵਿੱਚ ਜਨਮ ਲੈਂਦਾ, ਇਹ ਖਿਆਲ ਸੀ। ਸੋ ਗੁਰੂ ਜੀ ਕਹਿੰਦੇ ਨਾ ਕਰਮਨਾਸ਼। ਕਰਮਨਾਸ਼ ਭਾਵ ਉਹ ਕਰਮਾਂ ਦਾ ਨਾਸ਼ ਜਿਹੜੇ ਕਹਿੰਦੇ ਸੀ ਵੀ ਖਾਸ ਕਰਮਾਂ ਕਰਕੇ ਖਾਸ ਜਾਤ ਵਿੱਚ ਜਨਮ ਲੈਂਦਾ। ਫਿਰ ਧਰਮਨਾਸ਼, ਜਿਹੜਾ ਮਨੂਵਾਦ ਨੇ ਦਿੱਤਾ ਸੀ ਵਰਨ ਆਸ਼ਰਮ। ਉਹ ਕਹਿੰਦੇ ਵੀ ਇੱਕ ਧਰਮ ਨਹੀਂ ਮਨੁੱਖਤਾ ਦਾ ਨਾ, ਬ੍ਰਾਹਮਣ ਦਾ ਕਹਿੰਦੇ ਹੋਰ ਧਰਮ ਹੈ। ਖੱਟ ਕਰਮ ਕਹਿੰਦੇ ਹੁੰਦੇ ਸੀ ਨਾ, ਜਗ ਕਰਨਾ ਕਰਾਉਣਾ, ਵਿਦਿਆ ਪੜ੍ਹਨੀ ਪੜ੍ਹਾਉਣੀ, ਦਾਨ ਲੈਣਾ ਦੇਣਾ। ਖੱਤਰੀ ਦਾ ਹੋਰ ਬਣਾਇਆ ਸੀ, ਵੈਸ਼ ਦਾ ਹੋਰ ਹੈ। ਕਹਿੰਦੇ ਸ਼ੂਦਰ ਦਾ ਤਾਂ ਕਹਿੰਦੇ ਸੀ ਕਹਿੰਦੇ ਤਾਂ ਗੰਦਮੰਦੀ ਸਾਫ਼ ਕਰਨੇ ਬਸ ਇਹੀ ਹੈ। ਪਰ ਗੁਰੂ ਸਾਹਿਬ ਜੀ ਕਹਿੰਦੇ ਧਰਮ ਨਾਸ਼, ਇਹ ਵਰਨ ਆਸ਼ਰਮ ਧਰਮ ਨੂੰ ਨਾਸ਼ ਕੀਤਾ ਵੀ ਇਹ ਸ਼ੋਸ਼ਣ ਹੈ। ਧਰਮ ਇੱਕੋ ਹੀ ਹੈ, ਇੱਕ ਮਾਲਕ ਪਰਮੇਸ਼ਰ ਨਾਲ ਜੁੜਨ ਦਾ ਸਭ ਨੂੰ ਹੱਕ ਹੈ, ਸੱਚਾ ਗਿਆਨ ਲੈਣ ਦਾ ਸਭ ਨੂੰ ਹੱਕ ਹੈ। ਉਹ ਕਹਿੰਦੇ ਸੀ ਨਾ, ਉਹ ਤਾਂ ਕਹਿੰਦੇ ਸੀ ਸ਼ੂਦਰ ਜੀ ਗਿਆਨ ਦੀ ਗੱਲ ਕਰਦਾ ਜੀਭ ਕੱਟ ਦਿਓ, ਕਹਿੰਦੇ ਜੇ ਗਿਆਨ ਦੀ ਗੱਲ ਕੰਨਾਂ ਨਾਲ ਸੁਣਦਾ ਕੰਨ ਬੰਦ ਕਰ ਦਿਓ। ਇੱਥੋਂ ਤੱਕ ਮਨੂੰ ਸਿਮਰਤੀ ਨੇ ਪਾਬੰਦੀ ਲਾਈ ਹੋਈ ਸੀ, ਜਿਹੜਾ ਮਨੂੰ ਦਾ ਸੰਵਿਧਾਨ ਸੀਗਾ। ਮਨੂੰ ਦੇ ਵਿਧਾਨ ਵਿੱਚ ਇਹ ਹੈ, ਪਰ ਇੱਥੇ ਤਾਂ ਬਾਣੀ 'ਚ ਲਿਖਿਆ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਉਪਦੇਸ਼ ਪਹਿਲਾਂ ਹੈ, ਪਰ ਇੱਥੇ ਆ ਕੇ ਮੋਹਰ ਲਾ ਦਿੱਤੀ। ਇੱਥੇ ਆ ਕੇ ਤਾਂ ਖੰਡੇ ਦੀ ਮੋਹਰ ਲਾ ਕੇ ਪੰਜ ਕਕਾਰੀ ਵਸ ਕੇ ਮੋਹਰ ਲਾ ਦਿੱਤੀ ਵੀ ਆਹ ਮਨੁੱਖ ਦਾ ਇਸਤਰੀ ਪੁਰਸ਼ ਕੋਈ ਹੈ, ਵੀ ਇਹਦਾ ਤਾਂ ਧਰਮ ਨਾਸ਼ ਹੋ ਚੁੱਕਿਆ। ਵਰਨ ਆਸ਼ਰਮ ਧਰਮ ਨਾਸ਼, ਇਹ ਨਹੀਂ ਮੰਨਦਾ ਵਰਨਾਂ ਨੂੰ। ਤਾਂ ਤੇ ਏਦਾਂ ਇਹ ਵਰਨ ਆਸ਼ਰਮ ਧਰਮ ਸੀ ਜਿਹੜਾ ਇਹ ਨਾਸ਼ ਕੀਤਾ। ਹਰ ਇੱਕ ਮਨੁੱਖ ਨੂੰ ਹੱਕ ਹੈ। ਮੁੱਢਲਾ ਉਪਦੇਸ਼ ਇਹੀ ਹੈ ਕਿ ਇਹ ਬਾਣੀ 'ਚ ਲਿਖਿਆ, ਕਹਿੰਦੇ ਬੀਜ ਮੰਤਰ, ਬੀਜ ਮੁੱਢਲਾ ਨੂੰ ਕਹਿੰਦੇ ਨਾ, ਬੀਜ ਮੰਤਰ ਸਰਬ ਕੋ ਗਿਆਨ। ਮੁੱਢਲਾ ਉਪਦੇਸ਼ ਇਹੀ ਹੈ ਕਿ ਸਾਰਿਆਂ ਨੂੰ ਗਿਆਨ ਲੈਣ ਦਾ ਹੱਕ ਹੈ। ਬੀਜ ਮੰਤਰ ਸਰਬ ਕੋ ਗਿਆਨ, ਚੌਂ ਵਰਨਾ ਮੈਂ ਜਪੈ ਕੋ ਨਾਮ। ਅੱਗੇ ਸਪਸ਼ਟ ਕਰਦੇ ਚਾਰੇ ਵਰਨਾ ਜੋ ਕੋਈ ਹੈ ਤੇ ਇਹਨਾਂ ਨੇ ਬਣਾਏ ਹੈ, ਕੋਈ ਚੌਂ ਵਰਨਾ ਮੈਂ ਜਪੈ ਕੋ ਨਾਮ। ਸੋ ਏਦਾਂ ਇਹ ਵਰਨ ਆਸ਼ਰਮ ਧਰਮ ਦਾ ਨਾਸ਼ ਕੀਤਾ, ਧਰਮ ਨਾਸ਼। ਅੱਗੇ ਆ ਜਾਓ ਭਰਮ ਨਾਸ਼, ਉਹ ਆਪਾਂ ਪਹਿਲਾਂ ਗੱਲ ਕਰੀ ਚੁੱਕੇ ਹਾਂ।
ਸ਼ਬਦ ਦੇ ਵਿੱਚ ਆ ਗਈ ਸੀ ਨਾ ਕਥਾ ਵੀ ਸਾਰੇ ਜਿੰਨੇ ਮਨੂਵਾਦੀ ਭਰਮ ਹੈ ਇਹ ਗੁਰਬਾਣੀ 'ਚ ਤਾਂ ਪਹਿਲਾਂ ਹੀ ਨਾਸ਼ ਕੀਤੇ ਹੋਏ ਆ। ਤਾਂ ਉਸ ਵੇਲੇ ਕਿ ਮੋਹਰ ਲੱਗ ਗਈ ਵੀ ਆਹ ਪੰਜ ਪ੍ਰਕਾਰੀ ਮਨੁੱਖ ਕਿਸੇ ਮਨੂਵਾਦੀ ਭਰਮ ਨੂੰ ਨਹੀਂ ਮੰਨਦਾ, ਕਿਸੇ ਨੂੰ ਨਹੀਂ ਮੰਨਦਾ। ਨਾ ਦਿਨਾਂ ਦਾ ਭਰਮ, ਇਹ ਮਨੂਵਾਦੀ ਭਰਮ ਸਮਝ ਗਏ ਨਾ ਵੀ ਦਿਨਾਂ ਦੇ ਭਰਮ ਜਾਂ ਗ੍ਰਹਿਾਂ ਦਾ ਭਰਮ, ਇਹ ਰਾਹੂ ਆ ਗਿਆ, ਕੇਤੂ ਆ ਗਿਆ, ਸਾਢ ਸਤੀ ਆ ਗਈ, ਨਾ ਕਿਤੇ ਨਹੀਂ, ਕੋਈ ਰਾਹੂ ਕੇਤੂ ਸਾਢ ਸਤੀ ਕਿਤੇ ਨਹੀਂ। ਭਰਮ ਜੋਤਿਸ਼ ਨਾਂ ਦੀ ਕੋਈ ਚੀਜ਼ ਨਹੀਂ ਦੁਨੀਆ ਤੇ, ਜੋਤਿਸ਼ ਪਾਂਡੇ ਦਾ ਝੂਠ ਹੈ, ਜੋਤਿਸ਼ ਕੋਈ ਚੀਜ਼ ਨਹੀਂ। ਇਹ ਬਾਣੀ 'ਚ ਪਹਿਲਾਂ ਲਿਖਿਆ ਹੋਇਆ ਹੈ, ਪ੍ਰਮਾਣ ਲੈ ਲਓ। ਝੂਠ ਨਾ ਬੋਲ ਪਾਂਡੇ ਸੱਚ ਕਹੀਐ, ਹਉ ਮੈਂ ਜਾਏ ਸ਼ਬਦ ਕਰ ਲਹੀਐ ਰਹਾਉ। ਗਣ ਗਣ ਜੋਤਕ ਕਾਂਢੀ ਕੀਨੀ, ਪੜ੍ਹੈ ਸੁਣਾਵੈ ਤਤ ਨਾ ਜੀਨੀ। ਗੁਰੂ ਨਾਨਕ ਬਾਬਾ ਜੀ ਕਹਿੰਦੇ ਜਿਹੜੀ ਪਾਂਡੇ ਨੇ ਪੱਤਰੀ ਕੱਢ ਲਈ, ਕਾਂਢੀ ਪੱਤਰੀ ਨੂੰ ਕਹਿੰਦੇ ਆ ਨਾ, ਗਣ ਗਣ ਕੇ ਭਾਵ ਗਿਣ ਗਿਣ ਕੇ। ਜੋਤ ਦਾ ਅਰਥ ਜੋਤਕ ਦਾ ਜੋਤਿਸ਼, ਆ ਜਿਹੜਾ ਪਾਂਡੇ ਨੇ ਪੱਤਰੀ ਕੱਢ ਕੇ ਗਿਣ ਗਿਣ ਕੇ ਜੋਤਿਸ਼ ਲਾ ਲਿਆ, ਇਹ ਅਰਥ ਬਣ ਗਿਆ ਪੰਕਤੀ ਦਾ। ਵੀ ਪੜ੍ਹ ਲਓ, ਗਣ ਗਣ ਜੋਤਕ ਕਾਂਢੀ ਕੀਨੀ, ਪੱਤਰੀ ਬਣਾ ਲਈ, ਕਹਿੰਦੇ ਜੋੜ ਢਾਉ ਲਾ ਲਿਆ, ਹਿਸਾਬ ਕਿਤਾਬ ਲਾ ਲਿਆ। ਅੱਗੇ ਕੀ ਲਿਖਿਆ, ਪੜ੍ਹਿਆ ਸੁਣਾਵਾ ਤਤ ਨਾ ਚੀਨੀ। ਗੁਰੂ ਜੀ ਕਹਿੰਦੇ ਜੋ ਕੁਝ ਪੜ੍ਹ ਕੇ ਸੁਣਾਉਂਦਾ ਪਿਆ, ਜੋਤਿਸ਼ ਲਾ ਕੇ ਪੱਤਰੀ ਬਣਾ ਕੇ ਸੁਣਾਉਂਦਾ ਪਿਆ ਨਾ, ਫਿਰ ਪੜ੍ਹਿਆ ਸੁਣਾਵਾ ਤਤ ਨਾ ਚੀਨੀ, ਇਹਨੇ ਅਸਲੀਅਤ ਨਹੀਂ ਜਾਣੀ। ਤਤ ਅਸਲੀਅਤ ਨੂੰ ਕਹਿੰਦੇ ਨਾ, ਸਿੱਧਾ ਅਰਥ ਕੀ ਬਣ ਗਿਆ। ਗੁਰੂ ਨਾਨਕ ਬਾਬਾ ਜੀ ਕਹਿੰਦੇ ਪਾਂਡੇ ਦੀ ਪੱਤਰੀ ਵਿੱਚ, ਪਾਂਡੇ ਦੀ ਗਿਣਤੀ ਵਿੱਚ, ਪਾਂਡੇ ਦੇ ਜੋਤਿਸ਼ ਵਿੱਚ ਕੋਈ ਸੱਚ ਨਹੀਂ, ਪਾਂਡਾ ਝੂਠ ਬੋਲਦਾ, ਝੂਠਾ ਹੈ ਪਾਂਡਾ, ਕਿਉਂ ਕਹਿੰਦੇ ਆ ਗੁਰੂ ਜੀ। ਕਿੱਡੇ ਭਰਮ ਨਾਸ਼ ਹੋ ਗਏ ਦੇਖੋ। ਜੇ ਪਾਂਡਾ ਹੀ ਰੱਦ ਕਰ ਦਿੱਤਾ ਤੇ ਪਾਂਡੇ ਨਹੀਂ ਭਰ ਪਾਉਣੇ ਲੱਗੇ ਕਿ ਪੈਂਚਕਾਂ ਚੜ ਗਈਆਂ, ਉਤਰ ਗਈਆਂ, ਤੁਹਾਡਾ ਬੱਚਾ ਮਗਲੀਕ ਹੋ ਗਿਆ, ਤੁਹਾਡੇ ਤੇ ਗ੍ਰਹਿ ਆ ਗਿਆ, ਤੁਹਾਨੂੰ ਬੁਰੀ ਨਜ਼ਰ ਲੱਗ ਗਈ। ਪਾਂਡਾ ਹੀ ਕਹਿੰਦੇ ਨਾ, ਕੋਈ ਬੁਰੀ ਨਜ਼ਰ ਨਹੀਂ ਹੁੰਦੀ। ਬੁਰੀ ਨਜ਼ਰ ਨਾਲ ਦੀ ਕੋਈ ਚੀਜ਼, ਰਾਸ਼ੀ ਫਲ ਨਾਲ ਦੀ ਕੋਈ ਚੀਜ਼ ਨਹੀਂ ਦੁਨੀਆ ਤੇ। ਤੁਹਾਡੀ ਰਾਸ਼ੀ ਵਿਗੜੇਗੀ, ਰਾਸ਼ੀ ਵਿਗੜ ਗਈ, ਤੁਹਾਡੀ ਵਿਗੜ ਗਈ ਰਾਸ਼ੀ। ਰਾਸ਼ੀ ਦਾ ਕੀ ਹੈ? ਰਾਸ਼ੀ ਤਾਂ ਰਾਮ ਤੇ ਰਾਵਣ ਦੀ ਕੋਈ ਹੈ। ਪੁੱਛੋ ਕੋਈ ਪਾਂਡਾ ਜਵਾਬ ਦੇਵੇ। ਰਾਰੇ ਦੇ ਉੱਤੇ ਮੇਰੇ ਖਿਆਲ ਉਹ ਬਣਾਉਂਦੇ ਨੇ ਕਿ ਪ੍ਰਚਾਰਕ ਨੂੰ ਮਾੜਾ ਮਾੜਾ ਜਿਹਾ ਪਤਾ ਕਰਨਾ ਪੈਂਦਾ ਨਾ। ਆਮ ਜੀ ਨੌਲੇਜ ਸਾਨੂੰ ਹਰ ਵਿਸ਼ੇ ਦੀ ਨਾ ਮਾੜੀ ਮਾੜੀ ਜੀ ਨੌਲੇਜ ਰੱਖਣੀ ਪੈਂਦੀ ਹੈ। ਰਾਰੇ ਦੇ ਉੱਤੇ ਤੁਲਾ ਰਾਸ਼ੀ ਬਣਾਉਂਦੇ ਆ, ਤੁਲਾ ਬਣਾਉਂਦੇ ਨੇ ਰਾਸ਼ੀ। ਤੁਹਾਨੂੰ ਪੁੱਛੋ ਵੀ ਰਾਵਣ ਦੀ ਰਾਸ਼ੀ ਵੀ ਤੁਲਾ ਹੈ ਤੇ ਰਾਮ ਦੀ ਰਾਸ਼ੀ ਵੀ ਤੁਲਾ ਹੈ। ਰਾਸ਼ੀ ਦਾ ਕੀ ਹੈ? ਇੱਕੋ ਜਿਹਾ ਦੋਨੇ ਦੱਸੋ। ਕ੍ਰਿਸ਼ਨ ਦੀ ਰਾਸ਼ੀ ਕੱਕੇ ਤੇ ਮਤਲਬ ਬਣਾ ਦਿੰਦੇ ਨੇ ਉਹ, ਤੇ ਕੰਸ ਦੀ ਰਾਸ਼ੀ ਵੀ ਉਹੀ ਹੈ। ਬੋਲੋ ਸਤਨਾਮ। ਵੱਡੀਆਂ ਦਾ ਕੋਈ ਪੁੱਛੋ ਵੀ ਰਾਸ਼ੀ ਕ੍ਰਿਸ਼ਨ ਦੀ ਵੀ ਉਹੀ ਹੈ ਤੇ ਰਾਸ਼ੀ ਕੰਸ ਦੀ ਵੀ ਉਹੀ ਹੈ। ਰਾਸ਼ੀ ਦਾ ਵੀ ਰਾਸ਼ੀ ਦਾ ਕੀ ਹੈ? ਸੋ ਕਹਿਣ ਦਾ ਭਾਵ ਕੀ ਹੈ, ਰਾਸ਼ੀ ਫਲ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਜੋਤਿਸ਼ ਨਾਂ ਦੀ ਕੋਈ ਚੀਜ਼ ਨਹੀਂ। ਰਾਹੂ ਕੇਤੂ ਕਿਤੇ ਨਹੀਂ। ਰਾਹੂ ਕੇਤੂ ਪਾਂਡਾ ਮੇੜ ਹੈ, ਪਰਮੇਸ਼ਰ ਨੇ ਕੋਈ ਰਾਹੂ ਕੇਤੂ ਨਹੀਂ ਬਣਾਇਆ। ਰਾਹੂ ਕੇਤੂ ਕਿਹਨੇ ਬਣਾਇਆ? ਮਾਈਆਂ ਭੈਣਾਂ ਸੁਣ ਲਿਓ, ਕਿਹਨੇ ਬਣਾਇਆ? ਪਾਂਡਾ ਮੇੜ। ਲੁੱਟਣ ਵਾਸਤੇ ਤੁਹਾਨੂੰ ਤੁਹਾਡੇ ਸਾਹ ਹੱਥੀ ਆ ਗਈ, ਰਾਹੂ ਆ ਗਿਆ, ਬਸ ਖਾਣ ਨੂੰ ਤੈਨੂੰ ਤਿਆਰ ਬੈਠਾ, ਬਸ ਆ ਗਿਆ ਤੇ ਰਾਹੂ। ਫਿਰ ਤੁਸੀਂ ਕਹਿੰਦੇ ਬਾਬਾ ਛੜਾਓ ਖੜਾ ਕਰੋ ਜੀ, ਕੋਈ ਪਾ ਛੜਾਓ ਖੜਾ, ਖਾਊ ਤੁਹਾਨੂੰ ਰਾਹੂ ਕੇਤੂ। ਢੋਡਰਾ ਹੀ ਲੁੱਟਣਾ ਹੁੰਦਾ ਨਾ, ਇਹ ਚੀਜ਼ਾਂ ਹੈ ਹੀ ਨਹੀਂ। ਭਰਮਨਾਸ਼, ਭਰਮਨਾਸ਼ ਕਰਤੇ ਸਾਰੇ। ਸੋ ਪੁੰਨਨਾਸ਼, ਕਰਮਨਾਸ਼, ਧਰਮਨਾਸ਼, ਭਰਮਨਾਸ਼ ਤੇ ਅੱਗਾ ਸ਼ਰਮਨਾਸ਼। ਸ਼ਰਮਨਾਸ਼ ਦਾ ਭਾਵ ਸਮਝਦੇ ਹੋ ਵੀ ਕੰਮ ਕਰਨ ਦੀ ਕਾਹਦੀ ਸ਼ਰਮ? ਪਹਿਲਾਂ ਸ਼ਰਮ ਪਾਈ ਹੋਈ ਸੀ ਨਾ ਮਨੂਵਾਦ ਨੇ ਵੀ ਦੂਜੇ ਨੇ ਦੂਜਾ ਕੰਮ ਨਹੀਂ ਕਰਨਾ। ਜੋ ਜਿਵੇਂ ਬੰਨੇ ਸੀ ਉਹ ਉੱਥੇ ਦੂਜਾ ਕੰਮ ਨਹੀਂ ਕਰ ਸਕਦਾ। ਕੇਸ ਹੁੰਦਾ ਸੀ। ਸ਼ਰਮਨਾਸ਼ ਦਾ ਭਾਵ ਕਿਰਤ ਸੱਭਿਆਚਾਰ ਦਿੱਤਾ ਵੀ ਕੰਮ ਦੀ ਕਾਹਦੀ ਸ਼ਰਮ? ਖੇਤੀ ਕਰੋ, ਮਿਹਨਤ ਮਜ਼ਦੂਰੀ ਕਰੋ, ਨੌਕਰੀ ਕਰੋ, ਵਪਾਰ ਕਰੋ, ਦੁਕਾਨ ਕਰੋ, ਆਪਣੀ ਯੋਗਤਾ ਦੇ ਮੁਤਾਬਕ ਤੁਸੀਂ ਜੋ ਵੀ ਕੰਮ ਕਰ ਸਕਦੇ ਹੋ ਕਰੋ। ਕੰਮ ਕਰਨ ਦੀ ਕਾਹਦੀ ਸ਼ਰਮ? ਕਿਰਤ ਸੱਭਿਆਚਾਰ ਦਿੱਤਾ ਸ਼ਰਮਨਾਸ਼। ਇਹ ਸਾਨੂੰ ਸਮਝਾਇਆ ਸੀ, ਪਰ ਇੱਥੇ ਮਾਫ ਕਰਨਾ, ਇਹ ਸ਼ਰਮਨਾਸ਼ ਵਾਲੀ ਗੱਲ ਨਾ ਹੋ ਸਕੀ। ਇਹ ਹੁਣ ਬਾਹਰ ਜਾ ਕੇ ਤਾਂ ਹੋ ਜਾਂਦੀ। ਮੈਂ ਦੇਖਿਆ ਕੈਨੇਡਾ ਅਮਰੀਕਾ ਜਾ ਕੇ, ਉੱਥੇ ਨਾ ਜੌਬ ਕਹਿੰਦੇ ਆ। ਜੇ ਕੋਈ ਪੁੱਛ ਲੈ, ਪਹਿਲੀ ਵਾਰ ਮੈਂ ਜਦੋਂ ਗਿਆ ਸੀ ਨਾ ਕੈਨੇਡਾ, ਮੈਨੂੰ ਪਤਾ ਨਹੀਂ ਸੀਗਾ 12 ਚ ਉੱਥੇ ਬੈਠੇ ਕਈ ਜਾਣੇ, ਇੱਕ ਆ ਗਿਆ ਬਾਹਰੋਂ ਤੇ ਉਹਨੂੰ ਪਹਿਲਾਂ ਬੈਠਿਆਂ ਨੇ ਪੁੱਛ ਲਿਆ, ਕਹਿੰਦਾ ਮਿਲ ਗਈ ਜੌਬ? ਉਹ ਕਹਿੰਦਾ ਹਾਂ ਜੌਬ ਮਿਲ ਗਈ। ਜੌਬ ਹੁਣ ਮੈਨੂੰ ਪਤਾ ਨਹੀਂ ਸੀ ਉੱਥੇ ਕੀ ਚੱਲਦਾ ਸੱਭਿਆਚਾਰ ਦਾ, ਕਿਉਂ ਮੈਂ ਪਹਿਲੀ ਵਾਰ ਗਿਆ ਸੀ। ਮੈਂ ਉਹਨੂੰ ਸਹਿ ਜੇ ਪੁੱਛ ਲਿਆ ਕਾਹਦੀ ਜੌਬ ਮਿਲ ਗਈ, ਉਹ ਹੱਸ ਪਏ ਸਾਰੇ।
ਹੱਸ ਪਏ। ਮੈਂ ਕਿਹਾ ਹੱਸੇ ਕਾਹਤੇ? ਕਹਿੰਦੇ ਤੁਸੀਂ ਪਹਿਲੀ ਵਾਰ ਆਏ, ਤੁਹਾਨੂੰ ਪਤਾ ਨਹੀਂ। ਮੈਂ ਕੀ ਤੁਸੀਂ ਦੱਸ ਦਿਓ। ਕਹਿੰਦੇ ਪੁੱਛੀ ਤਾਂ ਨਹੀਂ ਹੁੰਦਾ ਕਾ ਕਿਹੜੀ ਜੌ ਮਿਲ ਗਈ, ਜੌ ਵੀ ਹੁੰਦੀ ਹੈ। ਮੈਂ ਕਿਹਾ ਸਵਾਦ ਆ ਗਿਆ। ਇਹੀ ਗੱਲ ਤਾਂ 1699 ਦੀ ਵਿਸਾਖੀ ਤੇ ਗੁਰੂ ਨੇ ਕਹੀ ਸੀ। ਬੋਲੋ ਸਤਨਾਮ। ਹਾਂ ਇਹ ਗੱਲ ਤਾਂ ਗੁਰੂ ਨੇ ਕਹੀ ਸੀ। ਇੱਧਰ ਆ ਕੇ ਮੈਂ ਤੁਸੀਂ ਵੀ ਸਿਆਣੇ ਹੋ ਗਏ ਹੁਣ। ਕਹਿੰਦੇ ਪੁੱਛੀ ਤਾਂ ਨਹੀਂ ਹੁੰਦਾ ਕੀ ਕੰਮ ਮਿਲ ਗਿਆ। ਕਹਿੰਦੇ ਜੌ ਵੀ ਹੁੰਦੀ ਹੈ। ਜੌ ਮਿਲ ਗਈ, ਕਹਿੰਦੇ ਜੌ ਮਿਲ ਗਈ। ਹਾਂਜੀ ਇਹੀ ਸਮਝਾਇਆ ਸੀ। ਠੀਕ ਹੈ, ਮਾੜਾ ਨਹੀਂ, ਕੰਮ ਹੀ ਹੁੰਦਾ, ਕੰਮ ਦੀ ਗੱਲ ਹੀ ਕਰ ਬਸ ਰਹੋ ਵਿਚਾਰ। ਤਾਂ ਤੇ ਹਾਂਜੀ ਆਪਾਂ ਸਮਝ ਰਹੇ ਸੀ ਇਹ ਪੰਜਾਂ ਦਾ ਨਾਸ਼, ਤੇ ਫਿਰ ਪੰਜ ਕਕਾਰੀ ਰਹਿਤ ਦਿੱਤੀ ਸਾਨੂੰ। ਇਹ ਤਾਂ ਆਪਾਂ ਬਹੁਤ ਵਾਰੀ ਵਿਆਖਿਆ ਕੀਤੀ ਹੈ, ਹੁਣ ਸਮਾਂ ਹੈ ਨਹੀਂਗਾ। ਤੇ ਫਿਰ ਪੰਜ ਪਿਆਰਿਆਂ ਦਾ ਜਿਹੜਾ ਉਹ ਵੀ ਗੁਣ ਸਾਡੇ ਵਿੱਚ ਆਉਣ, ਦਇਆ, ਧਰਮ, ਹਿੰਮਤ, ਫਿਰ ਮੋਹਕਮਤਾ ਭਾਵ ਦ੍ਰਿੜਤਾ, ਫਿਰ ਸਾਹਿਬ ਨਾਲ ਜੁੜਨਾ ਅੰਤਰਾਤਮੀ, ਇਹ ਵੀ ਸਾਡੇ ਵਿੱਚ ਗੁਣ ਆਉਣ। ਫਿਰ ਜੇ ਖੰਡੇ ਦੀ ਪੌੜ ਛਕਾਉਂਦੇ ਨੇ ਪ੍ਰਤੀਕ ਰੂਪ ਚ ਲੈ ਲਓ ਨਾ ਵੀ ਅੰਮ੍ਰਿਤਧਾਰੀ ਕਿਵੇਂ ਹੋਣਾ ਹੈ। ਉਹ ਗੁਣ ਸਾਰੇ ਜਿਵੇਂ ਸਰਬ ਲੋਹ ਦਾ ਵਾਟਾ, ਵਿਸ਼ਾਲਤਾ ਆ ਜਾਵੇ ਨਾ, ਵਿਸ਼ਾਲ ਹੁੰਦਾ ਉੱਪਰੋਂ, ਗਹਿਰਾ ਵਾਟਾ ਹੁੰਦਾ ਨਾ, ਗਹਿਰਾਈ ਵੀ ਸਾਡੇ ਚ ਆਵੇ। ਇਹ ਸਰਬ ਲੋਹ ਦਾ ਭਾਵ ਸਾਡੇ ਮਜ਼ਬੂਤ ਇਰਾਦੇ, ਮਜ਼ਬੂਤੀ, ਦ੍ਰਿੜਤਾ। ਫਿਰ ਖੰਡੇ ਦੀ ਪੌੜ ਛਕਾਉਂਦੇ ਨੇ, ਖੰਡਾ ਭਾਵ ਤੇਜ ਸਾਡੇ ਵਿੱਚ ਆਵੇ। ਕਿ ਖੰਡਾ ਦੁਧਾਰਾ ਹੁੰਦਾ ਨਾ, ਭਾਵ ਸਾਡੀ ਵੀ ਦੁਧਾਰਾ ਖੰਡਾ ਵਿਰਤੀ ਬਣੇ, ਵੀ ਲੋਕ ਵਿੱਚ ਵੀ ਪੂਰਾ ਸੁਚੇਤ ਹੋ ਕੇ ਵਿਚਰਨਾ ਤੇ ਅੰਦਰ ਪਰਲੋਕ ਵਿੱਚ ਵੀ ਜੁੜਨਾ। ਸੁਰਤ ਦੀ ਧਾਰਾ ਬਾਹਰ ਵੀ ਉਨਾ ਹੀ ਕੰਮ ਕਰਦੀ ਹੈ ਤੇ ਅੰਦਰ ਵੀ ਉਨਾ ਹੀ ਕੰਮ ਕਰਦੀ, ਦੋਨੇ ਪਾਸੇ ਧਾਰ ਚੱਲਦੀ ਹੈ ਸੁਰਤ ਦੀ। ਜੇ ਖੰਡੇ ਦੀ ਪਹੁਲ ਛਕ ਕੇ ਸਾਡੀ ਸੁਰਤ ਖੰਡਾ ਨਹੀਂ ਬਣੀ ਤੇ ਕੀ ਸਵਾਦ ਆਇਆ ਅੰਮ੍ਰਿਤਧਾਰੀ ਹੋਣ ਦਾ। ਇਹ ਪ੍ਰਤੀਕ ਨੂੰ ਲਓ ਇਹਨਾਂ ਨੂੰ ਸਾਰਿਆਂ ਨੂੰ। ਖੰਡਾ ਵਿਰਤੀ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ, ਇੱਕੇ ਵੇਲੇ ਗੁਰਸਿੱਖ ਅੰਦਰ ਬਾਹਰ ਵਿਚਰਦਾ, ਦੋਨੇ ਪਾਸੇ ਧਾਰ ਕੰਮ ਕਰਦੀ। ਉਹ ਸੁਰਤ ਦੀ ਧਾਰਾ ਦੋਨੇ ਪਾਸੇ ਚੱਲਦੀ ਹੈ, ਲੋਕ ਵੀ ਚੱਲਦੀ ਹੈ ਬਾਹਰੀ ਤੇ ਪਰਲੋਕ ਵੀ ਚੱਲਦੀ ਹੈ ਅੰਦਰ। ਇਹਨੂੰ ਖੰਡਾ ਵਿਰਤੀ ਕਹਿੰਦੇ, ਖੰਡਾ ਵਿਰਤੀ। ਫਿਰ ਜਲ ਪਾਇਆ ਜਾਂਦਾ ਵਾਟੇ 'ਚ, ਭਾਵੇਂ ਗੁਣ ਸਾਡੇ ਚ ਆਉ ਨਾ, ਜਲ ਦੇ ਗੁਣ ਭਾਵ ਨਿਰਮਲਤਾ, ਨਿਰਮਾਣਤਾ, ਨੀਵੇਂ ਪਾਸੇ ਨੂੰ ਜਾਂਦਾ ਨਾ। ਫਿਰ ਪਾਣੀ ਵਿੱਚ ਸੀਤਲਤਾ, ਕਿ ਪਤਾਸੇ ਪਾਏ ਜਾਂਦੇ ਨੇ, ਉਹ ਆਪਾ ਖੋ ਦਿੰਦੇ ਨੇ, ਵਿੱਚ ਹੀ ਲੀਨ ਹੋ ਜਾਂਦੇ, ਜਿੱਦਾਂ ਆਪਣਾ ਆਪ ਇਦਾਂ ਹੀ ਅਸੀਂ ਲੀਨ ਹੋ ਜਾਣਾ। ਮਠਾਸ, ਕਿ ਬਾਣੀ ਗਿਆਨ ਦਾ ਪ੍ਰਤੀਕ, ਗਿਆਨਵਾਨ ਹੋਣਾ ਤੇ ਗਿਆਨ ਦਾ ਅੰਮ੍ਰਿਤ ਨਿਤ ਛਕਣਾ। ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕ ਛਕੇ, ਜਿਨ੍ਹਾਂ ਦੇ ਮਨ ਨੂੰ ਗੁਰਬਾਣੀ ਪਿਆਰੀ ਲੱਗਦੀ ਹੈ ਉਹ ਨਿਤ ਅੰਮ੍ਰਿਤ ਛਕਦੇ ਹੈ। ਉਹਨਾਂ ਦਾ ਮਨ ਨਿਤ ਅੰਮ੍ਰਿਤ ਛਕਦਾ ਗੁਰਬਾਣੀ ਦਾ, ਗੁਰੂ ਬਚਨਾਂ ਦਾ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਏਦਾਂ ਵੀ ਅੰਮ੍ਰਿਤ ਨਿਤ ਪੀਣਾ। ਤੇ ਫਿਰ ਇੱਕ ਦੋ ਗੱਲਾਂ ਹੋਰ ਕਹੀਆਂ, ਨੁਕਤਾ ਸਿਧਾਂਤਕ ਕਹਿੰਦੇ ਮੈਂ ਸਿਰਫ। ਗੁਰੂ ਨੇ ਪੰਜ ਪਿਆਰਿਆਂ ਦੀ ਚੋਣ ਕੀਤੀ, ਕਾਹਦੇ ਆਧਾਰ ਤੇ ਕੀਤੀ? ਗਿਣਤੀ ਦੇ ਆਧਾਰ ਤੇ, ਗੁਣਾਂ ਦੇ ਆਧਾਰ ਤੇ ਕੀਤੀ। ਗੁਣਤੰਤਰ ਪ੍ਰਣਾਲੀ, ਗਣਤੰਤਰ ਨਹੀਂ, ਠੀਕ ਹੈ, ਦੁਨੀਆ ਦੇ ਵਿੱਚ ਗਣਤੰਤਰ ਚੱਲਦਾ ਹੈ, ਮੈਨੂੰ ਕੋਈ ਇਤਰਾਜ਼ ਨਹੀਂ। ਮੈਂ ਗੱਲ ਕਰ ਰਿਹਾ ਧਰਮ ਜਗਤ ਦੀ। ਧਰਮ ਜਗਤ ਦੇ ਵਿੱਚ ਗੁਣਤੰਤਰ ਹੈ, ਗੁਣਤੰਤਰ, ਸਿਲੈਕਸ਼ਨ ਨੋਟ ਇਲੈਕਸ਼ਨ। ਪਰ ਆਪਾਂ ਨੇ ਕੀ ਕੀਤਾ? ਆਪਾਂ ਨੇ ਧਰਮ ਜਗਤ ਵਿੱਚ ਵੀ ਗਿਣਤੀ ਤੰਤਰ ਲੈ ਆਂਦਾ, ਜਿਹਨੂੰ ਗਣਤੰਤਰ ਕਹ ਲਓ, ਗਿਣਤੀ ਤੰਤਰ, ਤੇ ਦਿਨੋਂ ਦਿਨ ਨਿਕਲਦੇ ਜਾ ਰਹੇ ਹਨ। 1699 ਦੀ ਵਿਸਾਖੀ ਤੇ ਸਾਨੂੰ ਦਸ਼ਮੇਸ਼ ਪਿਤਾ ਨੇ ਗੁਣਤੰਤਰ ਪ੍ਰਣਾਲੀ ਦਿੱਤੀ ਸੀ। ਗੁਣਤੰਤਰ ਪ੍ਰਣਾਲੀ ਪੰਜਾਂ ਪਿਆਰਿਆਂ ਦੀ ਚੋਣ ਗੁਣਾਂ ਦੇ ਆਧਾਰ ਤੇ ਕੀਤੀ, ਵੀ ਜਿਹੜਾ ਸੀਸ ਦੇ ਦੂ ਸਾਡਾ ਪਿਆਰਾ। ਪੀਪੀਆਂ ਨਹੀਂ ਰਖਾਈਆਂ ਸੀ ਵੀ ਸੰਦੂਖੜੀਆਂ ਰੱਖ ਲਓ, ਵੋਟਾਂ ਪਾ ਲਓ, ਜਿਹੜਾ ਸਾਰਿਆਂ ਤੋਂ ਵੱਧ ਵੋਟਾਂ ਲੈ ਗਿਆ ਸਾਡਾ ਪਿਆਰਾ। ਵੋਟਾਂ ਨਹੀਂ ਪਵਾਈਆਂ ਸੀ ਉੱਥੇ। ਗੁਣ, ਕੁਆਲੀਫਿਕੇਸ਼ਨ ਕੀ ਹੈ? ਯੋਗਤਾ, ਵੀ ਲੋੜ ਪੈਣ ਦੇ ਉੱਤੇ ਸੀਸ ਦੇਣ ਦੀ ਯੋਗਤਾ, ਵੀ ਜਿਹੜਾ ਸੱਚ ਨੂੰ ਸਰੀਰ ਤੋਂ ਵੱਧ ਪਿਆਰ ਕਰਦਾ ਹੋਵੇ। ਧਰਮ ਜਗਤ ਵਿੱਚ ਆਗੂ ਉਹ ਬਣੇ ਜਿਹੜਾ ਸੱਚ ਨੂੰ ਸਰੀਰ ਤੋਂ ਵੱਧ ਪਿਆਰ ਕਰਦਾ ਹੋਵੇ। ਇਹ ਯੋਗਤਾ, ਧਾਰਮਿਕ ਆਗੂ ਦੀ ਯੋਗਤਾ, ਇਹ ਅਸੀਂ ਭੁੱਲ ਗਏ। ਅਸੀਂ ਗਿਣਤੀ ਤੰਤਰ ਤੇ ਚਲੋ ਠੀਕ ਹੈ, ਗੱਲ ਪਿਆ ਢੋਲ ਵਜਾਉਣਾ ਪੈਂਦਾ, ਮੈਂ ਸਮਝਦਾ ਇਸ ਗੱਲ ਨੂੰ। ਤਾਂ ਇਨੀਸ਼ੀਏਟਿਵ ਤਾਂ ਲੈਂਦਾ ਨਹੀਂ, ਇਹ ਜੋੜਾ ਸਾਡੇ ਕੋਲੋਂ ਲੈਂਦਾ ਨਹੀਂ, ਮੈਨੂੰ ਪਤਾ ਹੈ। ਇਸ ਕਰਕੇ ਮੈਨੂੰ ਪਤਾ ਹੈ ਵੀ ਹੁਣ ਚੋਣਾਂ ਆਈਆਂ, ਠੀਕ ਹੈ, ਆਪਾਂ ਨੂੰ ਗੱਲ ਪਿਆ ਢੋਲ ਵਜਾਉਣਾ ਪੈਣਾ, ਲੜਨੀਆਂ ਪੈਣੀਆਂ।
ਤੇ ਚੰਗੇ ਬੰਦੇ ਆਉਣ। ਪਰ ਸੱਚ ਇਹ ਹੈ, ਸੱਚ ਕਹਿੰਦਾ ਨਹੀਂ ਮੈਂ ਰਹਿ ਸਕਦਾ। ਸੱਚ ਇਹੀ ਹੈ ਕਿ ਧਰਮ ਦਾ ਤੇ ਚੋਣਾਂ ਦਾ ਕੋਈ ਸੰਬੰਧ ਨਹੀਂ। ਬੋਲੋ ਸਤਨਾਮ। ਹਾਂ ਉਹ ਠੀਕ ਹੈ, ਵੱਖਰਾ ਵਿਸ਼ਾ, ਹਾਲਾਤਾਂ ਦੇ ਮੁਤਾਬਕ ਕਹਿੰਦਾ ਵੀ ਜਿਵੇਂ ਕਹਿੰਦਾ ਗੱਲ ਕਹਿ ਢੋਲੋ ਠੀਕ ਹੈ, ਪੈ ਗਿਆ ਸਾਡੇ 1925 ਤੋਂ ਲੈ ਕੇ, ਮੰਨਦਾ ਮੈਂ, ਪਰ ਸੱਚ ਇਹੀ ਹੈ, ਸੱਚ ਨਾਲ ਗੱਲ ਕਰਾਂਗੇ। ਧਰਮ ਦਾ ਤੇ ਚੋਣਾਂ ਦਾ ਕੋਈ ਸੰਬੰਧ ਨਹੀਂ। ਹਾਂਜੀ, ਸੱਚੇ ਥੋੜੇ ਹੁੰਦੇ ਨੇ, ਕਹਿਣ ਵਿਰਲੇ ਨਾ ਹੀ ਘਣੇ ਫੈਲ ਫੱਕੜ ਸੰਸਾਰ। ਹਾਂਜੀ, ਇਸ ਕਰਕੇ ਰਹੋ ਵਿਚਾਰ। ਇੱਥੇ ਤਾਂ ਗੁਣ ਤੰਤਰ ਸੀ ਵੀ ਭਾਈ, ਗੁਣਾਂ ਵਾਲੇ ਬੰਦੇ ਆਪੋ ਬਣਾ ਲਿਓ ਧਰਮ ਦੇ, ਗੁਣਾਂ ਦੇ ਆਧਾਰ ਤੇ ਚੋਣ। ਫਿਰ ਇੱਕ ਨੁਕਤਾ ਹੋਰ ਕਹਾਂ ਸਿਧਾਂਤਕ। ਦਸ਼ਮੇਸ਼ ਪਿਤਾ ਜੀ ਨੇ ਖੰਡੇ ਦੀ ਪਹੁਲ ਛਕਾ ਕੇ ਪੰਜਾਂ ਨੂੰ, ਤੇ ਪੰਜਾਂ ਨੂੰ ਕੀ ਕਿਹਾ ਫਿਰ, ਹੁਣ ਤੁਸੀਂ ਮੈਨੂੰ ਖੰਡੇ ਦੀ ਪਹੁਲ ਛਕਾ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜਾ ਦਿਓ। ਪੰਜਾਂ ਨੇ ਕਿਹਾ ਮਹਾਰਾਜ ਅਸੀਂ ਮਹਾਰਾਜ ਸੋਨੂੰ। ਦਸ਼ਮੇਸ਼ ਪਿਤਾ ਜੀ ਕਹਿੰਦੇ ਬਸ ਇਹੀ ਹੁਕਮ ਹੈ। ਹੁਕਮ ਅੱਗੇ ਪੰਜਾਂ ਨੇ ਸਿਰ ਝੁਕਾ ਦਿੱਤਾ। ਖੰਡੇ ਦੀ ਪਹੁਲ ਛਕਾਈ ਦਸ਼ਮੇਸ਼ ਪਿਤਾ ਨੂੰ। ਫਿਰ ਖੰਡੇ ਦੀ ਪਹੁਲ ਛਕਾ ਕੇ ਉਹੀ ਰਹਿਤ ਮਰਜ਼ਾਦਾ ਦ੍ਰਿੜ ਕਰਵਾਈ ਪੰਜਾਂ ਨੇ ਦਸ਼ਮੇਸ਼ ਪਿਤਾ ਜੀ ਨੂੰ। ਜਿਹੜੀ ਰਹਿਤ ਮਰਜ਼ਾਦਾ ਦਸ਼ਮੇਸ਼ ਪਿਤਾ ਜੀ ਨੇ ਪੰਜਾਂ ਨੂੰ ਦ੍ਰਿੜ ਕਰਾਈ ਸੀ। ਕਿੱਡੀ ਵੱਡੀ ਗੱਲ ਹੋ ਗਈ। ਭਾਵ ਕਿ ਗੁਰੂ ਜੀ ਨੇ ਪ੍ਰਣ ਕੀਤਾ ਵੀ ਜਿਹੜੀ ਮਰਜ਼ਾਦਾ ਤੁਹਾਨੂੰ ਦੱਸੀ ਹੈ ਉਹਦਾ ਮੈਂ ਵੀ ਪਾਬੰਦ ਰਹਾਂਗਾ। ਭਾਵ ਕਿ ਇੱਥੇ ਗੁਰੂ ਜੀ ਸਿਧਾਂਤਾਂ ਨੂੰ ਸ਼ਖਸੀਅਤ ਤੋਂ ਉੱਪਰ ਲੈ ਗਏ ਵੀ ਅੱਜ ਤੋਂ ਗੁਰੂ ਨਾਨਕ ਘਰ ਦੇ ਵਿੱਚ ਕੋਈ ਨਹੀਂ ਵੱਡਾ, ਅੱਜ ਤੋਂ ਬਾਅਦ ਇੱਥੇ ਅਸੂਲ ਤੇ ਸਿਧਾਂਤ ਵੱਡੇ ਹੋਣਗੇ। ਬੋਲੋ ਸਤਨਾਮ। ਬਸ ਜੇ ਸਾਨੂੰ ਪੁੱਛੇ ਵੀ ਗੁਰੂ ਨਾਨਕ ਚ ਵੱਡਾ ਕੌਣ ਹੈ, ਅਸੂਲ ਵੱਡੇ ਹੈ ਜੀ, ਸਿਧਾਂਤ ਵੱਡੇ ਹੈ, ਸ਼ਖਸੀਅਤ ਨਹੀਂ ਵੱਡੀ। ਨਾ ਜੀ, ਦੁਨੀਆ ਹੈਰਾਨ ਹੋ ਗਈ, ਹਾਂ ਕਮਾਲ ਹੋ ਗਈ, ਸ਼ਖਸੀਅਤ ਤੋਂ ਵੱਡੇ ਸਿਧਾਂਤ ਕਹਿੰਦੇ ਹਨ। ਹਾਂਜੀ, ਕਮਾਲ। ਇਹ ਛੋਟੀਆਂ ਗੱਲਾਂ ਨਹੀਂ, ਕਿਤੇ ਨੂੰ ਗਹਿਰਾ ਸਮਝੋ ਇਹਨਾਂ ਗੱਲਾਂ ਨੂੰ। ਸੋ ਇਹ ਸੀ ਪੰਜਾਂ ਪੈਰਾਂ ਤੋਂ ਖੰਡੇ ਦੀ ਪਹੁਲ ਛਕਣ ਦਾ ਭਾਵ। ਇਹ ਅਸੂਲਾਂ ਨੂੰ ਕਿੰਨੀ ਮਾਨਤਾ ਦਿੱਤੀ ਗੁਰੂ ਜੀ ਨੇ। ਇੱਕ ਨੁਕਤਾ ਹੋਰ ਕਹਦੇ ਆ, ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ, ਕਿਉਂਕਿ ਬਹੁਤ ਥਾਵਾਂ ਦੇ ਉੱਤੇ ਇਹੀ ਕਿਹਾ ਜਾਂਦਾ ਹੈ। ਮੈਂ ਕਹਿ ਕੇ ਦਿਖਾਵਾਂ, ਇਹ ਮੰਨ ਲਓ ਕਿਸੇ ਥਾਂ ਦੇ ਉੱਤੇ ਖੰਡੇ ਦੀ ਪਹੁਲ ਛਕਾਉਣੀ ਹੈ, ਤਾਂ ਸੰਚਾਰ ਹੋਣਾ ਹੈ। ਮੈਂ ਅਨਾਉਂਸਮੈਂਟ ਕਰਦੇ ਦੇਖੇ ਹੈ ਬਹੁਤ, ਭਾਈ ਚੜ੍ਹ ਜਾਓ ਗੁਰੂ ਕੇ ਜਹਾਜੇ, ਭਾਈ ਚੜ੍ਹ ਜਾਓ ਗੁਰੂ ਕੇ ਜਹਾਜੇ, ਚੜ੍ਹ ਜਾਓ ਭਾਈ ਗੁਰੂ ਕੇ ਜਹਾਜੇ ਦੀ ਕਿਹਾ ਜਾਂਦਾ ਨਾ। ਹੁਣ ਇਹਦੇ ਵਿੱਚ ਮੈਂ ਪ੍ਰਸ਼ਨ ਕਰਦਾ ਤੁਹਾਨੂੰ, ਪ੍ਰਸ਼ਨ ਔਖਾ ਤਾਂ ਬਹੁਤ ਹੈ ਪਰ ਮੈਂ ਕਰਦਾ ਹੁੰਦਾ। ਬਹੁਤੇ ਪ੍ਰਚਾਰਕ ਡਰਦੇ ਆ ਵੀ ਲੜਨਾ ਪੈਣ ਕਦੇ ਮੂਹਰੇ ਬੈਠੇ। ਹੁਣ ਤੁਹਾਨੂੰ ਮੈਂ ਪ੍ਰਸ਼ਨ ਪੁੱਛਦਾ ਵੀ ਕੀ ਖੰਡੇ ਦੀ ਪਹੁਲ ਛਕਣਾ ਗੁਰੂ ਕੇ ਜਹਾਜੇ ਚੜ੍ਹਨਾ? ਕੀ ਖਿਆਲ ਹੈ ਭੈਣਾਂ ਦਾ? ਜੋ ਤੁਹਾਨੂੰ ਆਉਂਦਾ ਦੱਸੋ, ਆਪਾਂ ਹੱਲ ਕਰਾਂਗੇ ਪ੍ਰਸ਼ਨ। ਕੀ ਖਿਆਲ ਹੈ ਤੁਹਾਡਾ? ਕੀ ਖਿਆਲ ਹੈ? ਖੁੱਲ੍ਹ ਕੇ ਦੱਸੋ ਵੀ ਕੀ ਖੰਡੇ ਦੀ ਪਹੁਲ ਛਕਣਾ ਗੁਰੂ ਕੇ ਜਹਾਜੇ ਚੜ੍ਹਨਾ? ਚਲੋ ਮੈਂ ਹੀ ਬੋਲਦਾ, ਤੁਸੀਂ ਝਿਜਕ ਦੇ ਵਿੱਚ ਹੋ ਵੀ ਪਤਾ ਨਹੀਂ ਕੀ ਜ਼ਿਕਰ ਹੋਊ। ਲਓ ਜੀ, ਮੈਂ ਉੱਤਰ ਦੇਣ ਲੱਗਿਆ ਤਾਂ ਘਬਰਾ ਨਾ ਜਾਇਓ ਕਿਤੇ, ਸਾਰੀ ਗੱਲ ਸੁਣਿਓ। ਖੰਡੇ ਦੀ ਪਹੁਲ ਛਕਣਾ ਗੁਰੂ ਕੇ ਜਹਾਜੇ ਚੜ੍ਹਨਾ ਨਹੀਂ। ਖੰਡੇ ਦੀ ਪਹੁਲ ਛਕਣਾ ਗੁਰੂ ਕੇ ਜਹਾਜੇ ਚੜ੍ਹਨਾ ਨਹੀਂ। ਫਿਰ ਖੰਡੇ ਦੀ ਪਹੁਲ ਕੀ ਹੈ? ਜਹਾਜ਼ ਦੀ ਟਿਕਟ ਲੈਣਾ ਕਹਿ ਸਕਦੇ ਹਾਂ। ਜਹਾਜ਼ ਦੀ ਟਿਕਟ ਲੈਣਾ ਕਹਿ ਸਕਦੇ ਹਾਂ। ਟਿਕਟ ਲੈ ਲਈ, ਟਿਕਟ ਲੈ ਲਈ, ਤੇ ਹਾਲਤ ਮੈਂ ਕਈਆਂ ਦਾ ਕੀ ਦੇਖਦਾ, ਸਾਰੇ ਨਹੀਂ ਕਹਿੰਦਾ, ਕੁਝ ਦਾ ਹਾਲਤ ਕੀ ਦੇਖਦਾ। ਟਿਕਟ ਲੈ ਕੇ ਜਹਾਜ਼ ਤੱਕ ਹੀ ਚੜ੍ਹਨਾ ਸੀ, ਜਹਾਜ਼ਾਂ ਦੇ ਅੱਡੇ ਤੋਂ ਵੀ ਬਾਹਰ ਤੁਰੇ ਫਿਰਦੇ ਆ, ਏਅਰਪੋਰਟ ਤੋਂ ਵੀ ਬਾਹਰ, ਜਹਾਜ਼ਾਂ ਦੇ ਅੱਡੇ ਤੋਂ ਵੀ ਬਾਹਰ ਟਿਕਟ ਲੈ ਕੇ ਬਾਹਰ ਹੀ ਤੁਰੇ ਫਿਰਦੇ। ਸਮਝ ਗਏ ਕਿ ਨਾ, ਕਿ ਗੁਰਦੁਆਰੇ ਬਹਿ ਕੇ ਵੀ ਗੁਰੂ ਦੀ ਗੱਲ ਨਹੀਂ ਸੁਣਦੇ। ਖੰਡੇ ਦੀ ਪਹੁਲ ਛਕੀ ਹੈ, ਕਬਰ ਤੇ ਜਾਂਦੇ ਨੇ, ਸਮਾਧ ਤੇ ਜਾਂਦੇ ਨੇ, ਬਾਬੇ ਦੇ ਜਾਂਦੇ ਨੇ, ਪੀਰ ਦੇ ਜਾਂਦੇ ਨੇ, ਜਹਾਜ਼ੇ ਚੜ੍ਹੇ ਬੋਲੋ ਤਾਂ ਜਹਾਜ਼ਾਂ ਦੇ ਅੱਡੇ ਤੋਂ ਵੀ ਬਾਹਰ ਤੁਰੇ ਫਿਰਦੇ, ਜਹਾਜ਼ ਤੇ ਕੀ ਚੜ੍ਹਨਾ? ਜਿਹੜਾ ਖੰਡੇ ਦੀ ਪਹੁਲ ਛਕ ਕੇ ਕਿਰਪਾਨ ਪਾਈਏ ਠੇਕੇ ਤੇ ਖੜਾ ਜਾਂ ਤੁਸੀਂ ਦੱਸ ਦਿਓ ਮੈਨੂੰ, ਉਹਨੂੰ ਪੁੱਛੋ ਕਿ ਕੀ ਗੁਰੂ ਦਾ ਜਹਾਜ਼ ਠੇਕੇ ਤੇ ਉਤਰਦਾ? ਤੇ ਜੇ ਗੁਰੂ ਕੇ ਜਹਾਜ਼ੇ ਚੜ੍ਹਿਆ ਹੁੰਦਾ, ਠੇਕੇ ਤੇ ਕਿਵੇਂ ਪਹੁੰਚ ਗਿਆ? ਕੀ ਉਹ ਕਹਿ ਸਕਦਾ ਵੀ ਮੈਨੂੰ ਗੁਰੂ ਦਾ ਜਹਾਜ਼ ਇੱਥੇ ਲਾ ਗਿਆ? ਉਤਰਦਾ ਗੁਰੂ ਦਾ ਜਹਾਜ਼। ਜੇ ਗੁਰੂ ਕੇ ਜਹਾਜ਼ੇ ਚੜ੍ਹਿਆ ਹੁੰਦਾ, ਕਬਰ ਤੇ ਕਿਉਂ ਖੜਾ ਹੁੰਦਾ?
ਕੀ ਗੁਰੂ ਦਾ ਜਹਾਜ਼ ਕਬਰ ਤੇ ਉਤਰਦਾ ਬੋਲਿਓ? ਡੇਰਿਆਂ 'ਚ ਉਤਰਦਾ ਹੈ, ਸਮਾਧਾਂ ਤੇ ਉਤਰਦਾ ਹੈ। ਫੇਰ ਤੇ ਖੰਡੇ ਦੀ ਬਹੁਤ ਛੱਕ ਕੇ ਤੁਰੇ ਫਿਰਦੇ ਨੇ ਨਾ ਪੁੱਜਣ, ਤੂੰ ਜਹਾਜ਼ੇ ਕਿਵੇਂ ਚੜੇ ਹੋਏ? ਜਹਾਜ਼ੇ ਕਿਵੇਂ ਚੜੇ? ਇਸ ਕਰਕੇ ਗੁਰੂ ਕੇ ਜਹਾਜ਼ੇ ਚੜ੍ਹਨਾ ਕੀ ਹੁੰਦਾ ਸੁਣ ਲਿਓ ਹੁਣ। ਉਹ ਨਹੀਂ ਜਿਹੜੇ ਜਿਹੜੇ ਤੁਰੇ ਫਿਰਦੇ ਨੇ ਥਾਂ ਥਾਂ ਤੇ ਮੱਥੇ ਟੇਕਦੇ। ਇਹ ਗੁਰਬਾਣੀ ਤੋਂ ਫੈਸਲਾ ਲੈ ਲਓ। ਬਾਣੀ 'ਚ ਪਹਿਲਾਂ ਪ੍ਰਸ਼ਨ ਕੀਤੇ ਵੀ ਕਿਵੇਂ ਚੜ੍ਹਿਆ ਜਾਂਦਾ ਜਹਾਜ਼ ਤੇ, ਫਿਰ ਉੱਤਰ ਦਿੱਤਾ। ਸਾਰੀਆਂ ਗੱਲਾਂ ਬਾਣੀ 'ਚ ਹੈ, ਪੜੋ। ਸਤਿਗੁਰ ਬੋਹਿਥ ਹਰਿ ਨਾਮ ਹੈ ਆਏ, ਉਹ ਗੁਰੂ ਕੇ ਜਹਾਜ਼ ਵਿੱਚ ਚੜਿਆ ਬੈਠਾ ਮੰਨਿਆ ਜਾਊਗਾ ਜਿਹੜਾ ਗੁਰਬਾਣੀ ਦੀ ਆਗਿਆ ਵਿੱਚ ਚੱਲਦਾ ਹੈ। ਖੰਡੇ ਦੀ ਪਹੁਲ ਛੱਕ ਕੇ ਲੜਕੀ ਦੇ ਲੱਗਦੇ ਹਨ, ਦੱਸਿਓ? ਗੁਰੂ ਗ੍ਰੰਥ ਸਾਹਿਬ ਦੇ ਜਹਾਜ਼ੇ ਕੌਣ ਚੜਿਆ ਮੰਨਿਆ ਜਾਊ? ਜਿਹੜਾ ਗੁਰਬਾਣੀ ਦੀ ਗੱਲ ਨੂੰ ਮੰਨਦਾ ਹੈ, ਗੁਰੂ ਦੀ ਆਗਿਆ ਵਿੱਚ ਚੱਲਦਾ ਹੈ। ਜਿਹੜਾ ਖੰਡੇ ਦੀ ਪਹੁਲ ਛੱਕ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਨਹੀਂ ਮੰਨਦਾ, ਉਹ ਜਹਾਜ਼ੇ ਨਹੀਂ ਚੜਿਆ, ਉਹ ਤਾਂ ਜਹਾਜ਼ ਤੋਂ ਛਾਲ ਮਾਰੀ ਫਿਰਦਾ ਹੈ। ਬੋਲੋ ਸਤਿਨਾਮ। ਉਡਾਨ ਭਰੀ ਨਹੀਂ ਸੀ, ਛਾਲ ਪਹਿਲਾਂ ਹੀ ਮਾਰ ਗਿਆ। ਉਹ ਤਾਂ ਗਿੱਟੇ ਉਹਦੇ ਤਲਾਈ ਫਿਰਦਾ ਵੀ ਛਾਲ ਮਾਰ ਗਿਆ ਭਾਈ। ਉਤਰਦਾ ਤਾਂ ਜਹਾਜ਼ ਹੈ ਨਹੀਂ, ਠੇਕੇ ਤੇ ਉਹ ਪਹਿਲਾਂ ਸਮਝ ਲਿਆ ਸੀ। ਕਬਰ ਤੇ ਵੀ ਨਹੀਂ ਉਤਰਦਾ ਜਹਾਜ਼, ਸਮਾਧ ਤੇ ਵੀ ਤਾਂ ਛਾਲ ਮਾਰੀ ਜਾਂਦਾ ਹੈ ਨਾ। ਹਾਂ, ਸੋ ਇਸ ਕਰਕੇ ਇਹ ਨੁਕਤੇ ਸਮਝੋ। ਗੁਰਬਾਣੀ ਦੀ ਆਗਿਆ ਵਿੱਚ ਚੱਲਣ ਵਾਲੇ ਹੀ ਗੁਰੂ ਕੇ ਜਹਾਜ਼ੇ ਚੜੇ ਹੋਏ ਹੈ। ਸੋ ਖੰਡੇ ਦੀ ਪਹੁਲ ਦੀ ਬਖਸ਼ਿਸ਼ ਲੈਣੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣੇ, ਖਾਲਸਾ ਪੰਥ ਵਿੱਚ ਸ਼ਾਮਲ ਹੋਣਗੇ, ਮਾਤਾ ਸਾਹਿਬ ਤੌਰ ਦੀ ਗੋਦ ਪੈਣੇ, ਪੁੱਤਾਂ ਦੇ ਦਾਨੀ ਦੇ ਪੁੱਤ ਬਣਨੇ। ਜਿਨ੍ਹਾਂ ਤੇ ਬਖਸ਼ਿਸ਼ ਹੋਈ ਹੈ, ਬਹੁਤ ਸੰਗਤਾਂ ਬੈਠੀਆਂ, ਵੱਡੇ ਭਾਗ। ਬਾਕੀ ਦੇ ਭਾਈ ਆ ਵਿਸਾਖੀ ਦਾ ਦਿਹਾੜਾ ਆ ਰਿਹਾ ਅੱਗੇ, ਸੋ ਇਹ ਖੰਡੇ ਦੀ ਪਹੁਲ ਦੀ ਬਖਸ਼ਿਸ਼ ਲੈ ਲਓ। ਕੇਸਗੜ੍ਹ ਸਾਹਿਬ ਲੈ ਲਓ, ਅਨੰਦਪੁਰ ਸਾਹਿਬ, ਦਮਦਮਾ ਸਾਹਿਬ ਸਾਡੇ ਉੱਥੇ ਲੈ ਲਓ, ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਅਕਾਲ ਤਖਤ ਸਾਹਿਬ ਤੇ ਜਾ ਸਕਦੇ ਹੋ। ਜਿੱਥੇ ਤੁਹਾਨੂੰ ਠੀਕ ਲੱਗੇ ਤਿਆਰੀ ਕਰ ਲਓ। ਤਿਆਰੀ ਭਾਵ ਹੁੰਦਾ ਵੀ ਕੋਈ ਨਸ਼ਾ ਕਰਦਾ ਛੱਡ ਦਿਓ, ਕੇਸ ਕਟਾਉਣੋਂ ਹਟ ਜਾਓ, ਗੁਰਬਾਣੀ ਪੜ੍ਹਨਾ ਸਿੱਖ ਲਓ। ਜਿਵੇਂ ਤੁਸੀਂ ਝੋਨਾ ਲਾਉਣੇ ਤਿਆਰੀ ਤਾਂ ਕਰੋਗੇ, ਪਹਿਲਾਂ ਕਿਵੇਂ ਦੱਬ ਦਿਓਗੇ? ਏਦਾਂ ਇਹ ਵੀ ਤਿਆਰੀ ਹੈ। ਪਹਿਲਾਂ ਧਰਤੀ ਸਾਧਕ ਹੈ, ਵਿੱਚ ਦੇ ਕਰਤਾ ਕਿ ਸੱਚ ਦਾ ਬੀਜ ਬੀਜਣ ਵਾਸਤੇ ਵੀ ਭਾਈ ਇਹ ਧਰਤੀ ਨੂੰ ਸੰਵਾਰਨਾ ਪੈਂਦਾ। ਸਵਾਰ ਲਓ ਆਪਣੇ ਆਪ ਨੂੰ, ਖੰਡੇ ਦੀ ਪਹੁਲ ਦੀ ਬਖਸ਼ਿਸ਼ ਪ੍ਰਾਪਤ ਕਰ ਲਓ। ਪੰਜਾਂ ਪਿਆਰਿਆਂ ਤੋਂ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ, ਨਿਤਨੇਮ ਸੇਵਾ ਸਿਮਰਨ ਵਾਲਾ ਜੀਵਨ ਬਣਾਈਏ। ਫਿਰ ਇਹ ਲੋਕ ਸੁਖੀਏ, ਪਰ ਲੋਕ ਸੁਹੇਲੇ ਨਾਨਕ ਹਰਿ ਪ੍ਰਭ ਆਪੇ ਮਿਲੇ। ਧੰਨਵਾਦ। 3 ਦਿਨ ਆਪਾਂ ਵਿਚਾਰਾਂ ਕੀਤੀਆਂ, ਕਾਫੀ ਵਿਚਾਰਾਂ ਹੋ ਚੁੱਕੀਆਂ 3 ਦਿਨਾਂ 'ਚ, ਬਹੁਤ ਸਾਰੀਆਂ। ਜੇ ਤੁਸੀਂ ਸੱਚਮੁੱਚ ਚਾਂਦ ਰੱਖੋ, ਲਾਗੂ ਕਰੋ ਜੀਵਨ ਦੇ ਵਿੱਚ, ਤਾਂ ਬਹੁਤ ਕੁਝ ਹੋਏਗਾ 3 ਦਿਨਾਂ 'ਚ। ਕੋਈ ਵਚਨ ਤੁਹਾਨੂੰ ਲੱਗੇ ਗੁਰੂ ਗਿਆਨ ਤੋਂ ਬਾਹਰ ਹੈ, ਮੇਰੀ ਭੁੱਲ ਜਾਣ ਕੇ ਛੱਡ ਦਿਓ, ਕਿਉਂਕਿ ਭੁੱਲ ਮੰਦਰ ਸਭ ਕੋ ਭੁੱਲ ਗੁਰੂ ਕਰਦਾ। ਗੁਰੂ ਦਾ ਗਿਆਨ ਪੱਲੇ ਬੰਨ੍ਹ ਕੇ ਲੈ ਜਾਓ, ਸਾਰਿਆਂ ਦਾ ਗੁਰੂ ਜੀ ਭਲਾ ਕਰਦਾ। ਪ੍ਰਬੰਧਕਾਂ ਦਾ ਬਹੁਤ ਧੰਨਵਾਦ ਹੈ, ਬਹੁਤ ਸੋਹਣੇ ਢੰਗ ਨਾਲ ਸਾਰਾ ਪ੍ਰਬੰਧ ਕੀਤਾ, ਬਹੁਤ ਪ੍ਰੋਗਰਾਮ ਰੱਖਿਆ ਵੱਡਾ। ਭਾਵੇਂ ਗਰਮੀ ਹੋ ਚੁੱਕੀ ਹੈ, ਪਰ ਜਦੋਂ ਪਿਆਰ ਹੋਵੇ, ਸੇਵਾ ਦਾ ਚਾਅ ਹੋਵੇ, ਕਿਹੜੀ ਗਰਮੀ ਫਿਰ ਲੱਗੇ ਨਹੀਂ ਕੋਈ। ਦੇਖੋ ਕਿੰਨੇ ਪਿਆਰ ਨਾਲ ਸੰਗਤਾਂ ਬੈਠੀਆਂ। ਸੋ ਭਾਈ ਸਾਰੇ ਪ੍ਰਬੰਧਕ ਸੱਜਣਾ ਦਾ 3 ਦਿਨ ਮਾਵਾਂ, ਭੈਣਾਂ, ਧੀਆਂ, ਵੀਰਾਂ, ਬਜ਼ੁਰਗਾਂ, ਨੌਜਵਾਨਾਂ ਨੇ ਸੇਵਾ ਕੀਤੀ। ਕਿਸੇ ਨੇ ਪਾਣੀ ਪਿਲਾਇਆ, ਕਿਸੇ ਨੇ ਜੁੱਤੇ ਸੰਭਾਲੇ, ਕਿਸੇ ਨੇ ਟ੍ਰੈਫਿਕ ਵਾਲੇ ਪਾਸੇ ਡਿਊਟੀ ਲਾਈ, ਕਿਸੇ ਨੇ ਪੰਡਾਲ ਤਿਆਰ ਕੀਤਾ, ਕਿਸੇ ਨੇ ਸਟੇਜ ਤੇ ਸੇਵਾ, ਕਿਸੇ ਨੇ ਗੁਰੂ ਕੇ ਲੰਗਰਾਂ 'ਚ ਜੋ ਜੋ ਵੀ ਸੇਵਾਵਾਂ ਕੀਤੀਆਂ ਵੰਡ ਕੇ ਹੁੰਦੀਆਂ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰੇ ਸੇਵਾਦਾਰਾਂ ਦਾ ਧੰਨਵਾਦ। ਸਰੋਤਿਆਂ ਦਾ ਦੂਰ ਦੂਰ ਤੋਂ ਚੱਲ ਕੇ ਆਏ ਹੋ, ਸਾਰਿਆਂ ਦਾ ਬਹੁਤ ਧੰਨਵਾਦ। 6 ਪੌੜੀਆਂ ਆਨੰਦ ਸਾਹਿਬ ਪੜ੍ਹ ਸਮਾਪਤੀ।